KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਵਕਾਰੀ ਪ੍ਰੋਗਰਾਮ ਇਤਿਹਾਸ ਗਵਾਹ ਹੈ ਵਿੱਚ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇੱਥੇ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਸਾਨੂੰ ਤੇ ਕਿਤੇ ਵੀ ਬੈਠ ਕੇ ਲਾਈਵ ਸੁਣ ਸਕਦੇ ਹੋ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ ਜਾਂ ਕੋਈ ਜਾਣਕਾਰੀ ਜਾਂ ਤਜਰਬਾ ਸਾਂਝਾ ਕਰਨਾ ਹੋਵੇ ਤਾਂ 604 592 9191 604-592-9191 ਸਾਡਾ ਸਟੂਡੀਓ ਦਾ ਨੰਬਰ ਹੈ। ਸਾਡੀਆਂ ਲਾਈਨਾਂ ਖੁੱਲ੍ਹੀਆਂ ਰਹਿੰਦੀਆਂ ਨੇ। ਤੁਸੀਂ ਕਿਸੇ ਵੀ ਵਕਤ ਡਾਇਲ ਕਰਕੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਹੋ, ਆਪਣਾ ਸਵਾਲ ਰੱਖ ਸਕਦੇ ਹੋ। ਸੋ ਆਓ ਅੱਜ ਦੇ ਅਸੀਂ ਵਿਸ਼ੇ ਵੱਲ ਵਧਦੇ ਹਾਂ। ਸਾਡਾ ਅੱਜ ਦਾ ਵਿਸ਼ਾ ਹੈ ਤੇਜ਼ੀ ਨਾਲ ਹੋ ਰਹੀ ਵਾਤਾਵਰਣ ਤਬਦੀਲੀ, ਕੀ ਹੋਣਗੇ ਅੰਜਾਮ। ਸਾਡੇ ਅੱਜ ਦੇ ਇਸ ਵਿਸ਼ੇ ਨੂੰ ਵਿਸਥਾਰ ਦੇਣ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੌਜੂਦ ਹਨ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਅਤੇ ਨਾਮਵਰ ਬੈਰਿਸਟਰ ਲਵਲੀਨ ਸਿੰਘ ਜੀ ਗਿੱਲ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਇਤਿਹਾਸ ਗਵਾਹ ਹੈ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਅੱਗੇ ਵਧਦੇ ਹਾਂ ਜੀ। ਅੱਜ ਦਲੀਪ ਕੁਮਾਰ ਸਾਹਿਬ ਹੁਣਾਂ ਦੀ 100ਵੀਂ ਵਰ੍ਹੇਗੰਢ ਹੈ, ਉਹਨਾਂ ਦੇ ਜਨਮ ਦਿਨ ਦੀ 100ਵੀਂ ਵਰ੍ਹੇਗੰਢ ਹੈ। ਹਾਲਾਂਕਿ ਅੱਜ ਅਸੀਂ ਗੱਲ ਤਾਂ ਵਾਤਾਵਰਣ ਪਰਿਵਰਤਨ ਦੀ ਕਰਨ ਜਾ ਰਹੇ ਹਾਂ, ਪਰ ਆਗਾਜ਼ ਉਹਨਾਂ ਦੇ ਸੰਵਾਦ ਤੋਂ ਜ਼ਰੂਰ ਕਰਾਂਗੇ। ਉਹ ਕਹਿੰਦੇ ਨੇ, ਤਕਦੀरें बदल जाती हैं, जमाने बदल जाते हैं, मुल्कों की तारीख बदल जाती है, शहंशाह बदल जाते हैं, मगर इस बदलती हुई दुनिया में मोहब्बत जिस इंसान का दामन थाम लेती है वो इंसान नहीं बदलता। सो ये संवाद शहजादे सलीम यानी कि दलीप कुमार ने शहनशाह अकबर यानी कि पृथ्वी राज कपूर ਨੂੰ ਬਦਲਦੀ ਹੋਈ ਦੁਨੀਆ ਨੂੰ ਦਰਸਾਉਣ ਲਈ ਕਿਹਾ ਸੀ। ਜੇ ਮੁਗਲੇ ਆਜ਼ਮ ਅੱਜ ਬਣਾਈ ਜਾਂਦੀ ਅਤੇ ਇਹੀ ਸੰਵਾਦ ਸ਼ਹਿਜ਼ਾਦੇ ਸਲੀਮ ਨੇ ਦੁਬਾਰਾ ਬੋਲਣਾ ਹੁੰਦਾ ਤਾਂ ਉਹ ਬਦਲਦੇ ਹੋਏ ਵਾਤਾਵਰਣ ਜਾਂ ਕਲਾਈਮੇਟ ਚੇਂਜ ਦਾ ਜ਼ਿਕਰ ਵੀ ਆਪਣੇ ਇਸ ਸੰਵਾਦ ਦੇ ਵਿੱਚ ਜ਼ਰੂਰ ਕਰਦਾ, ਕਿਉਂਕਿ ਵਾਤਾਵਰਣ ਦਾ ਬਦਲਣਾ ਅੱਜ ਪ੍ਰਿਥਵੀ ਉੱਤੇ ਮਨੁੱਖ ਦੀ ਹੋਂਦ ਦਾ ਮਸਲਾ ਬਣ ਗਿਆ ਹੈ। ਬਹੁਤ ਸਾਰੇ ਵਿਦਵਾਨ ਇਸ ਗੱਲ ਉੱਤੇ ਇੱਕ ਮਤ ਹਨ ਕਿ ਕਲਾਈਮੇਟ ਚੇਂਜ 21ਵੀਂ ਸਦੀ ਦਾ ਸਭ ਤੋਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਤੇ ਆਰਥਿਕ ਮਸਲਾ ਹੋਣਾ ਚਾਹੀਦਾ। ਕਿਊਬਿਕ ਦੇ ਵਿੱਚ ਚੱਲ ਰਹੀ ਯੂਨਾਈਟਿਡ ਨੇਸ਼ਨ ਕਾਨਫਰੰਸ ਜੋ ਜੀਵ ਜੰਤੂਆਂ ਦੀ ਵੰਨ ਸੁਵੰਨਤਾ ਨੂੰ ਲੈ ਕੇ ਉਹ ਵੀ ਚੱਲ ਰਹੀ ਹੈ, ਉਹ ਵੀ ਜਿਹੜੀ ਹੈ ਉਹ ਕਲਾਈਮੇਟ ਚੇਂਜ ਦੇ ਵੱਡੇ ਮਸਲੇ ਨਾਲ ਜੁੜਦੀ ਹੈ। ਸੋ ਆਓ ਅਸੀਂ ਲਵਲੀਨ ਸਿੰਘ ਗਿੱਲ ਹੋਣਾ ਤੋਂ ਜਾਣਦੇ ਹਾਂ ਕਿ ਕਲਾਈਮੇਟ ਚੇਂਜ ਕੀ ਹੈ, ਇਸ ਦੇ ਮਨੁੱਖੀ ਸੱਭਿਅਤਾ ਉੱਤੇ ਕੀ ਅਸਰ ਪੈਣਗੇ। ਸੋ ਸਭ ਤੋਂ ਪਹਿਲਾ ਸਵਾਲ ਸਾਡਾ ਇਹੀ ਹੈ ਕਿ ਕਲਾਈਮੇਟ ਚੇਂਜ ਅਕਸਰ ਹੈ ਕਿਵੇਂ ਤੇ ਕਿਵੇਂ ਹੋ ਰਿਹਾ ਜੀ। ਭੰਮ ਸਾਹਿਬ, ਜਿਸ ਤਰ੍ਹਾਂ ਅੱਜ ਦਾ ਵਿਸ਼ਾ ਅਸੀਂ ਚੁਣਿਆ ਹੈ ਜੋ ਕਲਾਈਮੇਟ ਚੇਂਜ ਦਾ, ਸੋ ਭੰਮ ਸਾਹਿਬ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਇਟ ਇਜ਼ ਦਾ ਡਿਫਾਈਨਿੰਗ ਇਸ਼ੂ। ਇਹ ਸਭ ਤੋਂ ਮਹੱਤਵਪੂਰਨ ਵਿਸ਼ਾ ਜੋ ਹੈ 21ਵੀਂ ਸਦੀ ਦਾ, ਇਸ ਨੂੰ ਮੰਨਿਆ ਗਿਆ ਹੈ। ਇਸ ਨੂੰ ਸਾਡੀ ਜਨਰੇਸ਼ਨ ਦਾ ਡਿਫਾਈਨਿੰਗ ਇਸ਼ੂ ਵੀ ਮੰਨਿਆ ਜਾ ਰਿਹਾ ਹੈ। ਸੋ ਜਿਸ ਤਰ੍ਹਾਂ ਭੰਮ ਸਾਹਿਬ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਹੈ ਕਲਾਈਮੇਟ ਚੇਂਜ ਨੂੰ ਲੈ ਕੇ, ਕਿਉਂਕਿ ਅਸੀਂ ਜੋ ਕਲਾਈਮੇਟ ਚੇਂਜ ਦੇ ਜਿਹੜੇ ਪ੍ਰਭਾਵ ਹੈ ਉਹ ਹੁਣ ਸਾਨੂੰ ਪ੍ਰਤੱਖ ਦਿਖਣ ਲੱਗੇ ਹੈ ਸਾਡੀ ਸਾਹਮਣੇ। ਬਿਲਕੁਲ। ਜਿਸੇ ਤਰ੍ਹਾਂ ਤੁਸੀਂ ਪਿਛਲੇ ਸਾਲ ਦੇ ਵਿੱਚ ਹੀ ਦੇਖੋ, ਬ੍ਰਿਟਿਸ਼ ਕੋਲੰਬੀਆ ਦੀ ਜੇ ਮੈਂ ਉਦਾਹਰਨ ਲਵਾਂ, ਸੋ ਪਿਛਲੇ ਸਾਲ ਦੇ ਵਿੱਚ ਸਭ ਕੁਝ ਸਾਨੂੰ ਪ੍ਰਤੱਖ ਸਾਡੀਆਂ ਅੱਖਾਂ ਦੇ ਸਾਹਮਣੇ ਦੇਖਣ ਨੂੰ ਮਿਲਿਆ। ਭੰਮ ਸਾਹਿਬ, ਕਿਸ ਤਰ੍ਹਾਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪਈ ਪਹਿਲਾਂ, ਫਿਰ ਉਸ ਤੋਂ ਬਾਅਦ ਬਾਰਿਸ਼ ਬਹੁਤ ਜ਼ਿਆਦਾ ਹੋਈ ਜਿਸ ਦੇ ਨਾਲ ਹੜ੍ਹ ਆ ਗਏ, ਉਸ ਤੋਂ ਬਾਅਦ ਫਿਰ ਸਰਦੀ ਜ਼ਿਆਦਾ ਪਈ ਜਿੰਨੀ ਐਵਰੇਜ ਹੁੰਦੀ ਹੈ। ਸੋ ਗਰਮੀ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਜੰਗਲਾਂ ਦੇ ਵਿੱਚ ਅੱਗਾਂ ਲੱਗੀਆਂ, ਫੋਰੈਸਟ ਫਾਇਰ ਵੀ ਹੋਈ। ਸੋ ਸਾਰਾ ਕੁਝ ਭੰਮ ਸਾਹਿਬ ਜੋ ਇੱਕ ਪ੍ਰਕਿਰਤੀ ਦਾ ਬੈਲੈਂਸ ਹੈ, ਜੋ ਵਾਤਾਵਰਣ ਦਾ ਇੱਕ ਬੈਲੈਂਸ ਹੈ, ਕੁਦਰਤੀ ਨਿਜ਼ਾਮ ਜਿਹੜਾ ਵਿਗੜ ਗਿਆ ਪੂਰਾ, ਉਹ ਸਾਨੂੰ ਵਿਗੜਦਾ ਹੋਇਆ ਸਭ ਪ੍ਰਤੱਖ ਸਾਨੂੰ ਅੱਖਾਂ ਦੇ ਸਾਹਮਣੇ ਦਿਖਿਆ। ਭੰਮ ਸਾਹਿਬ, ਹਾਲਾਂਕਿ ਇੱਕ ਅਜਿਹੀ ਲੌਬੀ ਵੀ ਹੈ ਜਿਹੜੀ ਕਹਿੰਦੀ ਹੈ ਕਿ ਕਲਾਈਮੇਟ ਚੇਂਜ ਇਜ਼ ਨਾਟ ਰੀਅਲ। ਉਹ ਕਲਾਈਮੇਟ ਚੇਂਜ ਦੀ ਹੋਂਦ ਦੇ ਉੱਤੇ ਸਵਾਲ ਉਠਾਉਂਦੇ ਆ। ਸੋ ਭੰਮ ਸਾਹਿਬ, ਮੈਂ ਸਮਝਦਾ ਵੀ ਜੋ ਆਪਣੀਆਂ ਅੱਖਾਂ ਖੋਲ ਕੇ ਦੇਖਣ, ਕਿਉਂ ਜੇ ਕਬੂਤਰ ਦੇਖੋ ਅੱਖਾਂ ਬੰਦ ਕਰ ਲੈਂਦਾ ਹੈ, ਅੱਖਾਂ ਮੀਚ ਲੈਂਦਾ ਹੈ, ਤਾਂ ਜਿਹੜੀ ਬਿੱਲੀ ਹੈ ਉਹ ਆਪਣਾ ਰਸਤਾ ਨਹੀਂ ਬਦਲਦੀ ਜੀ, ਉਹ ਫੇਰ ਵੀ ਖੰਭ ਖਿਲਾਰ ਦਿੰਦੀ ਹੈ ਉਸ ਕਬੂਤਰ ਦੇ। ਸੋ ਮੈਂ ਸਮਝਦਾ ਵੀ ਉਹਨਾਂ ਨੂੰ ਜਿਹੜੇ ਕਲਾਈਮੇਟ ਚੇਂਜ ਨੂੰ ਡਿਨਾਈ ਕਰਦੇ ਆ ਉਹਨਾਂ ਨੂੰ ਵੀ ਆਪਣੀਆਂ ਅੱਖਾਂ ਖੋਲ ਕੇ
ਹੁਣ ਦੇਖਣਾ ਚਾਹੀਦਾ ਆਲੇ ਦੁਆਲੇ ਸਾਨੂੰ ਵੀ ਸੁਚੇਤ ਕਿ ਕੀ ਵਾਪਰ ਰਿਹਾ, ਤੇ ਸਮਾਜ ਨੂੰ ਵੀ ਹੁਣ ਇਸ ਦੇ ਪ੍ਰਤੀ ਵੱਧ ਜਾਗਰੂਕ ਹੋ ਕੇ ਆਪਣੇ ਜੀਵਨ ਦੇ ਵਿੱਚ ਕੋਈ ਐਕਸ਼ਨ ਇਹੋ ਜਿਹਾ ਇਨਕਲੂਡ ਕਰਨਾ ਚਾਹੀਦਾ ਹੈ ਕਿ ਜਿਸ ਦੇ ਨਾਲ ਅਸੀਂ ਇਸ ਕਲਾਈਮੇਟ ਚੇਂਜ ਨੂੰ ਰੋਕ ਸਕੀਏ। ਭਾਮ ਸਾਹਿਬ, ਸਭ ਤੋਂ ਪਹਿਲਾਂ ਤਾਂ ਜੇ ਆਪਾਂ ਕਲਾਈਮੇਟ ਚੇਂਜ ਦੀ ਜਾਂ ਵਾਤਾਵਰਣ ਦੀ ਤਬਦੀਲੀ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਇਸ ਨੂੰ ਲੇਟ 80s ਦੇ ਵਿੱਚ ਥੋੜਾ ਜਿਹਾ ਇਹਦੀ ਪਰਿਭਾਸ਼ਿਤ ਕੀਤਾ ਜਾਣ ਲੱਗਿਆ, ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਨੂੰ। ਗਲੋਬਲ ਵਾਰਮਿੰਗ ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਆਲਮੀ ਤਪਸ਼ ਦਾ ਨਾਮ ਦਿੰਦੇ ਹਾਂ। ਸੋ ਜਿਹੜੀ ਭਾਮ ਸਾਹਿਬ ਲੌਂਗ ਟਰਮ ਸ਼ਿਫਟ ਹੈ ਟੈਂਪਰੇਚਰ ਦੇ ਵਿੱਚ, ਇੱਕ ਜਿਹੜਾ ਐਵਰੇਜ ਟੈਂਪਰੇਚਰ ਹੈ ਪ੍ਰਿਥਵੀ ਦਾ, ਉਹਦੇ ਵਿੱਚ ਜਿਹੜੀ ਇੱਕ ਲੌਂਗ ਟਰਮ ਸ਼ਿਫਟ ਹੈ, ਲੰਬੇ ਸਮੇਂ ਦੇ ਦੌਰਾਨ ਜਿਹੜਾ ਉਹਦਾ ਪਾਰਾ ਵੱਧ ਰਿਹਾ ਹੈ ਜੀ, ਤੇ ਜਿਹੜੇ ਫਿਰ ਵੈਦਰ ਪੈਟਰਨਸ ਹੈ, ਯਾਨੀ ਕਿ ਜਿਹੜੇ ਸਾਡਾ ਮੌਸਮ ਦੇ ਜਿਹੜੇ ਪੈਟਰਨ ਹੈ ਜੀ, ਇਹਨਾਂ ਦੇ ਵਿੱਚ ਜਿਹੜੀ ਚੇਂਜ ਆ ਰਹੀ ਹੈ ਉਸ ਨੂੰ ਕਲਾਈਮੇਟ ਚੇਂਜ ਦਾ ਨਾਮ ਦਿੱਤਾ ਗਿਆ। ਹੁਣ ਇਹ ਕੁਦਰਤੀ ਵੀ ਹੋ ਸਕਦੀ ਹੈ ਭਾਮ ਸਾਹਿਬ ਜੀ, ਤੇ ਇਹ ਗੈਰ ਕੁਦਰਤੀ ਯਾਨੀ ਮਨੁੱਖ ਦੀ ਦੇਣ ਵੀ ਹੋ ਸਕਦੀ ਹੈ। ਕੁਦਰਤੀ ਇਸ ਤਰ੍ਹਾਂ ਹੋ ਸਕਦੀ ਹੈ ਜਿਸ ਤਰ੍ਹਾਂ ਦੇਖੋ ਵੀ ਜਿਹੜੀ ਕਲਾਈਮੇਟ ਚੇਂਜ ਹੈ ਉਹ ਪ੍ਰਿਥਵੀ ਦੇ ਉੱਤੇ ਮਨੁੱਖ ਦੀ ਹੋਣ ਤੋਂ ਪਹਿਲਾਂ ਵੀ ਹੋਈ ਹੈ, ਜੋ ਵਿਗਿਆਨਕ ਇਸ ਚੀਜ਼ ਦੇ ਸਾਡੇ ਕੋਲ ਤੱਥ ਮੌਜੂਦ ਹੈ, ਕਿਉਂਕਿ ਇਸੇ ਚੀਜ਼ ਦਾ ਹਵਾਲਾ ਉਹ ਲੋਕ ਦਿੰਦੇ ਆ ਜਿਹੜੇ ਕਲਾਈਮੇਟ ਚੇਂਜ ਨੂੰ ਡਿਨਾਈ ਕਰਦੇ ਆ। ਉਹ ਕਹਿੰਦੇ ਆ ਵੀ ਜਦ ਤੱਕ ਮਨੁੱਖ ਨੇ ਹੋਂਦ ਵਿੱਚ ਵੀ ਨਹੀਂ ਆਇਆ ਸੀ, ਮਨੁੱਖ ਨੇ ਕੋਈ ਫੋਸਲ ਫਿਊਲ ਨਹੀਂ ਡਿਸਕਵਰ ਕੀਤੇ ਸੀ, ਕੋਈ ਮੋਟਰ ਨਹੀਂ ਬਣੀ ਸੀ, ਕੋਈ ਇੰਜਨ ਕੋਲ ਇੰਜਨ ਨਹੀਂ ਸੀ ਬਣਿਆ, ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਵੀ ਜੋ ਅਸੀਂ ਜਿਹਨੂੰ ਅਸੀਂ ਜ਼ਿੰਮੇਵਾਰ ਮੰਨਦੇ ਹਾਂ, ਜਿਹਨੂੰ ਮਨੁੱਖੀ ਐਕਸ਼ਨਸ ਨੂੰ ਜ਼ਿੰਮੇਵਾਰ ਮੰਨਦੇ ਹਾਂ, ਵੀ ਉਦੋਂ ਪਹਿਲਾਂ ਵੀ ਕਲਾਈਮੇਟ ਚੇਂਜ ਹੋਇਆ। ਜਿਸ ਤਰ੍ਹਾਂ ਉਹ ਕਹਿੰਦੇ ਆ ਜੋ ਡਾਇਨਾਸੌਰ ਹੈ ਉਹ ਵੀ ਇਸੇ ਕਾਰਨ ਖਤਮ ਹੋਇਆ ਕਿਉਂਕਿ ਕਲਾਈਮੇਟ ਚੇਂਜ ਉਸ ਵੇਲੇ ਹੋ ਗਈ ਸੀ। ਸੋ ਭਾਮ ਸਾਹਿਬ ਇਹਦੇ ਵਿੱਚ ਵੀ ਇੱਕ ਚਲੋ ਸਾਇੰਟੀਫਿਕ ਤੱਥ ਹੈ, ਕਿਉਂਕਿ ਦੇਖੋ ਜੇ ਕੋਈ ਜਵਾਲਾਮੁਖੀ ਵਿਸਫੋਟ ਹੁੰਦਾ ਹੈ ਕੁਦਰਤੀ ਤੌਰ ਦੇ ਉੱਤੇ, ਉਹ ਬਹੁਤ ਸਾਰੀ ਜਿਹੜੀਆਂ ਕਾਰਬਨ ਗੈਸਿਸ ਹੈ ਉਹ ਐਟਮੋਸਫੇਅਰ ਦੇ ਵਿੱਚ ਛੱਡਦਾ ਹੈ, ਜਾਂ ਹੋਰ ਕੋਈ ਅਜਿਹੇ ਐਕਸਟ੍ਰੀਮ ਈਵੈਂਟਸ ਹੁੰਦੇ ਹੈ, ਉਹਦੇ ਨਾਲ ਵੀ ਵਾਤਾਵਰਨ ਚੇਂਜ ਹੋ ਸਕਦੀ ਹੈ ਕੁਦਰਤੀ ਤੌਰ ਦੇ ਉੱਤੇ। ਪਰ ਭਾਮ ਸਾਹਿਬ ਜਿਹੜੀ 1800ਵਿਆਂ ਤੋਂ ਲੈ ਕੇ ਯਾਨੀ ਕਿ 19ਵੀਂ ਸਦੀ ਦੇ ਵਿੱਚ ਜਿਹੜੀ ਹਿਊਮਨ ਐਕਟੀਵਿਟੀਜ਼ ਹੈ, ਜਿਹੜੇ ਮਨੁੱਖੀ ਕਾਰਨ ਹੈ, ਉਹੀ ਪ੍ਰਮੁੱਖ ਕਾਰਨ ਬਣੇ ਹੈ ਵਾਤਾਵਰਨ ਚੇਂਜ ਦੇ, ਕਲਾਈਮੇਟ ਚੇਂਜ ਦੇ। ਸੋ ਇਹ ਸਾਇੰਟੀਫਿਕਲੀ ਇੱਕ ਤੱਥ ਇਹ ਦਿੱਤਾ ਜਾਂਦਾ ਹੈ, ਕਿਉਂਕਿ 19ਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਫਿਰ ਜਿਹੜਾ ਮਨੁੱਖ ਹੈ ਉਸਨੇ ਜਿਹੜੇ ਫੋਸਲ ਫਿਊਲ ਹੈ ਜਿਵੇਂ ਕੋਲਾ ਹੋ ਗਿਆ, ਪੈਟਰੋਲੀਅਮ ਹੋ ਗਿਆ, ਕੰਸਟਰਕਸ਼ਨ ਐਕਟੀਵਿਟੀਜ਼ ਹੋ ਗਈ, ਉਹਦੇ ਨਾਲ ਫਿਰ ਜਿਹੜੀ ਬਹੁਤ ਸਾਰੀ ਜਿਹੜੀ ਕਾਰਬਨ ਡਾਈਆਕਸਾਈਡ ਸੀਗੀ ਜਾਂ ਕਾਰਬਨ ਮੋਨੋਆਕਸਾਈਡ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਗੈਸਿਸ ਜਿਹੜੀਆਂ ਆਲਮੀ ਤਪਸ਼ ਦੇ ਵਿੱਚ ਕੰਟਰੀਬਿਊਟ ਕਰਦੀਆਂ ਨੇ, ਜਿਹੜੀਆਂ ਆਲਮੀ ਤਪਸ਼ ਦਾ ਕਾਰਨ ਬਣਦੀਆਂ ਨੇ, ਉਹਨਾਂ ਨੂੰ ਵਾਤਾਵਰਨ ਦੇ ਵਿੱਚ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉਸ ਦੇ ਕਾਰਨ ਭਾਮ ਸਾਹਿਬ ਜੋ ਆਬਜ਼ਰਵ ਕੀਤਾ ਗਿਆ ਹੈ ਕਿ ਜਿਹੜੀ ਪ੍ਰਿਥਵੀ ਹੈ ਹੁਣ ਉਹ 1.1 ਡਿਗਰੀ ਸੈਲਸੀਅਸ ਜ਼ਿਆਦਾ ਉਸਦਾ ਤਾਪਮਾਨ ਹੈ, ਜਿਹੜੀ 19ਵੀਂ ਸਦੀ ਦੇ ਅੰਤ ਤੋਂ ਜੇ ਆਪਾਂ ਹੁਣ ਨਾਲ ਕੰਪੇਅਰ ਕਰੀਏ ਜੀ ਤਾਂ 1.1 ਡਿਗਰੀ ਸੈਲਸੀਅਸ ਜਿਹੜੀ ਸਾਡੀ ਤਪਸ਼ ਵਧੀ ਹੈ। ਤੇ ਜਿਹੜਾ ਆਖਰੀ ਡੈਕੇਡ ਸੀ ਭਾਮ ਸਾਹਿਬ 2011 ਤੋਂ ਲੈ ਕੇ 2020 ਤੱਕ, ਉਹ ਹੁਣ ਤੱਕ ਦਾ ਰਿਕਾਰਡਡ ਜਿਹੜਾ ਸੀਗਾ ਉਹ ਵਾਰਮੈਸਟ 10 ਸਾਲ ਸੀਗੇ, ਸਭ ਤੋਂ ਤਪਸ਼ ਵਾਲੇ 10 ਸਾਲ ਜਿਹੜੇ ਰਿਕਾਰਡਡ ਹਿਸਟਰੀ ਦੇ ਵਿੱਚ ਜੀ, ਉਹ 2011 ਤੋਂ ਲੈ ਕੇ ਜਿਹੜੇ 20 ਤੱਕ ਸੀਗੇ। ਸੋ ਭਾਮ ਸਾਹਿਬ ਇਹ ਕਲੀਅਰਲੀ ਸਾਨੂੰ ਹੁਣ ਇਹ ਹੁੰਦਾ ਦਿਖ ਰਿਹਾ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਦਿਖ ਰਿਹਾ ਹੈ ਜਿਹੜਾ ਕਲਾਈਮੇਟ ਚੇਂਜ ਹੈ, ਤੇ ਉਹਨੂੰ ਜਿਹੜਾ ਟਰੇਸ ਕੀਤਾ ਜਾ ਸਕਦਾ ਹੈ ਹਿਊਮਨ ਐਕਸ਼ਨਸ ਦੇ ਉੱਤੇ। ਸੋ ਭਾਮ ਸਾਹਿਬ ਦੂਸਰੀ ਜਿਹੜੀ ਚੀਜ਼ ਹੈ ਜਿਸ ਨੂੰ ਪਰਿਭਾਸ਼ਿਤ ਕਰਨਾ ਜ਼ਰੂਰੀ ਹੈ, ਜਿਹੜੀ ਕਲਾਈਮੇਟ ਚੇਂਜ ਦੇ ਨਾਲ ਜੁੜੀ ਹੋਈ ਹੈ ਤੇ ਜਿਹੜੀ ਪ੍ਰਮੁੱਖ ਕਾਰਨ ਹੈ ਕਲਾਈਮੇਟ ਚੇਂਜ ਦਾ, ਉਹ ਹੈ ਗਲੋਬਲ ਵਾਰਮਿੰਗ ਜੀ, ਜਾਣੀ ਕਿ ਆਲਮੀ ਤਪਸ਼। ਸੋ ਗਲੋਬਲ ਵਾਰਮਿੰਗ ਦਾ ਫਿਨੋਮੀਨਾ ਇਹ ਹੈ ਭਾਮ ਸਾਹਿਬ ਕਿ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਹੈ ਜਿਸ ਚੋਂ ਸਭ ਤੋਂ ਪ੍ਰਮੁੱਖ ਤਾਂ ਹੈ ਕਾਰਬਨ ਡਾਈਆਕਸਾਈਡ। ਸੋ ਇਹ ਜਦ ਭਾਮ ਸਾਹਿਬ ਦੇ ਵਿੱਚ ਆਪਣੇ এনवायरमेंट ਦੇ ਵਿੱਚ ਰਿਲੀਜ਼ ਹੁੰਦੀ ਹੈ, ਐਟਮੋਸਫੇਅਰ ਦੇ ਵਿੱਚ ਰਿਲੀਜ਼ ਹੁੰਦੀ ਹੈ, ਤਾਂ ਇਹ ਕੰਬਲਨੁਮਾ ਪਰਤ ਬਣਾ ਲੈਂਦੀ ਹੈ,
ਜਿਸ ਤਰ੍ਹਾਂ ਗ੍ਰੀਨ ਹਾਊਸ ਦੀ ਆਪਾਂ ਉਦਾਹਰਨ ਲਈਏ, ਖੇਤੀਬਾੜੀ ਦੇ ਲਈ ਗ੍ਰੀਨ ਹਾਊਸ ਯੂਜ਼ ਕੀਤਾ ਜਾਂਦਾ ਹੈ। ਉਹਦਾ ਕੀ ਕਾਰਨ ਹੁੰਦਾ ਹੈ, ਉਹ ਕਿਉਂ ਯੂਜ਼ ਕੀਤਾ ਜਾਂਦਾ ਹੈ? ਠੰਡੇ ਤਾਪਮਾਨ ਦੇ ਵਿੱਚ ਉਹ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਜਿਹੜੀ ਗਰਮੀ ਹੈ ਉਹਨੂੰ ਟਰੈਪ ਕੀਤਾ ਜਾ ਸਕੇ, ਗ੍ਰੀਨ ਹਾਊਸ ਦੇ ਅੰਦਰ ਜਿਹੜਾ ਤਾਪਮਾਨ ਹੈ ਉਹਨੂੰ ਵਧਾਇਆ ਜਾ ਸਕੇ ਜੀ। ਬਿਲਕੁਲ ਇਸੇ ਤਰ੍ਹਾਂ ਭੰਮ ਸਾਹਿਬ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹ ਇੱਕ ਗ੍ਰੀਨ ਹਾਊਸ ਦਾ ਕੰਮ ਕਰਦੀ ਹੈ ਸਾਰੀ ਪ੍ਰਿਥਵੀ ਦੇ ਲਈ। ਉਹ ਜਿਹੜੀ ਸੂਰਜ ਦੀ ਤਪਸ਼ ਜਿਹੜੀ ਆਉਂਦੀ ਹੈ, ਜਿਸ ਨੇ ਵਾਪਸ ਜਿਹੜਾ ਅੰਤਰਿਕਸ਼ ਦੇ ਵਿੱਚ ਉਸਨੇ ਰਿਲੀਜ਼ ਹੋ ਜਾਣਾ ਸੀ, ਉਹਨੂੰ ਇਹ ਧਰਤੀ ਦੀ ਸਤ੍ਹਾ ਦੇ ਉੱਤੇ ਇਹ ਟਰੈਪ ਕਰ ਲੈਂਦੀ ਹੈ ਗ੍ਰੀਨ ਹਾਊਸ ਦੀ ਤਰ੍ਹਾਂ ਕੰਮ ਕਰਕੇ, ਉਹਨੂੰ ਅੰਦਰ ਹੀ ਰੱਖਦੀ ਹੈ, ਜਿਸ ਦੇ ਕਾਰਨ ਫਿਰ ਜਿਹੜਾ ਧਰਤੀ ਦਾ ਤਾਪਮਾਨ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ। ਸੋ ਭੰਮ ਸਾਹਿਬ ਜਿੰਨੀ ਕਾਰਬਨ ਡਾਈਆਕਸਾਈਡ ਵਾਤਾਵਰਨ ਦੇ ਵਿੱਚ ਜਾਵੇਗੀ ਉਨੀ ਆਲਮੀ ਤਪਸ਼ ਹੈ ਜਿਹੜੀ ਗਲੋਬਲ ਵਾਰਮਿੰਗ ਹੈ ਉਹ ਵਧੇਗੀ। ਜਿੰਨੀ ਗਲੋਬਲ ਵਾਰਮਿੰਗ ਵਧੇਗੀ ਉਹਦਾ ਫਿਰ ਜਿਹੜਾ ਰਿਜ਼ਲਟ ਹੈ, ਉਹਦਾ ਜਿਹੜਾ ਅਸਰ ਹੈ ਉਹ ਤੁਹਾਨੂੰ ਕਲਾਈਮੇਟ ਚੇਂਜ ਦੇ ਰੂਪ ਦੇ ਵਿੱਚ ਉਹ ਦੇਖਣਾ ਸਾਰੀ ਧਰਤੀ ਦੇ ਉੱਤੇ ਉਹ ਸ਼ੁਰੂ ਹੋ ਜਾਊਗਾ। ਉਹਦਾ ਮਤਲਬ ਇਹ ਨਹੀਂ ਵੀ ਕਿਸੇ ਇੱਕ ਚੀਜ਼ ਦੇ ਵਿੱਚ ਦਿਖੂਗਾ, ਉਹ ਜੋ ਅੱਗੇ ਵੀ ਅਸੀਂ ਡਿਸਕਸ ਕਰਾਂਗੇ ਉਹਦਾ ਜਿਹੜਾ ਅਸਰ ਹੈ ਤੁਹਾਨੂੰ ਸਭ ਕਿਤੇ, ਕੋਈ ਮੁਲਕ ਉਸ ਤੋਂ ਸੁਰੱਖਿਅਤ ਨਹੀਂ, ਕੋਈ ਸਮੁੰਦਰ ਸੁਰੱਖਿਅਤ ਨਹੀਂ, ਕੋਈ ਕਮਿਊਨਿਟੀ ਸੁਰੱਖਿਅਤ ਨਹੀਂ। ਬਿਲਕੁਲ। ਸੋ ਚਾਰੇ ਪਾਸੇ ਤੁਹਾਨੂੰ ਜਿਹੜਾ ਉਹਦਾ ਅਸਰ ਹੈ ਉਹ ਦਿਖਣਾ ਸ਼ੁਰੂ ਹੋ ਜਾਏਗਾ। ਸੋ ਇਹ ਦੋ ਚੀਜ਼ਾਂ ਨੇ ਭੰਮ ਸਾਹਿਬ ਜਿਹੜੀਆਂ ਇਹ ਇਕੱਠੀਆਂ ਹੈਂਡ ਇਨ ਹੈਂਡ ਚੱਲਦੀਆਂ ਨੇ, ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਇੱਕ ਤਾਂ ਜਿਹੜਾ ਗ੍ਰੀਨ ਹਾਊਸ ਇਫੈਕਟ ਜਿਸ ਦੀ ਅਸੀਂ ਗੱਲ ਕੀਤੀ, ਦੂਸਰਾ ਗਲੋਬਲ ਗ੍ਰੀਨ ਹਾਊਸ ਇਫੈਕਟ ਦੇ ਕਾਰਨ ਗਲੋਬਲ ਵਾਰਮਿੰਗ, ਤੇ ਗਲੋਬਲ ਵਾਰਮਿੰਗ ਦੇ ਕਾਰਨ ਫਿਰ ਅੱਗੇ ਜੋ ਹੁੰਦਾ ਹੈ ਉਹ ਕਲਾਈਮੇਟ ਚੇਂਜ। ਜੀ 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 ਗਿੱਲ ਸਾਹਿਬ, ਫਿਰ ਜਿਹੜਾ ਕਲਾਈਮੇਟ ਚੇਂਜ ਹੈ ਜੀ, ਇਹਦੇ ਕਿੰਨਾ ਕਾਰਨਾਂ ਕਰਕੇ ਇਹ ਚੇਂਜ ਹੋਣ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜੀ? ਭੰਮ ਸਾਹਿਬ, ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਕਿ ਇਹਦੇ ਚੇਂਜ ਹੋਣ ਦੇ ਕੁਦਰਤੀ ਕਾਰਨ ਵੀ ਹੋ ਸਕਦੇ ਆ ਤੇ ਗੈਰ ਕੁਦਰਤੀ ਕਾਰਨ ਵੀ ਹੈਗੇ ਆ। ਕੁਦਰਤੀ ਕਾਰਨਾਂ ਦੀ ਅਸੀਂ ਜ਼ਿਕਰ ਪਹਿਲਾਂ ਕੀਤਾ ਵੀ ਕੁਦਰਤੀ ਕਾਰਨ ਜਿਵੇਂ ਕੋਈ ਐਕਸਟ੍ਰੀਮ ਕਲਾਈਮੈਟਿਕ ਇਵੈਂਟ ਹੋ ਜਾਂਦਾ, ਜਿਵੇਂ ਕੋਈ ਜਿਸ ਤਰ੍ਹਾਂ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਜਵਾਲਾਮੁਖੀ ਦਾ ਵਿਸਫੋਟ ਹੋ ਜਾਂਦਾ ਹੈ, ਜਿਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਾਰਬਨ ਗੈਸਿਸ ਹੈ ਉਹ ਐਟਮੋਸਫੇਅਰ ਦੇ ਵਿੱਚ ਰਿਲੀਜ਼ ਹੋ ਜਾਂਦੀਆਂ ਨੇ। ਉਹਦੇ ਕਰਕੇ ਵੀ ਕਲਾਈਮੇਟ ਦਾ ਦੇਖੋ ਉਹਦਾ ਫਰਕ ਪੈ ਸਕਦਾ ਹੈ। ਜਿਹੜੇ ਮਨੁੱਖੀ ਕਾਰਨ ਨੇ, ਪਰ ਭੰਮ ਸਾਹਿਬ ਜੋ ਅੱਜ ਦੇ ਜ਼ਮਾਨੇ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਿਹੜੇ ਮਨੁੱਖੀ ਕਾਰਨ ਹੈ ਉਹੀ ਰਿਸਪੌਂਸੀਬਲ ਹੈ ਕਲਾਈਮੇਟ ਚੇਂਜ ਦੇ ਵਾਸਤੇ ਜੀ। ਕਿਉਂਕਿ ਜੇ ਇਸ ਦਾ ਓਰੀਜਨ ਦੇਖੀਏ, ਜੇ ਇਤਿਹਾਸਕ ਤੌਰ ਤੇ ਦੇਖੀਏ ਭੰਮ ਸਾਹਿਬ, ਤਾਂ 18ਵੀਂ ਸਦੀ ਦੇ ਮੁੱਢ ਤੋਂ ਲੈ ਕੇ ਫਿਰ ਉਹ 100 ਸਾਲ ਦਾ ਜਿਹੜਾ ਅਰਸਾ ਚੱਲਿਆ, ਉਦੋਂ ਵੈਸਟ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ ਆਇਆ। ਇੰਡਸਟਰੀਅਲ ਰੈਵੋਲਿਊਸ਼ਨ ਦਾ ਜੋ ਮੁੱਢ ਭੰਮ ਸਾਹਿਬ ਬੰਨ੍ਹਿਆ ਗਿਆ ਉਹ ਕੋਲੇ ਦੀ ਵਰਤੋਂ ਤੋਂ ਬੰਨ੍ਹਿਆ ਗਿਆ। ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਇੰਡਸਟਰੀਅਲ ਰੈਵੋਲਿਊਸ਼ਨ ਸੀ, ਯਾਨੀ ਕਿ ਜਿਹੜਾ ਇੰਡਸਟਰੀਅਲ ਕ੍ਰਾਂਤੀ, ਉਹ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਆਈ ਜੀ, ਜਦ ਸਟੀਮ ਇੰਜਨ ਦੀ ਉੱਥੇ ਇਜਾਦ ਹੋਈ। ਸਟੀਮ ਇੰਜਨ ਜਿਸ ਨੂੰ ਕੋਲੇ ਨੂੰ ਵਰਤ ਕੇ ਸਟੀਮ ਬਣਾਈ ਜਾਂਦੀ ਸੀਗੀ, ਭਾਪ ਬਣਾਈ ਜਾਂਦੀ ਸੀ, ਉਹਦੇ ਨਾਲ ਫਿਰ ਟ੍ਰੇਨਾਂ, ਕਾਰਖਾਨੇ, ਸਪਿਨਿੰਗ ਜੈਨੀਜ਼ ਜਿਹੜੀਆਂ, ਤੇ ਹੋਰ ਉਹਦਾ ਹਰੇਕ ਚੀਜ਼ ਦੇ ਵਿੱਚ ਫਿਰ ਉਹਦਾ ਇਸਤੇਮਾਲ ਹੋਣ ਲੱਗ ਗਿਆ, ਜਿਸ ਦੇ ਨਾਲ ਫਿਰ ਉਹਨੇ ਜਿਹੜੀ ਪ੍ਰੋਡਕਸ਼ਨ ਸੀਗੀ, ਇੰਡਸਟਰੀਅਲ ਪ੍ਰੋਡਕਸ਼ਨ ਸੀ, ਉਹਦੀ ਸਾਰੀ ਰੂਪ ਰੇਖਾ ਬਦਲ ਦਿੱਤੀ ਤੇ ਜਿਹੜੀ ਉਹਨੂੰ ਮਤਲਬ ਇੱਕ ਵੱਖਰੇ ਪੱਧਰ ਦੇ ਉੱਤੇ ਲੈ ਗਈ। ਕਿਉਂਕਿ ਜਿਹੜੇ ਪਹਿਲਾਂ ਕਾਰਖਾਨੇ ਹੁੰਦੇ ਸੀ ਉਹ ਇੰਨੇ ਆਰਗੇਨਾਈਜ਼ ਨਹੀਂ ਹੁੰਦੇ ਸੀ, ਉਹ ਜਿਹੜੀ ਮਨੁੱਖੀ ਲੇਬਰ ਹੈ ਉਹਦੇ ਉੱਤੇ ਡਿਪੈਂਡ ਕਰਦੇ ਸੀ। ਪਰ ਫਿਰ ਭੰਮ ਸਾਹਿਬ ਕੋਲੇ ਦਾ ਇਸਤੇਮਾਲ ਕਰਕੇ ਸਟੀਮ ਇੰਜਨ ਦੇ ਵਿੱਚ ਜਦ ਪ੍ਰੋਡਕਸ਼ਨ ਸ਼ੁਰੂ ਹੋਈ, ਉਦੋਂ ਫਿਰ ਜਿਹੜਾ ਹੈ ਮਨੁੱਖੀ ਸੱਭਿਅਤਾ ਦਾ ਇੱਕ ਤਰ੍ਹਾਂ ਸਾਰਾ ਚਿਹਰਾ ਬਦਲ ਗਿਆ ਤੇ ਜਿਹੜੀ ਫਿਰ ਉਸ ਨੂੰ ਇੰਡਸਟਰੀਅਲ ਰੈਵੋਲਿਊਸ਼ਨ ਕਿਹਾ ਗਿਆ, ਕਿਉਂਕਿ ਪ੍ਰੋਡਕਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ ਗਈ ਉਸ ਦੇ ਕਾਰਨ ਜੀ। ਸੋ ਫਿਰ ਭੰਮ ਸਾਹਿਬ ਨੈਚੁਰਲ ਹੈ ਕਿ ਉਦੋਂ ਜਿਹੜੇ ਇਹ ਸਾਡੇ ਫੋਸਿਲ ਫਿਊਲ ਹੈ ਉਹਨਾਂ ਦੀ ਵੱਡੇ ਪੱਧਰ ਦੇ ਉੱਤੇ ਜਿਹੜੀ ਇਸਤੇਮਾਲ ਹੈ ਉਹ ਵੀ ਫਿਰ ਉਦੋਂ ਹੀ ਜਿਹੜਾ ਵੈਸਟ ਦੇ ਵਿੱਚ, ਯੂਰਪ ਦੇ ਵਿੱਚ, ਵੈਸਟਰਨ ਯੂਰਪ ਦੇ ਵਿੱਚ ਉਹ ਸ਼ੁਰੂ ਹੋ ਗਈ ਸੀ। ਫਿਰ ਹੌਲੀ ਹੌਲੀ ਭੰਮ ਸਾਹਿਬ ਦੇਖੋ ਇੰਡਸਟਰੀਅਲ ਰੈਵੋਲਿਊਸ਼ਨ ਸਾਰੀ ਦੁਨੀਆ ਦੇ ਵਿੱਚ ਪਹੁੰਚਿਆ।
ਫਿਰ ਇੰਡਸਟਰੀ, ਕਿਉਂਕਿ ਇੰਡਸਟਰੀਅਲ ਰੈਵੋਲੂਸ਼ਨ ਦੇ ਕਾਰਨ ਜਿਹੜਾ ਬਸਤੀਵਾਦ ਵੀ ਫਿਰ ਉੱਥੋਂ ਸ਼ੁਰੂ ਹੁੰਦਾ ਹੈ, ਕਿਉਂਕਿ ਜਦ ਪ੍ਰੋਡਕਸ਼ਨ ਇੰਨੀ ਹੋ ਗਈ ਫਿਰ ਆਪਣੀ ਪ੍ਰੋਡਕਸ਼ਨ ਨੂੰ ਮਾਰਕੀਟ ਕਰਨ ਦੇ ਵਾਸਤੇ ਜਿਹੜੀਆਂ ਇੰਡਸਟਰੀਅਲ ਪਾਵਰ ਸੀਗੀਆਂ, ਚਾਹੇ ਉਹ ਸਪੇਨ ਸੀ, ਚਾਹੇ ਇੰਗਲੈਂਡ ਸੀ, ਚਾਹੇ ਉਹ ਹਾਲੈਂਡ ਸੀ, ਉਹਨਾਂ ਨੇ ਨਵੀਆਂ ਬਸਤੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਉੱਥੇ ਫਿਰ ਜਿਹੜਾ ਕਲੋਨੀਅਲ ਸਿਸਟਮ ਚਲਾ ਕੇ ਆਪਣੀਆਂ ਜਿਹੜੀਆਂ ਪ੍ਰੋਡਿਊਸਡ ਗੁੱਡ ਸੀਗੀਆਂ, ਉਹ ਕੱਚਾ ਮਾਲ ਵੀ ਉੱਥੋਂ ਲਿਆ ਆਪਣੀਆਂ ਕਾਲੋਨੀਜ਼ ਦੇ ਵਿੱਚੋਂ, ਭਾਰਤ ਵਰਗੀਆਂ ਕਾਲੋਨੀਜ਼ ਦੇ ਵਿੱਚੋਂ, ਫਿਰ ਉੱਥੇ ਫਿਨਿਸ਼ਡ ਗੁੱਡਸ ਵੇਚੇ। ਉਹਨਾਂ ਦੇ ਨਾਲ ਭੰਮ ਸਾਹਿਬ ਫਿਰ ਨੈਚੁਰਲ ਹੈ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਵੀ ਹੈ ਕੁਝ ਪੱਧਰ ਦੇ ਉੱਤੇ ਉਹ ਸਾਰੀ ਦੁਨੀਆ ਦੇ ਵਿੱਚ ਟਰੈਵਲ ਕੀਤਾ ਤੇ ਉਹਦੇ ਨਾਲ ਫਿਰ ਜਿਹੜਾ ਫੋਸਿਲ ਫਿਊਲ ਦਾ ਇਸਤੇਮਾਲ ਹੈ, ਚਾਹੇ ਉਹ ਕੋਲਾ ਹੋ ਗਿਆ, ਚਾਹੇ ਉਹ ਕੱਚਾ ਤੇਲ, ਉਦੋਂ ਬਾਅਦ ਤੇਲ ਹੋ ਗਿਆ, ਰਿਫਾਈਨਡ ਤੇਲ ਹੋ ਗਿਆ, ਉਹਦਾ ਇਸਤੇਮਾਲ ਦੁਨੀਆ ਭਰ ਦੇ ਵਿੱਚ ਹੋਣ ਲੱਗਿਆ। ਤੇ ਭੰਮ ਸਾਹਿਬ ਉਹ ਹੁਣ ਅੱਜ ਦੇ ਦੌਰ ਦੇ ਵਿੱਚ ਉਹੀ ਜਿਹੜਾ ਫੋਸਿਲ ਫਿਊਲ ਹੈ ਜਿਸ ਦੇ ਇਸਤੇਮਾਲ ਵੱਡੇ ਪੱਧਰ ਤੇ ਅੱਜ ਵੀ ਕੀਤਾ ਜਾ ਰਿਹਾ ਹੈ ਤੇ ਉਹ ਇੰਡਸਟਰੀਅਲ ਰੈਵੋਲੂਸ਼ਨ ਤੋਂ ਸ਼ੁਰੂ ਹੋਇਆ। ਸਭ ਤੋਂ ਵੱਧ ਪ੍ਰਮੁੱਖ ਕਾਰਨ ਜਿਹੜਾ ਕਾਰਬਨ ਡਾਈਆਕਸਾਈਡ ਰਿਲੀਜ਼ ਹੋਣ ਦਾ ਐਟਮੋਸਫੀਅਰ ਦੇ ਵਿੱਚ ਉਹੀ ਬਣਿਆ। ਉੱਥੋਂ ਫਿਰ ਜਿਹੜਾ ਮੁੱਢ ਹੈ ਉਹ ਵੱਜਿਆ ਗਿਆ। ਸੋ ਦੂਜਾ ਭੰਮ ਸਾਹਿਬ ਜਿਵੇਂ ਦੇਖੋ ਆਬਾਦੀ ਦੁਨੀਆ ਦੇ ਵਿੱਚ ਵਧਣ ਲੱਗੀ ਇਨਸਾਨਾਂ ਦੀ, ਸਾਡੀ ਸੱਭਿਅਤਾ ਦੀ, ਉਸ ਦੇ ਨਾਲ ਫਿਰ ਭੰਮ ਸਾਹਿਬ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਖਵਾਉਣ ਦੇ ਲਈ, ਉਹਨਾਂ ਦਾ ਢਿੱਡ ਭਰਨ ਦੇ ਲਈ, ਉਹਨਾਂ ਨੂੰ ਛੱਤ ਦੇਣ ਦੇ ਲਈ ਤੇ ਹੋਰ ਜੋ ਮਨੁੱਖੀ ਜੋ ਲੋੜਾਂ ਨੇ ਉਹਨਾਂ ਦੀ ਪੂਰਤੀ ਦੇ ਲਈ ਰਿਸੋਰਸਿਸ ਦਾ ਇਸਤੇਮਾਲ ਹੋਣ ਲੱਗਿਆ। ਇੱਕ ਤਾਂ ਦੇਖੋ ਇਹੀ ਇੰਡਸਟਰੀਅਲ ਰੈਵੋਲੂਸ਼ਨ ਤੇ ਕੋਲ ਦਾ ਇਸਤੇਮਾਲ ਹੁਣ। ਫਿਰ ਇਸ ਦਾ ਜਿਹੜਾ ਦੂਜਾ ਜੋ ਸਿੱਟਾ ਨਿਕਲਿਆ ਉਹ ਨਿਕਲਿਆ ਡੀਫੋਰੈਸਟ੍ਰੇਸ਼ਨ, ਯਾਨੀ ਕਿ ਵੱਡੇ ਪੱਧਰ ਦੇ ਉੱਤੇ ਜੰਗਲਾਂ ਦੀ ਜਿਹੜੀ ਕੱਟ ਵੱਢ। ਸੋ ਜੰਗਲਾਂ ਨੂੰ ਉਜਾੜ ਕੇ ਭੰਮ ਸਾਹਿਬ ਖੇਤੀ ਦੇ ਲਈ, ਕਿਉਂਕਿ ਉਹਨਾਂ ਦੇ ਢਿੱਡ ਭਰਨ ਦੇ ਵਾਸਤੇ ਫਸਲਾਂ ਚਾਹੀਦੀਆਂ ਨੇ ਏਡੀ ਆਬਾਦੀ ਦਾ, ਉਸ ਦੇ ਲਈ ਫਿਰ ਉਸ ਨੂੰ ਜੰਗਲਾਂ ਨੂੰ ਉਜਾੜ ਕੇ ਉੱਥੇ ਫਿਰ ਖੇਤੀਯੋਗ ਜਿਹੜੀ ਜ਼ਮੀਨ ਹੈ ਉਹ ਬਣਾਉਣੀ ਸ਼ੁਰੂ ਕੀਤੀ ਗਈ ਤੇ ਹੋਰ ਮਤਲਬ ਲੋੜਾਂ ਦੇ ਲਈ, ਚਾਹੇ ਫਰਨੀਚਰ ਹੈ, ਚਾਹੇ ਪੇਪਰ ਹੈ, ਚਾਹੇ ਕੁਝ ਵੀ ਹੈ, ਉਹ ਦਰਖਤਾਂ ਦੀ ਕਟਾਈ ਹੋਣ ਲੱਗੀ, ਜਿਸ ਦੇ ਨਾਲ ਦੁਨੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭੰਮ ਸਾਹਿਬ ਡੀਫੋਰੈਸਟ੍ਰੇਸ਼ਨ ਹੋਈ, ਜੰਗਲਾਂ ਦਾ ਉਜਾੜਾ ਹੋਇਆ ਜੀ। ਤੇ ਜਿਹੜੇ ਜੰਗਲ ਹੈ ਭੰਮ ਸਾਹਿਬ, ਜਿਹੜੇ ਦਰਖਤ ਹੈ, ਉਹਨਾਂ ਨੇ ਜਿਹੜੀ ਕਾਰਬਨ ਹੈ ਉਹ ਟਰੈਪ ਕੀਤੀ ਹੁੰਦੀ ਹੈ ਤੇ ਵੈਸੇ ਵੀ ਜਿਹੜੀ, ਕਿਉਂਕਿ ਉਹ ਆਕਸੀਜਨ ਰਿਲੀਜ਼ ਕਰਦੇ ਆ ਤੇ ਜਿਹੜਾ ਕਾਰਬਨ ਡਾਈਆਕਸਾਈਡ ਹੈ ਉਹਨੂੰ ਅਬਜ਼ੌਰਬ ਕਰਦੇ ਆ। ਸੋ ਦਰਖਤਾਂ ਦੀ ਕਟਾਈ ਦੇ ਨਾਲ ਜਿਹੜਾ ਉਹ ਆਰਗੈਨਿਕ ਮਟੀਰੀਅਲ ਸੀ ਉਸ ਦੇ ਵਿੱਚੋਂ ਬੜੇ ਪੱਧਰ ਦੇ ਉੱਤੇ ਫਿਰ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹ ਐਟਮੋਸਫੇਅਰ ਦੇ ਵਿੱਚ ਰਿਲੀਜ਼ ਹੋਈ। ਤੇ ਦੂਸਰਾ ਜਿਹੜਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਜੰਗਲ ਹੈ, ਚਾਹੇ ਜਿਵੇਂ ਐਮਾਜ਼ੋਨ ਦੇ ਜੰਗਲ ਦੇ ਵਾਸਤੇ ਕਿਹਾ ਜਾਂਦਾ ਜਿਹੜਾ ਸਾਊਥ ਅਮਰੀਕਾ ਦੇ ਵਿੱਚ ਹੈ, ਕਿ ਉਹ ਧਰਤੀ ਦੇ ਫੇਫੜੇ, ਉਹ ਹਵਾ ਸਾਫ਼ ਕਰਦੇ। ਸੋ ਡੀਫੋਰੈਸਟ੍ਰੇਸ਼ਨ ਦੇ ਨਾਲ ਫਿਰ ਉਹ ਕਾਰਬਨ ਜਿਹੜਾ ਅਬਜ਼ੌਰਵ ਕਰਨ ਦੀ ਜਿਹੜੀ ਪ੍ਰੋਸੈਸ ਹੈ ਉਹ ਘਟ ਗਈ ਤੇ ਫਿਰ ਜਿਹੜਾ ਕਾਰਬਨ ਹੈ ਉਹ ਐਟਮੋਸਫੀਅਰ ਦੇ ਵਿੱਚ ਘੁਲਣ ਲੱਗ ਪਿਆ, ਜ਼ਿਆਦਾ ਰਹਿਣ ਲੱਗ ਗਿਆ। ਇੰਡਸਟਰੀਅਲਾਈਜੇਸ਼ਨ ਦੀ ਤਾਂ ਅਸੀਂ ਗੱਲ ਕੀਤੀ ਹੈ ਭੰਮ ਸਾਹਿਬ। ਇੰਡਸਟਰੀਅਲਾਈਜੇਸ਼ਨ ਤੇ ਜਿਹੜਾ ਫੋਸਲ ਫਿਊਲ ਹੈ ਉਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ, ਜਿਹੜੀਆਂ ਦੋਨੇ ਚੀਜ਼ਾਂ ਨੇ। ਜਿਹੜਾ ਇੰਡਸਟਰੀਅਲ ਦੇ ਰੈਵੋਲੂਸ਼ਨ ਦੇ ਨਾਲ ਹੀ ਜਿਹੜੀ ਰੈਪਿਡ ਇੰਡਸਟਰੀਅਲਾਈਜੇਸ਼ਨ ਸਾਰੇ ਵਿਸ਼ਵ ਦੇ ਵਿੱਚ ਹੋਣ ਲੱਗੀ। ਵੈਸਟਰਨ ਯੂਰਪ ਤੋਂ ਨਿਕਲ ਕੇ ਫਿਰ ਉਹ ਸਾਰੇ, ਚਾਹੇ ਉਹ ਜਾਪਾਨ ਦੇ ਵਿੱਚ ਵੀ ਫਿਰ ਇੰਡਸਟਰੀਅਲ ਰੈਵੋਲੂਸ਼ਨ ਆ ਗਿਆ, ਸਾਰੇ ਕਿਤੇ ਕਾਲੋਨੀਜ਼ ਦੇ ਵਿੱਚ, ਕਿਉਂਕਿ ਕੁਛ ਨਾ ਕੁਛ ਇੰਡਸਟਰੀ ਉਹਨਾਂ ਨੂੰ ਉੱਥੇ ਵੀ ਲਗਾਉਣੀ ਪਈ ਕਲੋਨੀਅਲ ਪਾਵਰਸ ਨੂੰ। ਤੇ ਜਿਹੜਾ ਇੱਕ ਹੋਰ ਪ੍ਰਮੁੱਖ ਕਾਰਨ ਭੰਮ ਸਾਹਿਬ ਇਹਦਾ ਹੈ ਗਲੋਬਲ ਵਾਰਮਿੰਗ ਦਾ, ਉਹ ਹੈ ਜਿਹੜਾ ਰਿਲੀਜ਼ ਆਫ ਮਿਥੇਨ ਗੈਸ। ਜਿਵੇਂ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਲੈਂਡ ਫਿਲਸ ਬਣਾਏ ਗਏ ਨੇ, ਜਿੱਥੇ ਕਚਰਾ ਜਿਹੜਾ ਹੈ, ਕੂੜਾ, ਉਹ ਡੰਪ ਕੀਤਾ ਜਾਂਦਾ ਹੈ ਸਾਰਾ, ਉਹ ਤੋਂ ਉਹਨਾਂ ਲੈਂਡ ਫਿਲਸ ਦੇ ਵਿੱਚੋਂ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਮਿਥੇਨ ਗੈਸ ਹੈ ਉਹ ਵਾਤਾਵਰਨ ਦੇ ਵਿੱਚ ਰਿਲੀਜ਼ ਹੁੰਦੀ ਹੈ ਤੇ ਫਿਰ ਉਸ ਦੇ ਰਿਲੀਜ਼ ਹੋਣ ਦੇ ਨਾਲ ਵੀ ਇਹ ਜਿਹੜਾ ਇਹਦਾ ਇੱਕ ਕਾਰਨ ਬਣਦੀ ਹੈ ਗਲੋਬਲ ਵਾਰਮਿੰਗ ਦਾ ਜੀ। ਸੋ ਭੰਮ ਸਾਹਿਬ ਇਹ ਸਾਰੇ ਜਿਹੜੇ ਫੈਕਟਰਸ ਹੈ ਇਹ ਮਿਲਾ ਕੇ ਕਾਰਨ ਬਣਦੇ ਆ ਗਲੋਬਲ ਵਾਰਮਿੰਗ ਦਾ। ਹੁਣ ਇੱਕ ਹੋਰ ਜਿਹੜਾ ਹੁਣ ਫੋਸਿਲ ਫਿਊਲ ਦਾ ਇਸਤੇਮਾਲ ਜਿਹੜਾ ਹੁਣ ਜੇ ਮੈਂ ਦੇਖਾਂ ਅੱਜ ਵੱਡੇ ਪੱਧਰ ਦੇ ਉੱਤੇ ਕਿੱਥੇ ਹੋ ਰਿਹਾ ਹੈ ਤਾਂ ਉਹ ਸਾਡੇ ਆਟੋਮੋਬਾਈਲਸ ਦੇ ਵਿੱਚ ਹੋ ਰਿਹਾ।
ਜਿਹੜਾ ਟਰਾਂਸਪੋਰਟੇਸ਼ਨ ਦੇ ਵਾਸਤੇ ਜੀ ਅਸੀਂ ਇਸਤੇਮਾਲ ਕਰ ਰਹੇ ਹਾਂ, ਕਾਰਾਂ ਦਾ, ਬੱਸਾਂ ਦਾ, ਟਰੱਕਾਂ ਦਾ, ਚਾਹੇ ਉਹ ਏਅਰਲਾਈਨਸ ਦੇ ਵਿੱਚ ਫਿਊਲ ਹੈ, ਚਾਹੇ ਉਹ ਜਿੱਥੇ ਵੀ ਇਹ ਫਿਊਲ ਦਾ ਇਸਤੇਮਾਲ ਹੋ ਰਿਹਾ, ਕਿਉਂਕਿ ਹੁਣ ਇਹ ਇੱਕ ਬਹੁਤ ਵੱਡਾ ਕਾਰਨ ਬਣਿਆ ਹੋਇਆ ਪੰਮ ਸਾਹਿਬ, ਜਿਹੜਾ ਆਟੋਮੋਬਾਈਲਸ ਦੇ ਵਿੱਚ ਜਿਹੜਾ ਫੋਸਲ ਫਿਊਲ ਯੂਜ਼ ਹੋ ਰਿਹਾ। ਇਸ ਲਈ ਅਸੀਂ ਅੱਗੇ ਗੱਲ ਵੀ ਕਰਾਂਗੇ ਕਿ ਇਲੈਕਟ੍ਰਿਕ ਕਾਰਸ ਦੇ ਵੱਲ ਦੁਨੀਆ ਵੱਧ ਰਹੀ ਹੈ। ਉਹ ਇਸੇ ਕਰਕੇ ਵੱਧ ਰਹੀ ਹੈ ਕਿਉਂਕਿ ਜਿਹੜਾ ਫੋਸਲ ਫਿਊਲ ਕਾਰਾਂ ਦੇ ਵਿੱਚ ਬਰਨ ਹੁੰਦਾ ਹੈ, ਟਰਾਂਸਪੋਰਟੇਸ਼ਨ ਦੇ ਵਿੱਚ ਬਰਨ ਹੁੰਦਾ ਹੈ, ਇਹ ਇੱਕ ਬਹੁਤ ਵੱਡਾ ਕੰਟਰੀਬਿਊਟਰ ਹੈ ਜਿਹੜੀਆਂ ਐਮਿਸ਼ਨ ਹੋ ਰਹੀ ਹੈ ਕਾਰਬਨ ਡਾਈਆਕਸਾਈਡ ਦੀ, ਕਾਰਬਨ ਮੋਨੋਆਕਸਾਈਡ ਦੀ ਐਮਿਸ਼ਨ ਹੋ ਰਹੀ ਹੈ ਐਟਮੋਸਫੀਅਰ ਦੇ ਵਿੱਚ। ਸੋ ਪੰਮ ਸਾਹਿਬ, ਇਹਦਾ ਜੇ ਅਸੀਂ ਪ੍ਰਤੱਖ ਜੇ ਇਸ ਦਾ ਨਮੂਨਾ ਦੇਖਣਾ ਹੋਵੇ ਤਾਂ ਤੁਸੀਂ ਜਿਹੜਾ ਲਾਕਡਾਊਨ ਦਾ ਜ਼ਮਾਨਾ ਹੈ, ਲਾਕਡਾਊਨ ਦਾ ਜਿਹੜਾ ਪੀਰੀਅਡ ਹੈ, ਉਸ ਨੂੰ ਯਾਦ ਕਰੋ ਵੀ ਜਦ ਜਿਹੜੀ ਮਨੁੱਖੀ ਐਕਟੀਵਿਟੀ ਹੈ ਉਹ ਲਗਭਗ ਨਿਲ ਦੇ ਬਰਾਬਰ ਹੋ ਗਈ ਸੀ, ਉਹ ਖਤਮ ਹੋ ਗਈ ਸੀ। ਵਾਹਨਾਂ ਦਾ ਇਸਤੇਮਾਲ ਰੁਕ ਗਿਆ ਸੀ, ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਸੀ। ਉਦੋਂ ਕਿਸ ਤਰ੍ਹਾਂ ਪੰਜਾਬ ਤੋਂ ਜਿਹੜੇ ਸਾਰੇ ਹਿਮਾਲਿਆ ਦੇ ਦਰਸ਼ਨ ਹੋਣ ਲੱਗ ਗਏ ਸੀ, ਕਿਸ ਤਰ੍ਹਾਂ ਜਮਨਾ ਦੇ ਵਿੱਚ ਸਾਫ਼ ਪਾਣੀ ਵਹਿਣ ਲੱਗ ਗਿਆ ਸੀ, ਕਿਸ ਤਰ੍ਹਾਂ ਜਿਹੜਾ ਵਾਤਾਵਰਨ ਹੈ ਉਹ ਆਪਣੇ ਆਪ ਨੂੰ ਸਾਫ਼ ਕਰਨ ਲੱਗ ਗਿਆ ਸੀ। ਕਿਉਂਕਿ ਪੰਮ ਸਾਹਿਬ, ਜਿਹੜਾ ਵਾਤਾਵਰਨ ਹੈ ਉਹਦੇ ਵਿੱਚ ਇੱਕ ਕਮਾਲ ਦੀ ਇਹ ਆਪਦੀ ਇੱਕ ਉਹਦੇ ਵਿੱਚ ਗੁਣ ਹੈ, ਇੱਕ ਕੁਆਲਿਟੀ ਹੈ ਆਪਦੇ ਆਪ ਨੂੰ ਰੀਸਟੋਰ ਕਰਨ ਦੀ। ਸੋ ਜਦ ਮਨੁੱਖ ਦੀ ਦਖਲਅੰਦਾਜ਼ੀ ਥੋੜ੍ਹੇ ਸਮੇਂ ਦੇ ਲਈ, ਚੰਦ ਹਫ਼ਤਿਆਂ ਦੇ ਲਈ ਜਾਂ ਮਹੀਨੇ ਦੇ ਲਈ ਤੁਸੀਂ ਕਹੋ ਵੀ ਰੁਕ ਗਈ ਸੀ, ਤਾਂ ਜਿਹੜੀ ਪ੍ਰਕਿਰਤੀ ਹੈ ਉਹਨੇ ਮੁੜ ਸੁਰਜੀਤ ਹੋਣਾ ਸ਼ੁਰੂ ਕਰ ਦਿੱਤਾ ਸੀਗਾ। ਪੰਮ ਸਾਹਿਬ, ਜਿਸ ਤਰ੍ਹਾਂ ਪਾਸ਼ ਦੀ ਕਵਿਤਾ ਹੈ ਉਹ ਕਹੀ ਤਾਂ ਹੋਰ ਕਿਸੇ ਸੰਦਰਭ ਦੇ ਵਿੱਚ ਗਈ ਸੀ, ਪਰ ਉਹ ਇਹਦੇ ਤੇ ਵੀ ਲਾਗੂ ਹੋ ਜਾਂਦੀ ਹੈ ਕਿ ਉਹ ਪਾਸ਼ ਕਹਿੰਦਾ ਹੈ ਕਿ ਮੈਂ ਤਾਂ ਘਾਹ ਹਾਂ, ਮੈਂ ਤੁਹਾਡੇ ਕੀਤੇ ਕਿਰਾਏ ਤੇ ਉਗਾਵਾਂਗਾ। ਸੋ ਜਿਹੜੀ ਪ੍ਰਕਿਰਤੀ ਹੈ ਉਹ ਰੀਕਲੇਮ ਕਰਦੀ ਹੈ, ਜਿਹੜੀ ਜਗ੍ਹਾ ਅਸੀਂ ਪ੍ਰਕਿਰਤੀ ਤੋਂ ਖੋਹ ਲਈ ਹੈ, ਉਹ ਜਦ ਮਨੁੱਖੀ ਐਕਟੀਵਿਟੀ ਰੁਕ ਜਾਂਦੀ ਹੈ ਤਾਂ ਜਿਹੜੀ ਪ੍ਰਕਿਰਤੀ ਹੈ ਉਹਨੂੰ ਰੀਕਲੇਮ ਕਰਨਾ, ਆਪਣੇ ਆਪ ਨੂੰ ਮੁੜ ਸੁਰਜੀਤ ਕਰਨਾ ਫੇਰ ਸ਼ੁਰੂ ਕਰ ਦਿੰਦੀ ਹੈ। ਉਹ ਘਾਹ ਬਣ ਕੇ ਸਾਡੀਆਂ ਇਮਾਰਤਾਂ ਦੇ ਉੱਤੇ ਫੇਰ ਉਗਣਾ ਸ਼ੁਰੂ ਕਰ ਦਿੰਦੀ ਹੈ। ਗਿੱਲ ਸਾਹਿਬ, ਇੱਕ ਮੇਰੇ ਨਾ ਜਹਿਨ ਦੇ ਵਿੱਚ ਸਵਾਲ ਆ ਰਿਹਾ ਜੀ ਵੀ ਅਸੀਂ ਆਕਸੀਜਨ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਛੱਡਦੇ ਹਾਂ ਜੀ, ਔਰ ਤੇਜ਼ੀ ਦੇ ਨਾਲ ਆਬਾਦੀ ਦਾ ਜਿਹੜਾ ਹੋ ਰਿਹਾ ਪਸਾਰ ਹੈ ਜੀ, ਉਹ ਵੀ ਤਾਂ ਇਹਦਾ ਕਾਰਨ ਹੋ ਸਕਦਾ ਨਾ। ਜੋ ਕਿਥੇ ਤਾਂ 100 ਬੰਦੇ ਨੇ ਕਾਰਬਨ ਡਾਈਆਕਸਾਈਡ ਛੱਡਣੀ ਹੈ ਜੀ, ਕਿਥੇ ਅਰਬਾਂ ਬੰਦੇ ਨੇ ਛੱਡਣੀ ਹੈ, ਤੇ ਉਹ ਫਰਕ ਤਾਂ ਬਹੁਤ ਜ਼ਿਆਦਾ ਫਰਕ ਹੋਣਾ। ਬਿਲਕੁਲ ਪੰਮ ਸਾਹਿਬ, ਕਿਉਂਕਿ ਹੁਣ ਜਿਹੜੀ ਆਬਾਦੀ ਹੈ ਸਾਡੀ ਉਹ ਵੀ 7 ਅਰਬ ਦੇ ਜਿਹੜੀ ਕਰੀਬ ਹੈ ਦੁਨੀਆ ਦੇ ਉੱਤੇ ਮਨੁੱਖਤਾ ਹੋ ਚੁੱਕੀ ਹੈ। ਸੋ ਇਹ ਵੀ ਇੱਕ ਕਾਰਨ ਹੈ, ਜਿਹੜਾ ਰੈਸਪੀਰੇਸ਼ਨ ਹੈ ਇਹ ਤਾਂ ਹੈ ਹੀ, ਜਿਹੜੀ ਕਾਰਬਨ ਅਸੀਂ ਰਿਲੀਜ਼ ਕਰਨੀ ਹੈ, ਕਿਉਂਕਿ ਉਹ ਵੱਧਦੀ ਹੋਈ ਆਬਾਦੀ ਦੇਖੋ ਉਹਦੇ ਨਾਲ ਸਾਰਾ ਕੁਝ ਹੀ ਜੁੜਿਆ ਹੈ। ਵੱਧਦੀ ਹੋਈ ਆਬਾਦੀ ਨੂੰ ਜ਼ਿਆਦਾ ਕਾਰਾਂ ਵੀ ਚਾਹੀਦੀਆਂ ਨੇ, ਜ਼ਿਆਦਾ ਘਰ ਵੀ ਚਾਹੀਦੇ ਆ, ਰਹਿਣ ਲਈ ਵੀ ਜਗ੍ਹਾ ਚਾਹੀਦੀ ਹੈ, ਫਿਰ ਖਾਣ ਲਈ ਜਿਹੜਾ ਉਹ ਵੀ ਭੋਜਨ ਵੀ ਚਾਹੀਦਾ, ਫਿਰ ਉਹਨੂੰ ਉਗਾਉਣ ਦੇ ਵਾਸਤੇ ਜ਼ਮੀਨ ਵੀ ਚਾਹੀਦੀ ਹੈ। ਸੋ ਜਿਹੜੇ ਸਾਰੇ ਚੈਲੰਜਸ ਨੇ ਪੰਮ ਸਾਹਿਬ, ਇਹ ਕਹਿ ਲਓ ਵੀ ਰਾਵਣ ਦੇ 10 ਸਰ ਨੇ, ਇਹ 10 ਇੱਕੋ ਹੀ ਰਾਵਣ ਦੇ 10 ਸਿਰ ਨੇ, ਜਿਹੜੇ ਉਹ ਇੱਕ ਦੂਜੇ ਨਾਲ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਇਹ ਜੁੜੀਆਂ ਹੋਈਆਂ ਨੇ, ਚਾਹੇ ਜਿਹੜੇ ਗਲੋਬਲ ਵਾਰਮਿੰਗ ਹੈ, ਚਾਹੇ ਵਾਤਾਵਰਨ ਤਬਦੀਲੀ ਹੈ, ਚਾਹੇ ਵੱਧਦੀ ਹੋਈ ਆਬਾਦੀ ਹੈ। ਸੋ ਇਹਨਾਂ ਦੀ ਕਿਤੇ ਨਾ ਕਿਤੇ ਇਹ ਇੱਕ ਦੂਜੇ ਦੇ ਨਾਲ ਸਾਰੀਆਂ ਜਾ ਕੇ ਫਿਰ ਇਹ ਜੁੜ ਜਾਂਦੀਆਂ ਜੀ। ਗਿੱਲ ਸਾਹਿਬ, ਕਲਾਈਮੇਟ ਚੇਂਜ ਵਾਕਿਆ ਹੀ ਬੜੀ ਖਤਰਨਾਕ ਜਿਹਾ ਸ਼ਬਦ ਹੈ ਹੁਣ, ਜਿਹਦੇ ਪ੍ਰਭਾਵ ਅਸੀਂ ਲਗਾਤਾਰ ਵੇਖ ਰਹੇ ਹਾਂ। ਇਹਦੇ ਨਾਲ ਮਤਲਬ ਕੀ ਪ੍ਰਭਾਵ ਕੀ ਪੈਂਦੇ ਆ ਜੀ? ਦੁਸ਼ਪ੍ਰਭਾਵ ਇਹਦੇ ਜਿਹੜੇ ਮਾੜੇ ਪ੍ਰਭਾਵ ਉਹ ਕਿਸ ਤਰ੍ਹਾਂ ਦੇ ਪੈਂਦੇ ਨੇ ਜੀ ਪੰਮ ਸਾਹਿਬ, ਜਿਸ ਤਰ੍ਹਾਂ ਅਸੀਂ ਗਲੋਬਲ ਜਿਹੜਾ ਕਲਾਈਮੇਟ ਚੇਂਜ ਹੈ ਇਹਦੇ ਪਹਿਲਾਂ ਕਾਰਨ ਦੇਖੇ, ਇਹਦੇ ਪ੍ਰਭਾਵ ਪੰਮ ਸਾਹਿਬ, ਹੁਣ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਇਹਦੇ ਪ੍ਰਭਾਵ ਹੈ ਉਹ ਹੁਣ ਸਾਨੂੰ ਪ੍ਰਤੱਖ ਤੌਰ ਦੇ ਉੱਤੇ ਜਿਹੜੇ ਉਹ ਦਿਖਣ ਲੱਗ ਗਏ। ਇਹ ਸਭ ਤੋਂ ਪਹਿਲਾਂ ਤਾਂ ਪੰਮ ਸਾਹਿਬ, ਇਹਦੇ ਨਾਲ ਕਲਾਈਮੇਟ ਚੇਂਜ ਦੇ ਕਾਰਨ ਵਿਸ਼ਵ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਉਹ ਸੋਕੇ ਪੈ ਰਹੇ ਆ। ਜਿਸ ਤਰ੍ਹਾਂ ਹੁਣ ਤੁਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੋ, ਹੁਣ 1 ਮਹੀਨੇ ਦੇ ਪਹਿਲਾਂ ਜਿਹੜੀ ਬਾਰਿਸ਼ ਹੈ ਦੇਖੋ ਜਿਹੜੀ ਹੋਣੀ ਚਾਹੀਦੀ ਸੀ
ਉਹ ਲੇਟ ਹੋ ਗਈ ਸੀ ਤੇ ਜਿਸ ਦੇ ਕਾਰਨ ਜਿਹੜੀ ਜੇ ਬਾਰਿਸ਼ ਥੋੜਾ ਟਾਈਮ ਹੋਰ ਲੇਟ ਹੋ ਜਾਂਦੀ ਤਾਂ ਜਿਹੜਾ ਸੋਕਾ ਹੈ ਉਹ ਇੱਥੇ ਡਿਕਲੇਅਰ ਹੋ ਜਾਣਾ ਸੀਗਾ, ਕਿਉਂਕਿ ਜਿਹੜੇ ਨੈਚੁਰਲ ਰੈਜ਼ਰਵਾਇਰਸ ਹੈ ਉਹਨਾਂ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਗਿਆ ਸੀ ਪਾਣੀ ਦੀ ਕਮੀ ਦਾ, ਬਾਰਿਸ਼ ਦੀ ਕਮੀ ਦਾ, ਪ੍ਰੈਸੀਪੀਟੇਸ਼ਨ ਨਾ ਹੋਣ ਦਾ। ਸੋ ਕਿਉਂਕਿ ਭੰਮ ਸਾਹਿਬ ਇਹਦੇ ਨਾਲ ਗਲੋਬਲ ਜਿਹੜਾ ਕਲਾਈਮੇਟ ਦੇ ਪੈਟਰਨ ਚੇਂਜ ਹੋਣ ਦੇ ਨਾਲ ਕਦੇ ਬਾਰਿਸ਼ ਲੇਟ ਹੋ ਜਾਣੀ, ਕਦੇ ਛੇਤੀ ਆ ਜਾਣੀ, ਕਦੇ ਘੱਟ ਆ ਜਾਣੀ, ਕਿਤੇ ਜ਼ਿਆਦਾ ਆ ਜਾਣੀ। ਸੋ ਇਸ ਦੇ ਕਾਰਨ ਭੰਮ ਸਾਹਿਬ ਇੱਕ ਤਾਂ ਪਹਿਲਾਂ ਜਿਹੜੇ ਹੈ ਦੁਨੀਆ ਦੇ ਵਿੱਚ ਜਿਹੜੇ ਸੋਕੇ ਪੈਣੇ ਸ਼ੁਰੂ ਹੋ ਗਏ ਨੇ, ਜਿਹੜੇ ਇੰਟੈਂਸ ਡਰਾਟ ਜਿਹਨੂੰ ਆਪਾਂ ਕਹਿੰਦੇ ਆ ਉਹ ਸ਼ੁਰੂ ਹੋ ਗਿਆ। ਤੇ ਭੰਮ ਸਾਹਿਬ ਦੂਸਰਾ ਉਸਦੇ ਨਾਲ ਜੁੜਿਆ ਸੋਕੇ ਦੇ ਨਾਲ ਜਿਹੜੀ ਹੜ੍ਹਾਂ ਦੀ ਸਮੱਸਿਆ, ਹੁਣ ਉਹ ਜਿਹੜੀ ਬਾਰਿਸ਼ ਆ ਸਾਰੀ ਉਹ ਚੇਂਜ ਹੋਣ ਦੇ ਨਾਲ, ਕਲਾਈਮੇਟ ਚੇਂਜ ਹੋਣ ਦੇ ਨਾਲ ਕਈ ਵਾਰ ਤਾਂ ਜਿਹੜੀ ਬਾਰਿਸ਼ ਉਹ ਹੁੰਦੀ ਨਹੀਂ, ਲੇਟ ਹੋ ਜਾਂਦੀ ਹੈ। ਕਈ ਵਾਰੀ ਜਿਹੜੀ ਹੈ ਉਹ ਜ਼ਿਆਦਾ ਬੇਮੌਸਮੀ ਹੋ ਜਾਂਦੀ ਹੈ, ਬੇਮੌਸਮੀ ਵੀ ਔਰ ਤੇ ਜ਼ਿਆਦਾ ਹੋ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਪਿਛਲੇ ਗੁਜ਼ਰ ਗਏ ਸਾਲ ਦੇ ਵਿੱਚ ਦੇਖਿਆ ਕਿ ਬਾਰਿਸ਼ ਜ਼ਿਆਦਾ ਹੋ ਗਈ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਸ ਦੇ ਕਾਰਨ ਜਿਹੜੇ ਫਲੱਡਿੰਗ ਹੋ ਗਈ ਸੀ ਵੱਡੇ ਪੱਧਰ ਦੇ ਉੱਤੇ, ਐਬਸਫੋਰਡ ਤੱਕ ਫਲੱਡਿੰਗ ਹੋ ਗਈ ਸੀ, ਸੜਕਾਂ ਰੁੜ ਗਈਆਂ ਸੀ, ਹਾਈਵੇ ਰੁੜ ਗਿਆ ਸੀ। ਤੇ ਸੋ ਭੰਮ ਸਾਹਿਬ ਉਹ ਦੇਖੋ ਵੀ ਸਿੱਕੇ ਦੇ ਦੋਨੇ ਪਹਿਲੂ, ਐਕਸਟ੍ਰੀਮ ਜਿਹੜੀਆਂ ਵੈਦਰ ਕੰਡੀਸ਼ਨਸ ਜਿਹੜੀਆਂ ਕ੍ਰੀਏਟ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਸਾਲ ਤਾਂ ਅਸੀਂ ਸੋਕੇ ਵੱਲ ਵਧ ਰਹੇ ਹਾਂ ਤੇ ਦੂਜੇ ਹੀ ਸਾਲ ਜਿਹੜੇ ਉਹ ਹੜ੍ਹ ਆ ਰਹੇ ਹੈ। ਸੋ ਜਿਹੜਾ ਇੱਕ ਪ੍ਰਕਿਰਤੀ ਦਾ ਬੈਲੈਂਸ ਸੀ ਉਹ ਜਿਹੜਾ ਹੈ ਉਹ ਡਿਸਟਰਬ ਹੋਣਾ ਸ਼ੁਰੂ ਹੋ ਗਿਆ। ਸੋ ਭੰਮ ਸਾਹਿਬ ਇਸੇ ਜਿਹੜਾ ਇਸ ਦੇ ਕਾਰਨ ਜਿਹੜਾ ਸੋਕਾ ਪੈ ਜਾਂਦਾ ਹੈ, ਬਾਰਿਸ਼ਾਂ ਦੀ ਕਮੀ ਹੋ ਜਾਂਦੀ ਹੈ, ਉਹਦੇ ਨਾਲ ਫਿਰ ਜਿਹੜੀ ਪਾਣੀ ਦੀ ਕਮੀ ਜੀਵ ਜੰਤੂਆਂ ਦੇ ਲਈ, ਮਨੁੱਖਾਂ ਦੇ ਲਈ ਉਹ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਭੰਮ ਸਾਹਿਬ ਇਸ ਲਈ ਜਿਹੜਾ ਸਿਸਟਮ ਚੇਂਜਿੰਗ ਜਿਹੜੇ ਕਲਾਈਮੈਟਿਕ ਪੈਟਰਨਸ ਹੈ, ਕਿਉਂਕਿ ਜਿਹੜੀ ਦੁਨੀਆ ਦੇ ਵਿੱਚ ਜਿਹੜਾ ਕੁਦਰਤੀ ਸਿਸਟਮ ਹੈ ਭੰਮ ਸਾਹਿਬ, ਜਾਂ ਜਿਹੜੀ ਕੁਦਰਤ ਹੈ ਉਹਦੇ ਵਿੱਚ ਇੱਕ ਬੜਾ ਡੈਲੀਕੇਟ ਬੈਲੈਂਸ ਹੈ ਹਰੇਕ ਚੀਜ਼ ਦਾ। ਸੋ ਜਦੋਂ ਉਹ ਬੈਲੈਂਸ ਹਿੱਲ ਜਾਂਦਾ ਹੈ, ਜਦੋਂ ਉਹ ਸੰਤੁਲਨ ਵਿਗੜ ਜਾਂਦਾ ਹੈ, ਤਾਂ ਉਸ ਸੰਤੁਲਨ ਦੇ ਵਿਗੜਨ ਦੇ ਨਾਲ ਫਿਰ ਉਸ ਦਾ ਹਰੇਕ ਚੀਜ਼ ਦੇ ਉੱਤੇ ਅਸਰ ਦਿਖਦਾ ਹੈ। ਚਾਹੇ ਉਹ ਪਾਣੀ ਦੀ ਜਿਹੜੀ ਹੈ ਉਪਲਬਧੀ ਹੈ, ਚਾਹੇ ਉਹ ਹੜ੍ਹ ਆ ਜਾਣੇ, ਚਾਹੇ ਉਹ ਸੋਕਾ ਪੈ ਜਾਣਾ। ਸੋ ਇਸ ਤਰ੍ਹਾਂ ਦੇ ਜਿਹੜੇ ਐਕਸਟ੍ਰੀਮ ਕਲਾਈਮੈਟਿਕ ਇਵੈਂਟਸ ਹੈ ਭੰਮ ਸਾਹਿਬ, ਉਹ ਸਾਨੂੰ ਦੇਖਣੇ ਸ਼ੁਰੂ ਹੋ ਗਏ ਹੈ। ਹੁਣ ਜਿਹੜਾ ਦੂਸਰਾ ਜੋ ਭੰਮ ਸਾਹਿਬ ਜਿਹੜਾ ਇਹਦਾ ਦੁਸ਼ਪ੍ਰਭਾਵ ਜੰਗਲਾਂ ਦੇ ਉੱਤੇ, ਹੁਣ ਤਪਸ਼ ਦੇ ਵਧਣ ਦੇ ਨਾਲ ਜਿਹੜੀ ਗਰਮੀ ਹੈ ਉਹ ਜ਼ਿਆਦਾ ਪੈਣ ਦੇ ਨਾਲ, ਜਿਸ ਤਰ੍ਹਾਂ ਅਸੀਂ ਫਿਰ ਮੈਂ ਗੁਜ਼ਰ ਗਏ ਸੀ, ਮੈਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦਾ ਕਿਉਂਕਿ ਸਾਨੂੰ ਜਿਹੜੀ ਸਾਰੀ ਆ ਉਹ ਇਮੀਡੀਏਟਲੀ ਸਮਝ ਆ ਜਾਂਦੀ ਹੈ ਗੱਲ, ਕਿਉਂਕਿ ਜਿਹਦੇ ਵਿੱਚੋਂ ਅਸੀਂ ਖੁਦ ਗੁਜ਼ਰੇ ਹੁੰਦੇ। ਸੋ ਭੰਮ ਸਾਹਿਬ ਤਪਸ਼ ਦੇ ਵਧਣ ਨਾਲ ਤੁਸੀਂ ਦੇਖੋ ਪਿਛਲੇ ਸਾਲ ਜਦੋਂ ਗਰਮੀ ਬਹੁਤ ਜ਼ਿਆਦਾ ਪਈ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਜੋ ਲਿਟਨ ਨਾਮ ਦੀ ਜਿਹੜੀ ਜਗ੍ਹਾ ਸੀ, ਛੋਟਾ ਜਿਹਾ ਕਮਿਊਨਿਟੀ ਸੀ, ਉੱਥੇ 49 ਡਿਗਰੀ ਤੱਕ ਟੈਂਪਰੇਚਰ ਚਲਿਆ ਗਿਆ ਸੀ, ਜਿਸ ਦੇ ਕਾਰਨ ਭੰਮ ਸਾਹਿਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਲੇ ਦੁਆਲੇ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਫੋਰੈਸਟ ਫਾਇਰਸ ਹੈ, ਜੰਗਲਾਂ ਦੇ ਵਿੱਚ ਅੱਗ ਲੱਗ ਗਈ ਇੰਨੀ ਤਪਸ਼ ਹੋਣ ਦੇ ਕਾਰਨ। ਤੇ ਜੋ ਲਿਟਨ ਨਾਮ ਦੀ ਜੋ ਛੋਟੀ ਜਿਹੀ ਕਮਿਊਨਿਟੀ ਸੀ ਉਹ ਅਨਫੋਰਚੂਨੇਟਲੀ ਉਹ ਸਾਰੀ ਫਾਇਰ ਦੇ ਨਾਲ ਜਿਹੜੀ ਹੈ ਉਹ ਤਬਾਹ ਹੋ ਗਈ ਸੀ। ਸੋ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਉੱਥੋਂ ਉਹਨਾਂ ਦਾ ਉਜਾੜਾ ਹੋਇਆ, ਪ੍ਰਾਪਰਟੀਆਂ ਦਾ ਨੁਕਸਾਨ ਹੋਇਆ, ਹੋਰ ਚੱਲ ਜਾਇਦਾਦ ਦਾ ਨੁਕਸਾਨ ਹੋਇਆ। ਲੋਕ ਜਿਹੜੇ ਇੰਨੇ ਚਿਰਾਂ ਤੋਂ ਉੱਥੇ ਵਸੇ ਹੋਏ ਸੀ ਉਹਨਾਂ ਦੇ ਦੇਖੋ ਭੰਮ ਸਾਹਿਬ ਜਜ਼ਬਾਤ ਵੀ ਆਪਣੀ ਕਮਿਊਨਿਟੀ ਦੇ ਨਾਲ ਜੁੜੇ ਹੁੰਦੇ ਆ। ਸੋ ਫੋਰੈਸਟ ਫਾਇਰਸ ਦੇ ਵਧਣ ਦਾ ਵੀ ਕਾਰਨ ਭੰਮ ਸਾਹਿਬ ਜਿਹੜਾ ਕਲਾਈਮੇਟ ਚੇਂਜ ਹੈ, ਕਿਉਂਕਿ ਜਦ ਉਹ ਖੁਸ਼ਕ ਇੱਕ ਜਿਹੜਾ ਉਹ ਮਾਹੌਲ ਉੱਥੇ ਬਣਿਆ ਹੁੰਦਾ ਹੈ, ਤਾਂ ਜਦ ਫਿਰ ਤਾਪਮਾਨ ਵੱਧਦਾ ਹੈ ਭੰਮ ਸਾਹਿਬ, ਜਦ ਜੰਗਲ ਦੇ ਵਿੱਚ ਖੁਸ਼ਕ ਉਹ ਕੰਡੀਸ਼ਨਸ ਹੁੰਦੀਆਂ ਨੇ, ਡਰਾਈ ਕੰਡੀਸ਼ਨਸ ਹੁੰਦੀਆਂ ਨੇ, ਤੇ ਉੱਤੋਂ ਤਾਪਮਾਨ ਵੱਧ ਜਾਂਦਾ ਹੈ। ਸੋ ਉਹ ਫਿਰ ਕੰਡੀਸ਼ਨਸ ਹੈ ਜਿਹੜੀ ਉਹ ਫੋਰੈਸਟ ਫਾਇਰ ਦੇ ਬਣ ਜਾਂਦੀ ਹੈ। ਕਿ ਉਹ ਭਾਰਤ ਦੀ ਜੇ ਤੁਸੀਂ ਉੱਤਰਾਖੰਡ ਦੇ ਵਿੱਚ ਵੀ ਅਸੀਂ ਦੇਖੀਏ ਤਾਂ ਜਿਹੜੀ ਅੱਜ ਜੰਗਲਾਂ ਦੇ ਵਿੱਚ ਫੋਰੈਸਟ ਫਾਇਰ ਦੀ ਜਿਹੜੀ ਹੈ ਪ੍ਰਮੁੱਖ ਜਿਹੜੀ ਸਮੱਸਿਆ ਉਹ ਆ ਰਹੀ ਹੈ। ਸੋ ਭੰਮ ਸਾਹਿਬ ਫੋਰੈਸਟ ਫਾਇਰ ਦੇ ਕਾਰਨ ਜਦ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਤੁਸੀਂ ਦੇਖੋ ਜਿਹੜਾ ਜੰਗਲੀ ਜੀਵ ਜੰਤੂ ਹੈ
ਉਹਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੁੰਦਾ ਹੈ। ਉਹਨਾਂ ਦਾ ਹੈਬੀਟੈਟ ਜਿਹੜਾ ਉਹਨਾਂ ਦਾ ਕਹੀਏ ਵੀ ਬਸੇਰਾ ਹੈ ਜੰਗਲ ਦੇ ਵਿੱਚ, ਉਹ ਤਬਾਹ ਹੋ ਜਾਂਦਾ। ਕਈ ਜਿਹੜੇ ਜੀਵ ਜੰਤੂ ਹੈ ਉਹ ਵਿੱਚ ਸੜ ਕੇ ਮਰ ਜਾਂਦੇ ਆ। ਕਈ ਜਿਹੜੀਆਂ ਸਾਡੀਆਂ ਸਪੀਸ਼ੀਜ਼ ਹੈ ਇਹਨਾਂ ਦੀਆਂ ਪੇੜ ਪੌਦਿਆਂ ਦੀਆਂ, ਉਹ ਐਂਡੈਮਿਕ ਹੁੰਦੀਆਂ ਨੇ। ਪੰਮ ਸਾਹਿਬ, ਐਂਡੈਮਿਕ ਦਾ ਮਤਲਬ ਹੁੰਦਾ ਜਿਹੜੀ ਉਸ ਜਗ੍ਹਾ ਤੇ ਹੁੰਦੀ ਹੈ, ਦੁਨੀਆ 'ਚ ਹੋਰ ਕਿਤੇ ਨਹੀਂ ਹੁੰਦੀ। ਉਹ ਹੁਣ ਜੇ ਜੰਗਲ ਦੇ ਵਿੱਚ ਅੱਗ ਲੱਗ ਜਾਵੇ ਤੇ ਉਹ ਤਬਾਹ ਹੋ ਜਾਣ ਤਾਂ ਪੰਮ ਸਾਹਿਬ ਇਸ ਤੱਕ ਹਾਲਾਤ ਬਣ ਜਾਂਦੇ ਆ ਵੀ ਉਹ ਜਿਹੜੀ ਸਪੀਸ਼ੀਜ਼ ਆ ਜਾਨਵਰ ਦੀ ਜਾਂ ਪੇੜ ਪੌਦਿਆਂ ਦੀ, ਉਹਦਾ ਸਫਾਇਆ ਦੁਨੀਆ ਦੇ ਚਿਹਰੇ ਤੋਂ, ਨਸਲਾਂ ਤਬਾਹ ਹੋ ਜਾਂਦੀਆਂ ਜੀ। ਸੋ ਪੰਮ ਸਾਹਿਬ ਜਿਹੜੀ ਫੋਰੈਸਟ ਫਾਇਰ ਹੈ ਉਹ ਇਸ ਤਰ੍ਹਾਂ ਵੀ ਜਿਹੜਾ ਦੇਖੋ ਉਹ ਨੁਕਸਾਨ ਕਰ ਰਹੀ ਹੈ। ਜਿਸ ਤਰ੍ਹਾਂ ਹੁਣ ਤੁਸੀਂ ਜ਼ਿਕਰ ਕੀਤਾ ਸੀ COP ਜਿਹੜੀ ਮੀਟਿੰਗ ਚੱਲ ਰਹੀ ਹੈ ਕਿਊਬੈਕ ਦੇ ਵਿੱਚ, ਉਹਦਾ ਜਿਹੜਾ ਵਿਸ਼ਾ ਵਸਤੂ ਹੈ ਬਾਇਓਡਾਇਵਰਸਿਟੀ। ਵੀ ਬਾਇਓਡਾਇਵਰਸਿਟੀ ਨੂੰ ਜਿਹੜੀ ਸਾਡੀ ਜੀਵ ਜੰਤੂਆਂ ਦੀ ਜਾਂ ਪੇੜ ਪੌਦਿਆਂ ਦੀ ਵੰਨ ਸੁਵੰਨਤਾ ਹੈ ਦੁਨੀਆ ਦੇ ਵਿੱਚ, ਉਸ ਨੂੰ ਕਿਵੇਂ ਬਚਾਇਆ ਜਾਵੇ। ਸੋ ਜਿਹੜੀ ਫੋਰੈਸਟ ਫਾਇਰ ਹੈ ਪੰਮ ਸਾਹਿਬ, ਜਾਂ ਸੋਕਾ ਹੈ ਜਾਂ ਹੜ੍ਹ ਹੈ, ਇਹ ਬਾਇਓਡਾਇਵਰਸਿਟੀ ਨੂੰ ਵੀ ਨਾਲ ਖਤਮ ਕਰਦੀ ਹੈ। ਸਾਡੇ ਦੇਖੋ ਵੀ ਭਾਰਤ ਦੇ ਵਿੱਚ ਇੱਲ ਜਿਹੜੀ ਹੈ ਉਹ ਖਤਮ ਹੋ ਗਈ ਜੀ। ਇੱਲ ਹੁਣ ਤੁਹਾਨੂੰ ਕਿਤੇ ਨਹੀਂ ਦੱਸਦੀ। ਉਹਦਾ ਵੀ ਕਾਰਨ ਇਹ ਮਨੁੱਖੀ ਹੈ ਨਾ। ਮਨੁੱਖ ਨੇ ਉਹ ਪਸ਼ੂਆਂ ਨੂੰ ਮਾਰਨ ਵਾਸਤੇ ਜਿਵੇਂ ਜ਼ਹਿਰਾਂ ਦਾ ਇਸਤੇਮਾਲ ਕਰਨਾ, ਜਾਂ ਸਾਡੇ ਵੈਸੇ ਖੇਤਾਂ ਦੇ ਵਿੱਚ ਜ਼ਿਆਦਾ ਇਸਤੇਮਾਲ ਹੋਣਾ, ਇਸੇ ਕਾਰਨ ਹੀ ਹੈ ਵੀ ਉਹ ਪੂਰੀ ਦੀ ਪੂਰੀ ਨਸਲ ਹੀ ਅਸੀਂ ਖਤਮ ਕਰ ਲਈ। ਗਿਰਦ ਵੀ ਖਤਮ ਹੋ ਗਈ ਪੰਮ ਸਾਹਿਬ ਜਿਹੜੀ ਪੰਜਾਬ ਦੇ ਵਿੱਚ। ਤੇ ਸੋ ਇਹੀ ਗੱਲ ਹੈ ਪੰਮ ਸਾਹਿਬ, ਉਹਦੇ ਨਾਲ ਫਿਰ ਬਾਇਓਡਾਇਵਰਸਿਟੀ ਦੇ ਉੱਤੇ ਫਰਕ ਪੈਂਦਾ ਹੈ। ਬਾਇਓਡਾਇਵਰਸਿਟੀ ਦੀ ਹੁਣ ਅਸੀਂ ਗੱਲ ਕਰੀ, ਉਹ ਕਿਉਂ ਜ਼ਰੂਰੀ ਹੈ। ਜਿਹੜੀ ਵੰਨ ਸੁਵੰਨਤਾ ਹੈ ਪ੍ਰਿਥਵੀ ਦੇ ਉੱਤੇ, ਉਹ ਕੁਦਰਤ ਦਾ ਜਿਹੜਾ ਪੰਮ ਸਾਹਿਬ ਜਿਹੜਾ ਸੰਤੁਲਨ ਬਣਾਏ ਰੱਖਣ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜੀ ਕੁਦਰਤ ਹੈ ਦੇਖੋ, ਉਹਨੇ ਸਾਰਾ ਕੁਝ ਇੱਕ ਸਿਸਟਮ ਦੇ ਵਿੱਚ ਬਣਾਇਆ ਹੈ। ਉਹਦੇ ਲਈ ਦੇਖੋ, ਜੇ ਮਾਸਾਹਾਰੀ ਜਾਨਵਰ ਕੁਦਰਤ ਨੇ ਬਣਾਏ ਹੈ, ਉਹ ਜਿਹੜੇ ਮਾਸਾਹਾਰੀ ਜਾਨਵਰ ਹੈ ਉਹ ਸ਼ਾਕਾਹਾਰੀਆਂ ਨੂੰ ਖਾਂਦੇ ਆ, ਕਿਉਂਕਿ ਉਹਨਾਂ ਦੀ ਜਿਸ ਦੇ ਨਾਲ ਫਿਰ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ ਨਿਯੰਤਰਣ ਦੇ ਵਿੱਚ ਰਹਿੰਦੀ ਹੈ। ਕਿਉਂਕਿ ਜੇ ਤਾਂ ਫਿਰ ਸ਼ਾਕਾਹਾਰੀ ਜਾਨਵਰ ਜ਼ਿਆਦਾ ਹੋ ਜਾਵੇ ਤਾਂ ਫਿਰ ਉਹ ਜੰਗਲ ਨੂੰ ਤਬਾਹ ਕਰ ਦੂ, ਸਾਰੀ ਬਨਸਪਤੀ ਨੂੰ ਖਾ ਜਾਊਗਾ। ਸੋ ਬਨਸਪਤੀ ਨੂੰ ਕੰਟਰੋਲ ਕਰਨ ਦੇ ਵਾਸਤੇ ਸ਼ਾਕਾਹਾਰੀ ਜਾਨਵਰ ਬੈਠਾ ਹੈ, ਸ਼ਾਕਾਹਾਰੀ ਨੂੰ ਖਾਣ ਦੇ ਵਾਸਤੇ ਮਾਸਾਹਾਰੀ ਬੈਠਾ ਹੈ। ਸੋ ਜੇ ਵੰਨ ਸੁਵੰਨਤਾ ਖਤਮ ਹੁੰਦੀ ਹੈ ਪੰਮ ਸਾਹਿਬ, ਕੋਈ ਕਿਸੇ ਇੱਕ ਲੈਵਲ ਦੇ ਉੱਤੇ ਜਾਨਵਰ ਮਰ ਜਾਂਦੇ ਆ, ਜਾਨਵਰ ਨਹੀਂ ਬਚਦੇ, ਤਾਂ ਉਹ ਸਾਰਾ ਹੀ ਸਿਸਟਮ ਜਿਹੜਾ ਉਹ ਫਿਰ ਬੇਕਾਬੂ ਹੋ ਜੂ ਜੇ ਮਾਸਾਹਾਰੀ ਖਤਮ ਹੋ ਜਾਣਗੇ। ਜਿਸ ਤਰ੍ਹਾਂ ਭਾਰਤ ਦੇ ਵਿੱਚ ਜਿਹੜਾ ਅਸੀਂ ਟਾਈਗਰ ਨੂੰ ਰਿਜ਼ਰਵ ਕਰਨ ਦੀ 1970 ਤੋਂ ਵੱਡੀ ਇੱਕ ਮੁਹਿੰਮ ਚਲਾਈ। ਸਿਰਫ 1400 ਜਿਹੜੇ ਟਾਈਗਰ ਹੈ ਉਹ ਹਿੰਦੁਸਤਾਨ ਦੇ ਵਿੱਚ ਰਹਿ ਗਏ ਸੀ, ਕਿਉਂਕਿ ਟਾਈਗਰ ਹੈ ਪੰਮ ਸਾਹਿਬ ਉਹ ਜਿਹੜਾ ਪ੍ਰਕਿਰਤੀ ਦਾ, ਜੰਗਲ ਦਾ ਸੰਤੁਲਨ ਬਣਾਏ ਰੱਖਣ ਦੇ ਵਿੱਚ ਉਹ ਵੱਡਾ ਰੋਲ ਅਦਾ ਕਰਦੇ ਹੈ। ਉਹ ਮਾਸਾਹਾਰੀਆਂ ਦਾ ਜਿਹੜਾ ਜਾਨਵਰਾਂ ਦੀ ਆਬਾਦੀ ਨੂੰ ਕੰਟਰੋਲ ਕਰਕੇ। ਜੀ ਗਿੱਲ ਸਾਹਿਬ, ਅਸੀਂ ਗੱਲ ਕਰ ਰਹੇ ਸੀ ਕਿ ਕਲਾਈਮੇਟ ਚੇਂਜ ਦੇ ਨਾਲ ਦੁਸ਼ਪ੍ਰਭਾਵ ਸਾਡੇ ਜੀਵਨ ਤੇ ਕੀ ਪੈ ਰਹੇ ਨੇ। ਜੀ ਪਲੀਜ਼ ਹੁਣ ਕੰਟੀਨਿਊ ਕਰਿਓ। ਜੀ ਪੰਮ ਸਾਹਿਬ, ਇਸ ਦੇ ਨਾਲ ਦੇਖੋ ਜਿਹੜੀ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਸੋ ਇਹਦੇ ਨਾਲ ਪੰਮ ਸਾਹਿਬ ਜਿਹੜੇ ਪੋਲਰ ਦੇ ਜਿਹੜਾ ਸਾਡਾ ਆਰਕਟਿਕ ਤੇ ਜਿਹੜਾ ਐਂਟਾਰਕਟਿਕ ਜਿਹੜਾ ਪੋਲਰ ਏਰੀਆ ਹੈ, ਉਹਦੇ ਵਿੱਚੋਂ ਜਿਹੜੀ ਬਰਫ਼ ਹੈ ਉਹ ਪਿਘਲ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਜਿਸ ਦੇ ਕਾਰਨ ਪੰਮ ਸਾਹਿਬ ਜਿਹੜਾ ਸੀ ਲੈਵਲ ਹੈ, ਜਿਹੜਾ ਸਮੁੰਦਰ ਦੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਉੱਚਾ ਚੜ੍ਹ ਰਿਹਾ, ਉਹ ਰਾਈਜ਼ ਕਰ ਰਿਹਾ ਹੈ, ਜਿਸ ਦੇ ਕਾਰਨ ਪੰਮ ਸਾਹਿਬ ਜਿਹੜੇ ਤਟਵਰਤੀ ਇਲਾਕੇ ਆ ਸਾਡੇ, ਉਹ ਸਾਰੇ ਫਲੱਡਿੰਗ ਦੇ ਖਤਰੇ ਦੇ ਵਿੱਚ ਆ ਗਏ ਹੈ, ਫਲੱਡਿੰਗ ਦੀ ਮਾਰ ਵਿੱਚ ਆ ਗਏ ਹੈ। ਜਿਸ ਤਰ੍ਹਾਂ ਇੱਥੇ ਵੀ ਪੰਮ ਸਾਹਿਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਿਹੜਾ ਸਰਕਾਰ ਦੇ ਵੱਲੋਂ ਉਹ ਜਿਹੜਾ ਹੈ ਉਹ ਅਥਾਰਟੀਜ਼ ਦੇ ਵੱਲੋਂ ਇੱਕ ਨਕਸ਼ਾ ਤਿਆਰ ਕੀਤਾ ਜਾ ਚੁੱਕਿਆ ਹੈ, ਜਿਹੜਾ ਲੋਅਰ ਮੇਨਲੈਂਡ ਦੇ ਵਿੱਚ, ਕਿ ਕਿਹੜਾ ਕਿਹੜਾ ਇਲਾਕਾ ਜਿਹੜਾ ਉਹ ਫਲੱਡ ਦੀ ਮਾਰ ਦੇ ਅੰਡਰ ਆ ਸਕਦਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ। ਪੰਮ ਸਾਹਿਬ ਉਹਦੇ ਉੱਤੇ ਜਿਹੜੀਆਂ ਅਥਾਰਟੀਜ਼ ਹੈ ਉਹਨਾਂ ਦੀਆਂ ਪੂਰੀ ਜਿਹੜੀ ਨਿਗਾਹ ਹੈ ਉਹ ਬਣਾਈ ਹੋਈ ਹੈ ਕਿ ਜਿਹੜਾ ਕਿਹੜਾ ਕਿਹੜਾ ਇਲਾਕਾ, ਜਿਹੜਾ ਤਟਵਰਤੀ ਇਲਾਕਾ, ਅਸੀਂ ਖੁਦ ਤਟਵਰਤੀ ਇਲਾਕੇ ਦੇ ਉੱਤੇ ਰਹਿੰਦੇ ਹਾਂ, ਵੀ ਕਿਹੜਾ ਕਿਹੜਾ ਜਿਹੜਾ ਇਲਾਕਾ ਹੈ ਉਹ ਫਲੱਡਿੰਗ ਦੀ ਮਾਰ ਦੇ ਵਿੱਚ ਆ ਸਕਦਾ ਹੈ। ਪੰਮ ਸਾਹਿਬ ਇਸ ਦੇ ਜਿਹੜੇ ਵੱਡੇ ਮੁਲਕ ਹੈ ਦੇਖੋ, ਹਾਲਾਂਕਿ ਇਸ ਦੇ ਨਾਲ ਜਿਹੜੀਆਂ ਸਾਡੇ ਜਿਹੜੀਆਂ ਤਟਵਰਤੀ ਕਮਿਊਨਿਟੀਜ਼ ਹੈ, ਚਾਹੇ ਉਹ ਇੰਡੀਜੀਨਸ ਕਮਿਊਨਿਟੀਜ਼ ਹੈ, ਚਾਹੇ ਉਹ ਜਿਹੜੀ ਫਿਸ਼ਰੀ ਦੇ ਨਾਲ ਰਿਲੇਟਡ ਜਿਹੜੀਆਂ ਕਮਿਊਨਿਟੀਜ਼ ਹੈ, ਚਾਹੇ ਉਹ ਟਰਾਈਬਲ ਕਮਿਊਨਿਟੀਜ਼ ਹੈ,
ਉਹ ਸਾਰੀਆਂ ਵੀ ਜਿਹੜੀਆਂ ਖਤਰੇ ਦੇ ਵਿੱਚ ਪੈ ਗਈਆਂ ਨੇ। ਐਗਜ਼ਿਸਟੈਂਸ਼ੀਅਲ ਜਿਹੜਾ ਥ੍ਰੈਟ ਹੈ ਉਹਨਾਂ ਨੂੰ ਉਹ ਬਣ ਗਏ ਆ। ਕਈ ਭਾਮ ਸਾਹਿਬ ਜਿਹੜੇ ਛੋਟੇ ਟਾਪੂਨੁਮਾ ਦੇਸ਼ ਹੈ ਉਹ ਤਾਂ ਹੁਣ ਇੰਨਾ ਖਤਰਾ ਉਹਨਾਂ ਨੂੰ ਵੱਧ ਗਿਆ ਹੈ ਕਿ ਉਹ ਦੁਨੀਆ ਦੇ ਤਖਤੇ ਦੇ ਉੱਤੋਂ, ਦੁਨੀਆ ਦੇ ਨਕਸ਼ੇ ਦੇ ਉੱਤੋਂ ਜਿਹੜੀ ਉਹ ਮਿਟਣ ਦੀ ਨੌਬਤ ਆ ਗਈ ਹੈ। ਜੇ ਜਿਹੜਾ ਪਾਣੀ ਇਸ ਤਰ੍ਹਾਂ ਚੜ੍ਹਦਾ ਰਿਹਾ ਤਾਂ ਛੇਤੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਕੁਝ ਮੁਲਕਾਂ ਦੇ ਮੁਲਕ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਣਗੇ ਤੇ ਉਹ ਸਮੁੰਦਰ ਦੀ ਸਤ੍ਹਾ ਦੇ ਥੱਲੇ ਜਿਹੜੇ ਹੈ ਉਹ ਚਲੇ ਜਾਣਗੇ। ਸੋ ਭਾਮ ਸਾਹਿਬ ਇਸ ਲਈ ਕਮਿਊਨਿਟੀਜ਼ ਆ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਖਤਰਾ ਹੈ ਇਸ ਦਾ ਮਹਿਸੂਸ ਕਰ ਰਹੀਆਂ। ਸੋ ਜਿਹੜੀ ਪੋਲਰ ਆਈਸ ਹੈ ਭਾਮ ਸਾਹਿਬ ਉਹਦੇ ਮੈਲਟ ਹੋਣ ਦੇ ਕਾਰਨ ਜਿਹੜੇ ਗਲੇਸ਼ੀਅਰ ਹੈ ਉਹਦੇ ਪਿਘਲਣ ਦੇ ਕਾਰਨ ਜਿਹੜਾ ਉਹਦੇ ਵਿੱਚ ਕਾਰਬਨ ਜਿਹੜੀ ਟਰੈਪ ਹੋਈ ਹੈ ਸੈਂਕੜੇ ਸਾਲਾਂ ਤੋਂ, ਹਜ਼ਾਰਾਂ ਸਾਲਾਂ ਤੋਂ, ਉਹ ਦੁਬਾਰਾ ਐਟਮੋਸਫੀਅਰ ਦੇ ਵਿੱਚ ਰਿਲੀਜ਼ ਹੋ ਰਹੀ ਹੈ, ਜਿਸ ਦੇ ਕਾਰਨ ਫੇਰ ਹੋਰ ਜਿਹੜੀ ਆਲਮੀ ਤਪਸ਼ ਹੈ ਉਹ ਵਧੂਗੀ ਕਾਰਬਨ ਦੇ ਹੋਰ ਜਾਣ ਦੇ ਨਾਲ। ਸੋ ਗਲੇਸ਼ੀਅਰਸ ਪਿਘਲਣ ਦੇ ਨਾਲ ਭਾਮ ਸਾਹਿਬ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਹਿਮਾਲਿਆ ਦੀ, ਜਿਹੜੀਆਂ ਸਾਡੇ ਸਾਰੇ ਦਰਿਆ ਹੈ, ਮੈਂ ਗੱਲ ਪੰਜਾਬ ਦੀ ਕਰਾਂ, ਪੰਜਾਬ ਦਰਿਆਵਾਂ ਦੀ ਧਰਤੀ ਹੈ, ਸਾਰੇ ਜਾਣਦੇ ਆ, ਪੰਜਾਬ ਦਾ ਨਾਮ ਹੀ ਦਰਿਆਵਾਂ ਕਰਕੇ ਪੰਜਾਬ ਹੈ। ਸੋ ਜਿਹੜੇ ਪੰਜਾਬ ਦੇ ਦਰਿਆ ਨੇ ਭਾਮ ਸਾਹਿਬ ਉਹ ਜਿਹੜੇ ਸਾਰੇ ਹੈ ਉਹ ਗਲੇਸ਼ੀਅਰ ਉਹਨਾਂ ਨੂੰ ਫੀਡ ਕਰਦੇ ਆ। ਜਿਹੜੇ ਹਿਮਾਲਿਅਨ ਗਲੇਸ਼ੀਅਰਸ ਹੈ ਉਹ ਪਿਘਲਦੇ ਆ ਤਾਂ ਉਹਨਾਂ ਦਾ ਪਾਣੀ ਜਿਹੜਾ ਹੈ ਉਹ ਦਰਿਆਵਾਂ ਦੇ ਵਿੱਚ ਆਉਂਦਾ। ਸੋ ਭਾਮ ਸਾਹਿਬ ਗਲੇਸ਼ੀਅਰ ਜਿਹੜੇ ਹੈ ਉਹ ਬੜੀ ਤੇਜ਼ੀ ਨਾਲ ਖਤਮ ਹੋ ਰਹੇ ਹੈ। ਪੇਸ਼ਨਗੋਈ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਦਹਾਕਿਆਂ ਦੇ ਵਿੱਚ ਜਿਹੜੇ ਗਲੇਸ਼ੀਅਰ ਹੈ ਉਹ ਖਤਮ ਹੋ ਜਾਣਗੇ। ਸੋ ਭਾਮ ਸਾਹਿਬ ਜਿਹੜੀ ਵਾਟਰ ਸਿਕਿਉਰਿਟੀ ਹੈ ਜਾਂ ਜਿਹੜੀ ਅਵੇਲੇਬਿਲਿਟੀ ਹੈ ਦਰਿਆਵਾਂ ਦੇ ਪਾਣੀ ਦੀ ਉਹ ਵੀ ਖਤਰੇ ਦੇ ਵਿੱਚ ਪੈ ਜਾਊਗੀ। ਜਿਹੜੇ ਦਰਿਆ ਹੈ ਉਹ ਜੇ ਗਲੇਸ਼ੀਅਰ ਨਾ ਹੋਏ ਤਾਂ ਜਿਹੜੇ ਦਰਿਆ ਸੁੱਕ ਜਾਣਗੇ। ਸੋ ਦਰਿਆਵਾਂ ਦੇ ਨਾਲ ਸਾਰੀ ਖੇਤੀ ਜੁੜੀ ਹੋਈ ਹੈ, ਮੁਲਕਾਂ ਦੀ ਖੁਸ਼ਹਾਲੀ ਜੁੜੀ ਹੋਈ ਹੈ। ਸੋ ਸਾਰਾ ਹੀ ਨਕਸ਼ਾ ਭਾਮ ਸਾਹਿਬ ਬਦਲਦਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਤੇ ਜਿਹੜੀ ਪੀਣ ਨੂੰ ਪਾਣੀ ਹੈ ਜਿਹੜਾ ਉਹਦਾ ਵੀ ਸੰਕਟ ਖੜਾ ਹੋ ਸਕਦਾ ਹੈ। ਜਿਸ ਤਰ੍ਹਾਂ ਦੇਖੋ ਅਸੀਂ ਧਰਤੀ ਹੇਠਲਾ ਪਾਣੀ ਤਾਂ ਮੁਕਾ ਹੀ ਰਹੇ ਹਾਂ ਆਪਣਾ, ਦੂਸਰਾ ਗਲੇਸ਼ੀਅਰ ਦੇ ਖਤਮ ਹੋਣ ਦੇ ਨਾਲ, ਗਲੇਸ਼ੀਅਰ ਦੇ ਪਿਘਲਣ ਦੇ ਨਾਲ ਜਿਹੜਾ ਦਰਿਆਈ ਪਾਣੀ ਹੈ ਉਹ ਵੀ ਖਤਮ ਹੋ ਜਾਊਗਾ। ਉਹ ਭਾਮ ਸਾਹਿਬ ਚਾਹੀਦਾ ਤਾਂ ਇਹ ਸੀ ਕਿ ਅਸੀਂ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਜਿੰਦਾ ਮਾਰ ਕੇ ਅਸੀਂ ਸਾਂਭ ਕੇ ਰੱਖਦੇ ਉਸ ਸਮੇਂ ਦੇ ਲਈ ਜਦੋਂ ਦਰਿਆਈ ਪਾਣੀ ਅਵੇਲੇਬਲ ਨਹੀਂ ਹੋਊਗਾ, ਮੁਹੱਈਆ ਸਾਨੂੰ ਨਹੀਂ ਹੋਊਗਾ ਗਲੋਬਲ ਵਾਰਮਿੰਗ ਦੇ ਕਾਰਨ ਆਉਣ ਵਾਲੇ ਨੇੜਲੇ ਭਵਿੱਖ ਦੇ ਵਿੱਚ। ਪਰ ਅਸੀਂ ਕਰ ਕੀ ਰਹੇ ਹਾਂ, ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਹੈ ਮੈਂ ਸਮਝਦਾ ਭਾਮ ਸਾਹਿਬ ਉਹ ਦਰਿਆਵਾਂ ਤੋਂ ਵੀ ਉਹ ਪਹਿਲਾਂ ਖਤਮ ਕਰਕੇ ਅਸੀਂ ਦਰਿਆਈ ਪਾਣੀ ਤੋਂ ਵੀ ਵਿਹਲੇ ਹੋ ਜਾਣਾ, ਅਸੀਂ ਧਰਤੀ ਹੇਠਲੇ ਪਾਣੀ ਤੋਂ ਵੀ ਫਾਰਗ ਹੋ ਜਾਣਾ। ਫਿਰ ਬੂੰਦ ਨੂੰ ਤਰਸਾਂਗੇ ਤੇ ਫਿਰ ਉਹ ਮਾਰੂਥਲ ਜਾਂ ਰੇਗਿਸਤਾਨ ਜਿਹੜਾ ਡਿਜ਼ਰਟੀਫਿਕੇਸ਼ਨ ਪੰਜਾਬ ਦੀ ਭਾਮ ਸਾਹਿਬ ਉਹ ਬੜੀ ਤੇਜ਼ੀ ਦੇ ਨਾਲ ਅਸੀਂ ਉਸ ਦੇ ਵੱਲ ਵਧ ਰਹੇ ਹਾਂ। ਇੱਕ ਗੱਲ ਬੜੀ ਤੇਜ਼ੀ ਨਾਲ ਜਿਹੜੀ ਪ੍ਰਚਲਿਤ ਹੋ ਰਹੀ ਹੈ ਕਿ ਅਗਲੀ ਜੇ ਕੋਈ ਵਰਲਡ ਵਾਰ ਹੋਊਗੀ ਉਹ ਕਹਿੰਦੇ ਪਾਣੀਆਂ ਦੇ ਮਸਲੇ ਤੇ ਹੋਊ। ਜੀ ਭਾਮ ਸਾਹਿਬ ਇਹ ਵੀ ਕਿਹਾ ਜਾ ਰਿਹਾ ਕਿਉਂਕਿ ਜਿਹੜੀ ਪਾਣੀ ਦੀ ਕਮੀ ਹੈ ਉਹ ਸਪਸ਼ਟ ਤੌਰ ਦੇ ਉੱਤੇ ਹੁਣ ਆਉਂਦੀ ਹੋਈ ਦਿਖ ਰਹੀ ਹੈ। ਸ਼ਹਿਰਾਂ ਦੇ ਵਿੱਚ ਤਾਂ ਭਾਮ ਸਾਹਿਬ ਕਈ ਵੱਡੇ ਸ਼ਹਿਰ ਆ ਜਿੱਥੇ ਧਰਤੀ ਹੇਠਲੇ ਜਿਹੜੇ ਰੈਜ਼ਰਵੋਇਰ ਹੈ ਉਹ ਖਤਮ ਹੋ ਚੁੱਕੇ ਆ, ਜਿਸ ਨੂੰ ਕਹਿੰਦੇ ਆ ਵੀ ਉਹ ਜ਼ੀਰੋ ਲੈਵਲ ਪਹੁੰਚ ਚੁੱਕੇ ਆ ਕਈ ਸ਼ਹਿਰ। ਉਹਨੂੰ ਬਣਨ ਦੇ ਲਈ ਤਾਂ ਕਰੋੜਾਂ ਦੇ ਕਰੋੜ ਸਾਲ ਲੱਗੇ ਪਰ ਉਹ ਖਤਮ ਕਰ ਦਿੱਤੇ ਗਏ ਤੇ ਹੁਣ ਉੱਥੇ ਫਿਰ ਭਾਮ ਸਾਹਿਬ ਉਹਨਾਂ ਸ਼ਹਿਰਾਂ ਦੇ ਵਿੱਚ ਜਿਹੜੀ ਪਾਣੀ ਦੀ ਸਪਲਾਈ ਉਹ ਪ੍ਰਾਈਵੇਟ ਟੈਂਕਰਾਂ ਦੇ ਰਾਹੀਂ ਕੀਤੀ ਜਾ ਰਹੀ ਹੈ। ਪ੍ਰਾਈਵੇਟ ਟੈਂਕਰ ਆਉਂਦੇ ਆ ਤਾਂ ਲੋਕਾਂ ਨੂੰ ਪਾਣੀ ਮਿਲਦਾ। ਉਹ ਟੈਂਕਰ ਮਾਫੀਆ ਫਿਰ ਬਣਿਆ ਹੋਇਆ। ਉਹ ਫਿਰ ਜਿਹੜੇ ਕਈ ਇਨਕਲਾਬੀ ਫਿਰ ਉੱਠ ਕੇ ਕਹਿੰਦੇ ਆ ਜੀ ਅਸੀਂ ਟੈਂਕਰ ਮਾਫੀਆ ਖਤਮ ਕਰਤਾ। ਸੋ ਭਾਮ ਸਾਹਿਬ ਉਹਨਾਂ ਹਾਲਾਤਾਂ ਦੇ ਤੱਕ ਅਸੀਂ ਪਹੁੰਚ ਰਹੇ ਹਾਂ ਕਿ ਜਿਹੜਾ ਅਸੀਂ ਪਾਣੀ ਵਾਟਰ ਰਿਚ ਸਟੇਟ ਇੱਕ ਸਾਡੇ ਵੀ ਹੁਣ ਦੇਖੋ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਇਹ ਮੈਂ ਸੁਣਿਆ ਵੀ ਜਿਹੜੇ ਟੈਂਕਰ ਹੈ ਇਹ ਸ਼ੁਰੂ ਵੀ ਹੋ ਗਏ। ਸੋ ਭਾਮ ਸਾਹਿਬ ਜਦ ਪਾਣੀ ਅਸੀਂ ਖਤਮ ਕਰ ਲਿਆ ਤਾਂ ਫਿਰ ਅਸੀਂ ਟੈਂਕਰਾਂ ਦੇ ਤੇ ਮਾਫੀਏ ਦੇ ਹੁਣ ਤਾਂ ਦੇਖੋ ਰੇਤਾ ਮਾਫੀਆ, ਭੂ ਮਾਫੀਆ, ਲਿਕਰ ਮਾਫੀਆ, ਸ਼ਰਾਬ ਮਾਫੀਆ ਜਿਹੜਾ ਸਾਰੇ ਮਾਫੀਏ ਚੱਲਦੇ ਆ। ਫਿਰ ਅੱਗੇ ਵਰਲਡ ਵਾਰ ਦੀ ਤਾਂ ਗੱਲ ਚਲੋ ਅੱਗੇ ਆ, ਇੱਕ ਜਿਹੜਾ ਹੈ ਉਹ ਪਾਣੀ ਮਾਫੀਆ ਜਾਂ ਟੈਂਕਰ ਮਾਫੀਆ ਉਹ ਖੜਾ ਹੋਊਗਾ। ਬਿਲਕੁਲ। ਤੇ ਲੋਕ ਜਿਹੜੇ ਪਾਣੀ ਦੀ ਬੂੰਦ ਬੂੰਦ ਲਈ ਮੁਹਤਾਜ ਹੋਣਗੇ ਉਸ ਟੈਂਕਰ ਮਾਫੀਏ ਦੇ। ਸੋ ਉਹ ਟੈਂਕਰ ਮਾਫੀਆ ਜਿਹੜਾ ਹੈ ਸਭ ਕਾਸੇ ਨੂੰ ਉਹ ਚਲਾਇਆ ਕਰੂਗਾ।
ਸਿਰਫ ਜਿਹੜਾ ਧਰਤੀ ਹੇਠਲਾ ਪਾਣੀ ਜਿਹੜਾ ਖਤਮ ਹੀ ਨਹੀਂ ਹੋ ਰਿਹਾ, ਸਾਡੀਆਂ ਗਲਤੀਆਂ ਕਰਕੇ ਉਹ ਜ਼ਹਿਰੀਲਾ ਵੀ ਬਹੁਤ ਹੋ ਰਿਹਾ ਜੀ। ਜਿਹੜਾ ਬਚਿਆ ਹੈ ਉਹ ਜ਼ਹਿਰੀਲਾ ਇੰਨਾ ਕੁ ਹੋ ਗਿਆ ਵੀ ਤੁਸੀਂ ਉਹਨੂੰ ਪੀ ਨਹੀਂ ਸਕਦੇ। ਸਾਡੇ ਏਰੀਏ ਦੇ ਵਿੱਚ ਬਹੁਤ ਸਾਰਾ ਮਤਲਬ ਕਿ ਖਿੱਤਾ ਇਹੋ ਜਿਹਾ ਹੈ ਜਿੱਥੇ ਸ਼ੋਰਾ ਪਾਣੀ ਦੇ ਵਿੱਚ ਨਿਕਲਦਾ ਹੈ ਔਰ ਤੁਹਾਡੀਆਂ ਹੱਡੀਆਂ ਖੋਰ ਦਿੰਦਾ ਜੀ। ਔਰ ਲਗਾਤਾਰ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਗੋਡਿਆਂ ਦੀਆਂ ਤੇ ਹੋਰ ਜੋੜਾਂ ਦੀਆਂ ਸਮੱਸਿਆਵਾਂ ਵੱਧ ਰਹੀਆਂ, ਉਹਦਾ ਕਾਰਨ ਇਹੀ ਹੈ ਵੀ ਥੱਲੋਂ ਜਿਹੜਾ ਉਹ ਪਾਣੀ ਬਹੁਤ ਗੰਧਲਾ ਨਿਕਲਦਾ ਹੈ ਔਰ ਸ਼ੋਰੇ ਵਾਲਾ ਪਾਣੀ ਨਿਕਲਦਾ ਹੈ। ਉਹਨੂੰ ਪੀਂਦੇ ਆ ਤਾਂ, ਜੇ ਨਹੀਂ ਪੀਂਦੇ ਤਾਂ ਬਚਦੇ ਨਹੀਂ ਜੀ, ਜੇ ਪੀਂਦੇ ਆ ਤਾਂ ਰਿੜਕ ਕੇ ਮਰਨ ਵਾਲੀ ਗੱਲ ਹੋਈ ਪਈ ਹੈ ਜੀ। ਸੋ ਭੰਮ ਸਾਹਿਬ, ਇਸ ਲਈ ਚਾਹੀਦਾ ਤਾਂ ਇਹ ਸੀ ਸਾਡੇ ਪਾਲਿਸੀ ਮੇਕਰਸ ਨੂੰ, ਪਰ ਇਹ ਤਾਂ ਚਲੋ ਖੈਰ ਇਸ ਪਾਸੇ ਤਾਂ ਕਿਸੇ ਦਾ ਧਿਆਨ ਹੈ ਹੀ ਨਹੀਂ, ਕਿਉਂਕਿ ਅੱਜ ਤੱਕ ਇਹ ਕਦੇ ਇਲੈਕਸ਼ਨ ਇਸ਼ੂ ਨਹੀਂ ਬਣਿਆ ਪੰਜਾਬ ਦੇ ਵਿੱਚ। ਜਿੰਨਾ ਚਿਰ ਇਲੈਕਸ਼ਨ ਇਸ਼ੂ, ਜਿੰਨਾ ਚਿਰ ਉਸ ਮਸਲੇ ਦੇ ਨਾਲ ਵੋਟ ਨਹੀਂ ਜੁੜਦੀ, ਉਹਨਾਂ ਚਿਰ ਉਸ ਮਸਲੇ ਤੇ ਐਕਸ਼ਨ ਨਹੀਂ ਹੁੰਦਾ, ਕਿਉਂਕਿ ਸਾਡੇ ਪਾਲਿਸੀ ਮੇਕਰ ਉਹ ਸਿਰਫ 5 ਸਾਲਾਂ ਤੱਕ ਦੀ ਉਹਨਾਂ ਦੀ ਸੋਚ ਰੱਖਦੇ ਆ। ਸੋ ਜਿਹੜਾ ਪਾਣੀ ਜਿਹਨੂੰ ਬਚਾਉਣਾ ਚਾਹੀਦਾ ਸੀ ਭਵਿੱਖ ਦੇ ਵਾਸਤੇ, ਅਸੀਂ ਉਹ ਸਮੇਂ ਤੋਂ ਪਹਿਲਾਂ ਹੀ ਉਹਨੂੰ ਨਿਬੇੜ ਦੇਣਾ ਹੈ। ਜਾਨੂੰ ਜਿਹੜੇ ਗਲੇਸ਼ੀਅਰ ਪਿਘਲਣ ਦੇ ਕਾਰਨ ਜਿਹੜਾ ਹੈ ਉਹ ਪਾਣੀ ਵੀ ਦੀ ਸਪਲਾਈ ਵੀ ਬੰਦ ਹੋ ਜਾਣੀ ਹੈ। ਸੋ ਵੱਡੇ ਪੱਧਰ ਦੇ ਉੱਤੇ ਪਾਣੀ ਦੇ ਸੰਕਟ ਦੇ ਨਾਲ ਜਿਹੜੇ ਲੋਕ ਹੈ ਉਹ ਆਉਣ ਵਾਲੇ ਨੇੜਲੇ ਭਵਿੱਖ ਦੇ ਵਿੱਚ ਜੂਝਣਗੇ। ਸੋ ਭੰਮ ਸਾਹਿਬ, ਹੋਰ ਜੇ ਮੈਂ ਕਾਰਨਾਂ ਇਹਦੇ ਦੁਸ਼ਪ੍ਰਭਾਵਾਂ ਦੀ ਗੱਲ ਕਰਾਂ ਤਾਂ ਜਿਹੜੇ ਤਟਵਰਤੀ ਇਲਾਕੇ ਹੈ। ਬਿਲ ਸਾਹਿਬ, ਅਸੀਂ ਦੁਸ਼ਪ੍ਰਭਾਵਾਂ ਦੀ ਗੱਲ ਕਰ ਰਹੇ ਸੀਗੇ, ਬਹੁਤ ਖਤਰਨਾਕ ਸਥਿਤੀ ਜਿਹੜੀ ਬਣਦੀ ਜਾ ਰਹੀ ਹੈ ਜੀ। ਪਲੀਜ਼ ਜਾਰੀ ਰੱਖਿਓ ਜੀ ਆਪਣੀ ਗੱਲਬਾਤ। ਜੀ ਭੰਮ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਤਟਵਰਤੀ ਇਲਾਕਿਆਂ ਦੀ, ਤਟਵਰਤੀ ਇਲਾਕਿਆਂ ਦੇ ਵਿੱਚ ਭੰਮ ਸਾਹਿਬ ਗਰਮੀ ਜ਼ਿਆਦਾ, ਸਮੁੰਦਰ ਦੇ ਵਿੱਚ ਜਿਹੜਾ ਹੀਟ ਅਪ ਜ਼ਿਆਦਾ ਹੋਣ ਦੇ ਕਾਰਨ ਜਿਹੜੇ ਕੈਟਾਸਟ੍ਰੋਫਿਕ ਸਟਾਰਮਸ ਹੈ, ਜਿਹੜੇ ਤੂਫਾਨ ਹੈ, ਉਹ ਜ਼ਿਆਦਾ ਆ ਰਹੇ ਹੈ, ਜਿਸ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਤਟਵਰਤੀ ਇਲਾਕੇ ਹੈ ਉਹ ਖਤਰੇ ਦੇ ਵਿੱਚ ਪੈ ਚੁੱਕੇ ਹੈ। ਦੂਸਰੀ ਗੱਲ ਭੰਮ ਸਾਹਿਬ, ਅਸੀਂ ਇਹ ਤਾਂ ਦੇਖਿਆ ਜਿਹੜੇ ਐਕਸਟ੍ਰੀਮ ਕਲਾਈਮੈਟਿਕ ਇਵੈਂਟਸ ਅਸੀਂ ਦੇਖੇ ਹੈ। ਤਾਂ ਦੂਸਰਾ ਜਿਹੜੀ ਮੈਂ ਗੱਲ ਕਰਾਂ ਕਿ ਲੋਕਾਂ ਦੇ ਉੱਤੇ, ਕਮਿਊਨਿਟੀਜ਼ ਦੇ ਉੱਤੇ ਕਿਸ ਤਰ੍ਹਾਂ ਅਸਰ ਪੈ ਰਿਹਾ ਇਹਦਾ ਕਲਾਈਮੇਟ ਚੇਂਜ ਦਾ, ਉਹ ਭੰਮ ਸਾਹਿਬ ਬਹੁਤ ਸਾਰੇ, ਜਿਸ ਤਰ੍ਹਾਂ ਅਸੀਂ ਕਈ ਗੱਲਾਂ ਦੇਖੀਆਂ ਵੀ। ਸਭ ਤੋਂ ਪਹਿਲਾਂ ਤਾਂ ਜਿਹੜੇ ਦੇਖੋ ਭੰਮ ਸਾਹਿਬ, ਹੈਲਥ ਦੇ ਉੱਤੇ ਜਿਹੜਾ ਇਸ ਚੀਜ਼ ਦਾ ਮਾੜਾ ਪ੍ਰਭਾਵ ਪੈ ਰਿਹਾ। ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਬਿਮਾਰੀਆਂ ਨੇ, ਜਿਨ੍ਹਾਂ ਕਦੇ ਨਹੀਂ ਸੁਣਿਆ, ਉਹ ਵੀ ਉੱਭਰ ਰਹੀਆਂ ਨੇ ਜਿਹੜਾ ਵਾਤਾਵਰਨ ਚੇਂਜ ਹੋਣ ਦੇ ਕਾਰਨ। ਤੇ ਦੂਸਰੀ ਗੱਲ ਹੈ ਭੰਮ ਸਾਹਿਬ, ਜਿਹੜੀ ਫੂਡ ਸਿਕਿਉਰਿਟੀ ਹੈ, ਜਿਹੜੀ ਸਾਡੀ ਐਬਿਲਿਟੀ ਟੂ ਗਰੋ ਫੂਡ ਹੈ, ਉਸ ਦੇ ਉੱਤੇ ਵੱਡੇ ਪੱਧਰ ਦਾ ਇਹਦੇ ਨਾਲ ਫਰਕ ਪੈਣਾ ਹੈ, ਤੇ ਜਿਸ ਦੇ ਨਾਲ ਜਿਹੜੀ ਹੰਗਰ ਤੇ ਪਾਵਰਟੀ ਹੈ ਜਿਹੜੀ ਉਹ ਵੱਧ ਸਕਦੀ ਹੈ ਜੇ ਇਹਨੂੰ ਨਾ ਰੋਕਿਆ ਗਿਆ, ਗਰੀਬੀ ਤੇ ਭੁੱਖਮਰੀ। ਜਿਸ ਤਰ੍ਹਾਂ ਹੁਣ ਮੈਂ ਉਦਾਹਰਨ ਫਿਰ ਪੰਜਾਬ ਦੀ ਲੈਣਾ। ਸੋ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਫਸਲ ਹੈ ਭੰਮ ਸਾਹਿਬ, ਉਹ ਇੱਕ ਪ੍ਰਮੁੱਖ ਸਾਡੀ ਫਸਲ ਹੈ, ਅੱਜ ਤੋਂ ਨਹੀਂ ਮਤਲਬ ਬਹੁਤ ਲੰਬੇ ਸਮੇਂ ਤੇ ਭੰਮ ਸਾਹਿਬ ਜਿਹੜੀ ਕਣਕ ਹੈ ਉਹਨੂੰ ਦੇਖੋ, ਉਹ ਠੰਡਾ ਤਾਪਮਾਨ ਚਾਹੀਦਾ ਉਹਨੂੰ ਜਦ ਉਹਦਾ ਉੱਗਣ ਦਾ ਉਹਦਾ ਸਮਾਂ ਹੁੰਦਾ ਹੈ। ਬਿਲਕੁਲ। ਸੋ ਇਸ ਲਈ ਜਿਹੜਾ ਉਹ ਮਹੀਨਾ ਜਿਹੜਾ ਸਰਦੀ ਦਾ ਹੈ ਉਹ ਫਸਲ ਦੇ ਲਈ ਬਹੁਤ ਜ਼ਰੂਰੀ ਹੈ, ਉਹ ਤਾਪਮਾਨ ਬਹੁਤ ਜ਼ਰੂਰੀ ਹੈ। ਹੁਣ ਭੰਮ ਸਾਹਿਬ ਉਹ ਤਪਸ਼ ਦੇ ਵਧਣ ਦੇ ਕਾਰਨ ਹੁਣ ਤੁਸੀਂ ਦੇਖੋ ਵੀ ਜਿਹੜਾ ਪੰਜਾਬ ਦੇ ਵਿੱਚ ਹੁਣ ਤਾਂ 15 ਕੁ ਦਿਨ ਦੀ ਜਿਹੜੀ ਜ਼ਿਆਦਾ ਸਰਦੀ ਉਹ ਰਹਿ ਗਈ ਹੈ। ਤਾਪਮਾਨ ਹੈ ਜਿਹੜਾ ਉਹ ਦਸੰਬਰ ਜਨਵਰੀ ਮਹੀਨੇ ਦਾ ਵੀ ਉਹ ਵੱਧ ਗਿਆ ਹੈ। ਸੋ ਭੰਮ ਸਾਹਿਬ ਤਾਪਮਾਨ ਵਧਣ ਦੇ ਕਾਰਨ ਜਿਹੜੀ ਉਹ ਫਸਲ ਹੈ ਸਾਡੀ ਉਹਦਾ ਝਾੜ ਘਟਣਾ ਸ਼ੁਰੂ ਹੋ ਗਿਆ। ਹਾਲਾਂਕਿ ਚਲੋ ਪੰਜਾਬ ਸਰਕਾਰ ਕੋਲ ਤਾਂ ਝਾੜ ਵਧਾਉਣ ਦੇ ਹੋਰ ਬਹੁਤ ਤਰੀਕੇ ਸੀ, ਜਿਹੜੀ ਹਰ ਵਾਰ ਰਿਕਾਰਡ ਪ੍ਰੋਡਕਸ਼ਨ ਹੋ ਜਾਂਦੀ ਸੀ ਹਰ ਸਾਲ। ਉਹ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਰਿਕਾਰਡ ਕਿਵੇਂ ਟੁੱਟਦੇ ਰਹੇ, ਵੀ ਬਾਹਰੋਂ ਆ ਕੇ ਫਸਲ ਵਿਕਦੀ ਰਹੀ ਹੈ, ਪੰਜਾਬ 'ਚ ਵਿਕਦੀ ਰਹੀ ਹੈ। ਪਰ ਐਕਚੁਅਲੀ ਕਲਾਈਮੇਟ ਚੇਂਜ ਦੇ ਕਾਰਨ ਹੋ ਸਕਦਾ ਵੀ ਅੱਗੇ ਜਾ ਕੇ ਜਦ ਤਪਸ਼ ਹੋਰ ਵੱਧ ਗਈ ਤਾਂ ਜਿਹੜੀ ਕਣਕ ਉਗਾਉਣੀ ਹੈ ਪੰਜਾਬ ਦੇ ਵਿੱਚ ਉਹ ਪੋਸੀਬਲ ਨਾ ਰਹੇ। ਸੋ ਜਿਸ ਦੇ ਕਾਰਨ ਜਿਹੜੀ ਸਾਡੀ ਸਟੇਪਲ ਫੂਡ ਹੈ, ਸਾਡੀ ਸਟੇਪਲ ਡਾਈਟ ਹੈ, ਜਿਹੜੀ ਰੋਟੀ ਜਿਹੜੀ ਕਣਕ ਦੀ ਅਸੀਂ ਖਾਂਦੇ ਹਾਂ, ਉਹ ਵੀ ਖਤਰੇ ਵਿੱਚ ਪੈ ਜਾਵੇ, ਉਸਦੀ ਫੂਡ ਸਿਕਿਉਰਿਟੀ। ਸੋ ਇਸ ਤਰ੍ਹਾਂ ਭੰਮ ਸਾਹਿਬ ਇਹ ਤਾਂ ਇੱਕ ਪੰਜਾਬ ਦੀ ਉਦਾਹਰਨ ਹੈ। ਦੁਨੀਆ ਦੇ ਵਿੱਚ ਇਹ ਜਿਹੜੀ ਵੱਖ-ਵੱਖ ਥਾਵਾਂ ਤੇ ਇਹ ਕਲਾਈਮੇਟ ਚੇਂਜ ਹੋਣ ਦੇ ਕਾਰਨ ਜਿਹੜਾ ਫਸਲੀ ਉਤਪਾਦ ਹੈ ਜਾਂ ਜਿਹੜਾ ਫਸਲੀ ਚੱਕਰ ਹੈ ਉਹ ਤੇ ਬੜਾ ਅਸਰ ਪੈਣਾ। ਬਿਲਕੁਲ। ਐਕਸਟ੍ਰੀਮ ਕਲਾਈਮੈਟਿਕ ਇਵੈਂਟਸ ਦੇ ਕਾਰਨ
ਭਾਮ ਸਾਹਿਬ ਜਿਹੜੀ ਹਾਊਸਿੰਗ ਹੈ, ਹਾਊਸਿੰਗ ਅੱਜ ਦੇਖੋ ਜਿਹੜਾ ਮੇਨ ਵਿਸ਼ਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਵੀ ਮੇਨ ਜਿਹੜਾ ਵਿਸ਼ਾ ਬਣਿਆ ਹੋਇਆ। ਜੇ ਅਸੀਂ ਲੋਅਰ ਮੇਨਲੈਂਡ ਦੀ ਗੱਲ ਕਰੀਏ ਤੇ ਇੱਥੇ ਜੇ ਫਰਜ਼ ਕਰੋ ਵੀ ਕਲਾਈਮੈਟਿਕ ਚੇਂਜ ਜੇ ਜ਼ਿਆਦਾ ਹੋਰ ਹੁੰਦੀ ਹੈ ਤੇ ਜਿਹੜਾ ਇਹਦਾ ਪਾਣੀ ਦਾ ਜਿਹੜਾ ਉੱਪਰ ਆਉਂਦਾ ਲੈਵਲ ਹੋਰ ਸਮੁੰਦਰ ਦਾ, ਤਾਂ ਬਹੁਤ ਸਾਰੀ ਜਿਹੜੀ ਜਗ੍ਹਾ ਹੈ ਜਿਹੜੀ ਜਿੱਥੇ ਲੋਕ ਰਹਿੰਦੇ ਹੈ ਉਹ ਪਾਣੀ ਦੀ ਮਾਰ 'ਚ ਆ ਜਾਊਗੀ ਤੇ ਉੱਤੇ ਫਿਰ ਜਿਹੜਾ ਉੱਥੋਂ ਵੱਡੇ ਪੱਧਰ ਦੇ ਉੱਤੇ ਉਜਾੜਾ ਹੋਊਗਾ। ਫਿਰ ਜਿਹੜੀ ਹਾਊਸਿੰਗ ਹੈ ਉਹ ਵੀ ਕ੍ਰਾਈਸਿਸ ਦੇ ਵਿੱਚ ਆ ਜਾਊ। ਤੇ ਭਾਮ ਸਾਹਿਬ ਅੱਗੇ ਚੱਲ ਕੇ ਹੁਣ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਲਾਈਮੇਟ ਚੇਂਜ ਦੇ ਕਾਰਨ ਸਾਨੂੰ ਦੁਨੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਈਗ੍ਰੇਸ਼ਨ ਦੇਖਣ ਨੂੰ ਮਿਲੂਗੀ। ਜਿੱਥੇ ਐਕਸਟ੍ਰੀਮ ਕਲਾਈਮੈਟਿਕ ਈਵੈਂਟਸ ਆਉਣਗੇ, ਤੂਫਾਨ ਆਉਣਗੇ, ਹੜ੍ਹ ਆਉਣਗੇ, ਸੋਕਾ ਪਊਗਾ, ਪਾਣੀ ਦੀ ਸਤ੍ਹਾ ਦੇ ਥੱਲੇ ਚਲੀ ਜਾਊਗੀ ਧਰਤੀ, ਉੱਥੋਂ ਜਿਹੜੀ ਕਮਿਊਨਿਟੀਜ਼ ਹੈ ਉਹ ਉੱਜੜ ਕੇ ਵੱਡੇ ਪੱਧਰ ਦੇ ਉੱਤੇ ਦੂਜੇ ਮੁਲਕਾਂ 'ਚ ਦੂਜੀ ਕਮਿਊਨਿਟੀਜ਼ ਦੇ ਵਿੱਚ ਉਹ ਸ਼ਰਨ ਲੈਣਗੀਆਂ ਤੇ ਜਿਸ ਦੇ ਕਾਰਨ ਜਿਹੜੀ ਕਲਾਈਮੈਟਿਕ ਜਿਹੜੇ ਰਿਫਿਊਜੀ ਹੈ ਉਹ ਪੈਦਾ ਹੋ ਇੱਕ ਕੈਟੇਗਰੀ ਨਵੀਂ ਬਣਾਉਣੀ ਪਊਗੀ। ਬਿਲਕੁਲ ਬੜੀ ਡਰਾਉਣੀ ਸਥਿਤੀ ਜਿਹੜੀ ਪੈਦਾ ਹੋ ਰਹੀ ਹੈ ਜੀ ਭਾਮ ਸਾਹਿਬ। ਸੋ ਬੜੀ ਖਤਰਨਾਕ ਸਥਿਤੀ, ਬੜੀ ਵੋਲੇਟਾਈਲ ਸਥਿਤੀ ਜਿਸ ਨੂੰ ਕਹਿੰਦੇ ਆ ਕਿ ਵਿਸਫੋਟਕ ਸਥਿਤੀ ਜਿਹੜੀ ਉਹ ਬਣਨ ਜਾ ਰਹੀ ਹੈ ਜੇ ਇਸ ਨੂੰ ਅਸੀਂ ਕਲਾਈਮੇਟ ਚੇਂਜ ਨੂੰ ਰੋਕਣ ਦੇ ਵਿੱਚ ਕਾਮਯਾਬ ਨਾ ਹੋਏ ਤਾਂ। ਸੋ ਜਿਹੜਾ ਅੰਤਰਰਾਸ਼ਟਰੀ ਭਾਈਚਾਰਾ ਇਸ ਕਲਾਈਮੇਟ ਚੇਂਜ ਦੇ ਸੰਬੰਧ ਵਿੱਚ ਉਹ ਕਿਹੋ ਜਿਹੇ ਯਤਨ ਕਰ ਰਿਹਾ ਜੀ, ਕੀ ਕਦਮ ਚੁੱਕ ਰਿਹਾ ਹੈ? ਭਾਮ ਸਾਹਿਬ ਜਿਹੜਾ ਅੰਤਰਰਾਸ਼ਟਰੀ ਭਾਈਚਾਰਾ ਹੈ ਉਹ ਕਾਫੀ ਹੁਣ ਦੇਖੋ UN ਦੇ ਲੈਵਲ ਦੇ ਉੱਤੇ ਤਾਂ ਸੁਹਿਰਦ ਹੋਇਆ ਹੈ ਇਸ ਕਲਾਈਮੇਟ ਚੇਂਜ ਨੂੰ ਰੋਕਣ ਦੇ ਲਈ। ਪਰ ਭਾਮ ਸਾਹਿਬ ਇੱਥੇ ਵੀ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਤੇ ਜਿਹੜੀ ਡਿਵੈਲਪ ਕੰਟਰੀਜ਼ ਹੈ ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਵਿਵਾਦ ਹੈ ਉਹ ਚੱਲਿਆ ਕਿਉਂਕਿ ਦੇਖੋ ਉਹ ਇਲਜ਼ਾਮ ਸਿਆਸਤ ਵੀ ਹੈ। ਜਿਹੜੀਆਂ ਡਿਵੈਲਪਡ ਕੰਟਰੀਜ਼ ਹੈ ਉਹ ਹੁਣ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਉਹਨਾਂ ਦੇ ਉੱਤੇ ਜਿਹੜਾ ਦਬਾਅ ਪਾ ਰਹੀਆਂ ਨੇ ਕਿ ਜਿਹੜਾ ਤੁਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਹੈ ਉਹ ਘਟਾਓ, ਜਿਹੜੀ ਕਾਰਬਨ ਐਮਿਸ਼ਨ ਹੈ ਉਹਨੂੰ ਰਿਡਿਊਸ ਕਰੋ। ਦੂਜੇ ਪੱਧਰ ਦੇ ਉੱਤੇ ਜਿਹੜੀ ਚੀਨ ਤੇ ਭਾਰਤ ਵਰਗੀਆਂ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਜਿਹੜੀ ਆਪਦੀ ਇਕਨੋਮੀ ਦੀ ਗਰੋਥ ਦੇ ਲਈ ਫੋਸਲ ਫਿਊਲ ਦਾ ਇਸਤੇਮਾਲ ਕਰ ਰਹੀਆਂ ਨੇ ਤੇ ਕਰਨਾ ਚਾਹੁੰਦੀਆਂ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਹਿਸਟੋਰਿਕ ਰਿਸਪੌਂਸਿਬਿਲਿਟੀ ਹੈ ਉਹ ਡਿਵੈਲਪ ਕੰਟਰੀਜ਼ ਦੀ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕੀਤੀ ਸੀ ਵੀ ਜਿਹੜਾ ਕਾਰਬਨ ਹੁਣ ਤੱਕ ਐਟਮੋਸਫੀਅਰ ਦੇ ਵਿੱਚ ਜਾ ਚੁੱਕਿਆ ਹੈ ਉਸ ਦਾ ਜ਼ਿੰਮੇਵਾਰ ਜਿਹੜੀਆਂ ਨੇ ਉਹ ਡਿਵੈਲਪ ਕੰਟਰੀਜ਼ ਨੇ। ਇਸ ਲਈ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਬਣਦੀ ਹੈ। ਇਸ ਲਈ ਉਹ ਡਿਵੈਲਪਿੰਗ ਕੰਟਰੀਜ਼ ਨੂੰ ਤੇ ਜਿਹੜੀਆਂ ਸਾਡਾ ਅੰਡਰ ਡਿਵੈਲਪ ਕੰਟਰੀਜ਼ ਹੈ ਉਹਨਾਂ ਨੂੰ ਫੰਡਸ ਮੁਹੱਈਆ ਕਰਵਾਉਣ, ਕਲਾਈਮੇਟ ਚੇਂਜ ਨੂੰ ਰੋਕਣ ਦੇ ਵਾਸਤੇ ਟੈਕਨੋਲੋਜੀ ਮੁਹੱਈਆ ਕਰਾਉਣ, ਗ੍ਰੀਨ ਟੈਕਨੋਲੋਜੀ, ਫੰਡਸ ਮੁਹੱਈਆ ਕਰਾਉਣ ਤੇ ਉਹਨਾਂ ਨੂੰ ਨੋ ਹਾਊ, ਉਹਨਾਂ ਨੂੰ ਨੌਲੇਜ ਇਸ ਚੀਜ਼ ਦੀ ਉੱਥੇ ਲੈਵਲ ਤੇ ਮੁਹੱਈਆ ਕਰਾਉਣ। ਸੋ ਭਾਮ ਸਾਹਿਬ ਇਹ ਕੰਟਰੋਵਰਸੀ ਚੱਲਦੀ ਰਹੀ ਹੈ, ਇਲਜ਼ਾਮ ਤਰਾਸ਼ੀ ਚੱਲਦੀ ਰਹੀ ਹੈ ਤੇ ਪਰ ਹੁਣ ਜਿਹੜਾ ਅੰਤਰਰਾਸ਼ਟਰੀ ਭਾਈਚਾਰਾ ਹੈ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਸੁਹਿਰਦ ਹੈ। ਤੋ ਭਾਮ ਸਾਹਿਬ ਇੱਕ ਸਾਇੰਟੀਫਿਕ ਕਮਿਊਨਿਟੀ ਦੇ ਵਿੱਚ ਇਹ ਕੰਸੈਂਸਸ ਬਣ ਚੁੱਕਿਆ ਹੈ ਕਿ ਜੇ ਅਸੀਂ ਜਿਹੜੀ ਆਲਮੀ ਤਪਸ਼ ਹੈ ਜਾਂ ਜਿਹੜਾ ਰਾਈਜ਼ ਇਨ ਟੈਂਪਰੇਚਰ ਹੈ ਇਸ ਨੂੰ 1.5 ਡਿਗਰੀ ਸੈਲਸੀਅਸ ਤੱਕ ਜੇ ਅਸੀਂ ਰੋਕ ਲੈਂਦੇ ਹਾਂ ਤਾਂ ਅਸੀਂ ਕਾਫੀ ਹੱਦ ਤੱਕ ਜਿਹੜੀ ਕਲਾਈਮੇਟ ਚੇਂਜ ਹੈ ਇਸ ਦੇ ਦੁਸ਼ਪ੍ਰਭਾਵਾਂ ਤੋਂ ਬਚਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਪਰ ਭਾਮ ਸਾਹਿਬ ਇਹ ਵੀ ਪੇਸ਼ਨਗੋਈ ਕੀਤੀ ਗਈ ਹੈ ਕਿ ਜਿਹੜੀਆਂ ਹੁਣ ਪਾਲਿਸੀਜ਼ ਅਸੀਂ ਚੱਲ ਰਹੀਆਂ ਜਿਸ ਪਾਲਿਸੀਜ਼ ਦੇ ਉੱਤੇ ਇਹਨਾਂ ਦੇ ਕਾਰਨ ਜਿਹੜੀ ਕਲਾਈਮੇਟ ਚੇਂਜ ਹੈ ਜਾਂ ਜਿਹੜੀ ਰਾਈਜ਼ ਇਨ ਟੈਂਪਰੇਚਰ ਹੈ ਉਹ 2.8 ਡਿਗਰੀ ਸੈਲਸੀਅਸ ਹੋਊਗੀ ਜੋ ਕਿ ਜਿਸ ਦੇ ਕੀ ਬਹੁਤ ਮਾਰੂ ਨਤੀਜੇ ਨਿਕਲ ਸਕਦੇ ਆ। ਸੋ ਭਾਮ ਸਾਹਿਬ ਸਾਰੇ ਹੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਇਕਜੁੱਟ ਹੋ ਕੇ ਪੱਬਾਂ ਭਾਰ ਹੋਣਾ ਚਾਹੀਦਾ ਕਿਉਂਕਿ ਜੋ ਉਹਨਾਂ ਨੇ ਹੁਣ ਤੱਕ ਦੇਖੋ ਇਹ ਗੱਲ ਨਹੀਂ ਵੀ ਹੁਣ ਤੱਕ ਕੁਝ ਨਹੀਂ ਕੀਤਾ ਅੰਤਰਰਾਸ਼ਟਰੀ ਭਾਈਚਾਰੇ ਨੇ UN ਦੇ ਲੈਵਲ ਦੇ ਉੱਤੇ ਬੜਾ ਕੁਝ ਕੀਤਾ। ਜਿਸ ਤਰ੍ਹਾਂ ਸਸਟੇਨੇਬਲ ਡਿਵੈਲਪਮੈਂਟ ਦਾ ਜਿਹੜਾ ਇੱਕ ਫੰਡਾ ਹੈ ਉਹ ਦੁਨੀਆ ਦੇ ਵਿੱਚ ਲਿਆਂਦਾ ਗਿਆ ਹੈ ਭਾਮ ਸਾਹਿਬ ਕਿਉਂਕਿ ਦੇਖੋ ਹੁਣ ਕਲਾਈਮੇਟ ਚੇਂਜ ਜਿਹੜੀ ਮਨੁੱਖੀ ਸੱਭਿਅਤਾ ਹੈ ਇਸ ਦੇ ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ। ਜਿਹੜੇ 7 ਅਰਬ ਲੋਕ
ਇਸ ਪਲੈਨਟ ਦੇ ਉੱਪਰ ਰਹਿੰਦੇ ਆ, ਉਹਨਾਂ ਦੇ ਲੋੜਾਂ ਵੀ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਅਸੀਂ ਨਹੀਂ ਕਹਿ ਸਕਦੇ ਉਹਨਾਂ ਨੂੰ ਕਿ ਬਈ ਇਹ ਨਹੀਂ ਹੋਣਾ। ਫੂਡ ਸਿਕਿਉਰਿਟੀ ਵੀ ਜ਼ਰੂਰੀ ਹੈ, ਹਾਊਸਿੰਗ ਵੀ ਜ਼ਰੂਰੀ ਹੈ, ਟਰਾਂਸਪੋਰਟੇਸ਼ਨ ਵੀ ਜ਼ਰੂਰੀ ਹੈ। ਪਰ ਉਹ ਕਹਿੰਦੇ ਆ ਕਿ ਇਸ ਸਭ ਨੂੰ ਅਚੀਵ ਕਰਨ ਦੇ ਲਈ ਅਸੀਂ ਇੱਕ ਜਿਹੜਾ ਸਸਟੇਨੇਬਲ ਇੱਕ ਮਾਡਲ ਤਿਆਰ ਕਰੀਏ। ਸਸਟੇਨੇਬਿਲਿਟੀ ਦਾ ਮਤਲਬ ਹੈ ਭਾਮ ਸਾਹਿਬ ਕਿ ਜਿਹੜੇ ਇਹ ਪ੍ਰਿਥਵੀ ਦੇ ਜਿਹੜੇ ਰਿਸੋਰਸ ਹੈ ਇਹਨਾਂ ਨੂੰ ਇਸ ਤਰ੍ਹਾਂ ਵਰਤਿਆ ਜਾਵੇ ਕਿ ਮਨੁੱਖਾਂ ਦੀ ਲੋੜ ਵੀ ਪੂਰੀ ਹੋਵੇ ਤੇ ਜਿਹੜਾ ਪ੍ਰਕਿਰਤੀ ਦਾ ਉਹ ਨੁਕਸਾਨ ਵੀ ਨਾ ਹੋਵੇ। ਬਿਲਕੁਲ, ਯਾਨੀ ਕਿ ਇੱਕ ਮਿਡਲ ਪਾਥ ਲਿਆ ਜਾਵੇ। ਜਿਸ ਤਰ੍ਹਾਂ ਮਹਾਤਮਾ ਗਾਂਧੀ ਦਾ ਕਥਨ ਸੀ ਕਿ ਦਿਸ ਅਰਥ ਹੈਜ਼ ਫॉर everyone's need, earth can fulfill everyone's need but not a single man's greed। ਜਿਹੜੀ ਧਰਤੀ ਹੈ ਇਹ ਸਭ ਦੀਆਂ ਲੋੜਾਂ ਪੂਰੀ ਕਰ ਸਕਦੀ ਹੈ, ਸਾਰੀ ਮਨੁੱਖਤਾ ਦੀ, ਪਰ ਇਹ ਕਿਸੇ ਇੱਕ ਇਨਸਾਨ ਦਾ ਜਿਹੜਾ ਲਾਲਚ ਹੈ ਉਹ ਕਿਸੇ ਇੱਕ ਇਨਸਾਨ ਦਾ ਵੀ ਪੂਰਾ ਨਹੀਂ ਕਰ ਸਕਦੀ। ਜਿਹੜੀ ਭਾਮ ਸਾਹਿਬ ਗੁਰਬਾਣੀ ਦੇ ਵਿੱਚ ਵੀ ਗੱਲ ਆਉਂਦੀ ਹੈ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਸੋ ਸਾਰੀਆਂ ਪੁਰੀਆਂ ਦਾ ਜੇ ਪਦਾਰਥ ਵੀ ਪੰਡਾਂ ਬੰਨ੍ਹ ਕੇ ਇਹ ਕਿਸੇ ਮਨੁੱਖ ਨੂੰ ਦੇ ਦਿੱਤਾ ਜਾਵੇ ਉਹ ਤਾਂ ਵੀ ਉਸ ਦੀ ਜਿਹੜੀ ਪਦਾਰਥ ਦੀ ਭੁੱਖ ਹੈ ਉਹ ਮਿਟਦੀ ਨਹੀਂ। ਸੋ ਉਸੇ ਤਰ੍ਹਾਂ ਕੁਛ ਗਾਂਧੀ ਜੀ ਨੇ ਵੀ ਫਰਮਾਇਆ ਸੀ। ਤੇ ਉਹ ਭਾਮ ਸਾਹਿਬ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਹੈ ਉਹ ਇਹ ਚੀਜ਼ ਕਹਿੰਦੀ ਹੈ ਕਿ ਬੈਲੈਂਸ ਬਣਾ ਕੇ ਚੱਲਿਆ ਜਾਵੇ। ਜਿਹੜੇ ਸਾਡੇ ਰਿਸੋਰਸ ਹੈ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਅਗਲੀ ਜਨਰੇਸ਼ਨ ਲਈ ਵੀ ਉਹਨੂੰ ਛੱਡ ਕੇ ਜਾਈਏ, ਉਹ ਅਸੀਂ ਖਤਮ ਨਾ ਕਰਕੇ ਜਾਈਏ। ਜਿਸ ਤਰ੍ਹਾਂ ਜਿਹੜੇ ਮਾਂ-ਬਾਪ ਹੈ ਉਹ ਕਹਿੰਦੇ ਆ ਵੀ ਅਸੀਂ ਆਪਦੀ ਔਲਾਦ ਦੇ ਲਈ ਘਰ ਬਣਾ ਦਈਏ, ਇੰਨਾ ਬੈਂਕ ਬੈਲੈਂਸ ਛੱਡ ਦਈਏ, ਇੰਨਾ ਆਹ ਕਰ ਦਈਏ। ਉਹ ਇਹ ਨਹੀਂ ਸੋਚਦੇ ਕਿ ਜਿਹੜੀ ਪ੍ਰਕਿਰਤੀ ਹੈ ਇਹ ਵੀ ਸਾਨੂੰ ਧਰੋਹਰ 'ਚ ਮਿਲੀ ਹੈ ਤੇ ਅਸੀਂ ਆਪਦੀ ਅਗਲੀ ਜਨਰੇਸ਼ਨ ਨੂੰ ਇਹ ਛੱਡ ਕੇ ਜਾਣੀ ਹੈ ਤਾਂ ਕਿ ਇਸ ਗ੍ਰਹਿ ਦੇ ਉੱਤੇ, ਧਰਤੀ ਦੇ ਉੱਤੇ ਉਹ ਆਪਣਾ ਰਹਿ ਸਕਣ, ਜੀਵਨ ਬਤੀਤ ਕਰ ਸਕਣ। ਪਰ ਭਾਮ ਸਾਹਿਬ ਜਿਸ ਹਿਸਾਬ ਦੇ ਨਾਲ ਅਸੀਂ, ਜਿਸ ਰਸਤੇ ਅਸੀਂ ਹੁਣ ਤੁਰੇ ਹੋਏ ਹਾਂ ਪ੍ਰਕਿਰਤੀ ਦਾ ਉਜਾੜਾ ਕਰਨ, ਉਸ ਹਿਸਾਬ ਦੇ ਨਾਲ ਫਿਰ ਜਿਹੜੇ ਇਹ ਮਹਿਲ ਮਾੜੀਆਂ ਜਾਂ ਜਿਹੜੇ ਬੈਂਕ ਬੈਲੈਂਸ ਹੈ ਇਹ ਕਿਸੇ ਕੰਮ ਦੇ ਨਹੀਂ ਰਹਿਣੇ, ਕਿਉਂਕਿ ਜੇ ਮਨੁੱਖੀ ਸੱਭਿਅਤਾ ਹੀ ਨਹੀਂ ਇੱਥੇ ਬਚਣੀ। ਬਿਲਕੁਲ ਜੀ। ਸੋ ਭਾਮ ਸਾਹਿਬ ਜਿਸ ਤਰ੍ਹਾਂ ਫਿਰ ਫਰੀਦ ਜੀ ਕਹਿੰਦੇ ਆ ਕਿ ਕੋਠੇ ਮੰਡਪ ਮਾੜੀਆਂ ਇਹਨਾਂ ਲਾਈਏ ਚਿੱਤ, ਮਿੱਟੀ ਉੱਪਰ ਪਈ ਜਦੋਂ ਕੋਈ ਨਾ ਹੋਸੀ ਮਿੱਤ। ਸਹੀ ਗੱਲ ਹੈ ਜੀ। ਗਿਲ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਕਿ ਬੈਲੈਂਸ ਜਿਹੜਾ ਉਹ ਜ਼ਰੂਰੀ ਹੈ, ਉਹ ਬੈਲੈਂਸ ਤੋਂ ਬਿਨਾਂ ਤਾਂ ਜਿਹੜਾ ਸਿਸਟਮ ਸਾਰਾ ਵਿਗੜ ਜਾਣਾ ਹੈ। ਅੰਤਰਰਾਸ਼ਟਰੀ ਭਾਈਚਾਰਾ ਵੀ ਕੋਈ ਇਸ ਤਰ੍ਹਾਂ ਦੇ ਬੈਲੈਂਸ ਬਣਾਉਣ ਦੀ ਪਹਿਲ ਕਰ ਰਿਹਾ ਜੀ? ਭਾਮ ਸਾਹਿਬ ਜਿਸ ਤਰ੍ਹਾਂ ਅਸੀਂ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕੀਤੀ ਸੀ, ਸੋ UN ਨੇ ਜਿਹੜੇ ਹੈ ਉਹ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ ਜਿਹੜੇ ਉਹ ਬਣਾਏ ਹੋਏ ਆ ਤੇ ਸਾਰੇ ਮੁਲਕਾਂ ਨੂੰ ਉਹ ਇਨਕਰੇਜ ਕਰ ਰਹੇ ਹੈ ਇਹਨਾਂ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ ਇਹਨਾਂ ਨੂੰ ਲਾਗੂ ਕਰਨ। ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਵਿੱਚੋਂ ਭਾਮ ਸਾਹਿਬ ਤੁਹਾਨੂੰ ਮੈਂ ਚੰਦ ਗੋਲਸ ਆ ਜਿਹੜੇ ਮੈਂ ਉਹ ਦੱਸ ਦਿੰਦਾ। ਜਿਸ ਤਰ੍ਹਾਂ ਗਰੀਬੀ ਦਾ ਖਾਤਮਾ ਕਰਨਾ, ਭੁੱਖਮਰੀ ਦਾ ਖਾਤਮਾ ਕਰਨਾ, ਚੰਗੀ ਸਿਹਤ ਪ੍ਰਦਾਨ ਕਰਨੀ ਲੋਕਾਂ ਨੂੰ, ਕੁਆਲਿਟੀ ਐਜੂਕੇਸ਼ਨ ਪ੍ਰਦਾਨ ਕਰਨੀ, ਜੈਂਡਰ ਇਕੁਐਲਿਟੀ ਇਨਸ਼ੋਰ ਕਰਨੀ, ਜਿਹੜੀ ਸਾਫ਼ ਪਾਣੀ ਤੇ ਜਿਹੜੀ ਨਿਕਾਸੀ ਹੈ, ਸੈਨੀਟੇਸ਼ਨ ਹੈ ਉਹ ਦੇਣੀ, ਅਫੋਰਡੇਬਲ ਤੇ ਜਿਹੜੀ ਕਲੀਨ ਐਨਰਜੀ ਹੈ ਉਹ ਮੁਹੱਈਆ ਕਰਾਉਣੀ, ਠੀਕ ਹੈ ਜੀ। ਇਕਨੋਮਿਕ ਗਰੋਥ ਇਨਸ਼ੋਰ ਕਰਨੀ ਤੇ ਇਨਕੁਐਲਿਟੀ ਘਟਾਉਣੀ ਲੋਕਾਂ ਦੇ ਵਿੱਚ, ਸ਼ਹਿਰਾਂ ਨੂੰ ਸਸਟੇਨੇਬਲ ਬਣਾਉਣਾ, ਕਮਿਊਨਿਟੀਜ਼ ਨੂੰ ਸਸਟੇਨੇਬਲ ਬਣਾਉਣਾ। ਸੋ ਜਿਹੜਾ ਸ਼ਹਿਰੀ ਹੈ, ਜਿਹੜੀ ਅਰਬਨ ਡਿਵੈਲਪਮੈਂਟ ਹੈ ਉਹ ਇਸ ਤਰ੍ਹਾਂ ਕੀਤੀ ਜਾਵੇ ਸਸਟੇਨੇਬਲ। ਹੁਣ ਗ੍ਰੀਨ ਸਪੇਸਿਸ ਵੀ ਰੱਖੀਆਂ ਜਾਣ, ਇਸ ਤਰ੍ਹਾਂ ਨਹੀਂ ਕਿ ਸ਼ਹਿਰਾਂ ਨੂੰ ਕੰਕਰੀਟ ਜੰਗਲ ਬਣਾ ਦਿੱਤਾ ਜਾਵੇ। ਬਿਲਕੁਲ। ਸੋ ਭਾਮ ਸਾਹਿਬ ਇਸ ਤਰ੍ਹਾਂ 17 ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ ਉਹ ਜਿਹੜਾ ਯੂਨਾਈਟਿਡ ਨੇਸ਼ਨਜ਼ ਹੈ, ਜਿਹੜਾ ਉਹਦਾ ਡਿਪਾਰਟਮੈਂਟ ਆਫ ਇਕਨੋਮਿਕ ਐਂਡ ਸੋਸ਼ਲ ਅਫੇਅਰਸ ਹੈ ਉਹਨੇ ਜਿਹੜੇ ਹੈ ਇਹ ਕੀ ਹੈ ਤੇ ਕਹੇ ਨੇ ਤੇ ਇਹ ਸਾਰੇ ਮੁਲਕ ਇਹਨਾਂ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੂੰ ਆਪਣੀ ਪਾਲਿਸੀਜ਼ ਦੇ ਵਿੱਚ ਉਤਾਰ ਕੇ, ਆਪਣੀ ਡੋਮੈਸਟਿਕ ਪਾਲਿਸੀਜ਼ ਦੇ ਵਿੱਚ ਉਤਾਰ ਕੇ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਇਸ ਦੀ ਬਕਾਇਦਾ ਰਿਪੋਰਟ ਜਾਂਦੀ ਹੈ ਵੀ ਕਿੰਨੀ ਅਸੀਂ ਸਫਲਤਾ ਇਸ ਦੇ ਵਿੱਚ ਕਾਮਯਾਬ ਕਰ ਰਹੇ ਹਾਂ ਜਾਂ ਕਿੱਥੇ ਅਸੀਂ ਪਿੱਛੇ ਰਹਿ ਰਹੇ ਹਾਂ ਤੇ ਫਿਰ ਸਭ ਨੂੰ ਉਹ ਮੋਟੀਵੇਟ ਕੀਤਾ ਜਾਂਦਾ ਹੈ। ਭਾਮ ਸਾਹਿਬ ਫਿਰ UN ਫਰੇਮਵਰਕ ਜਿਹੜੀ ਹੈ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਹੈ ਉਹ ਕੀਤੀ ਗਈ ਹੈ। ਫਿਰ ਪੈਰਿਸ ਐਗਰੀਮੈਂਟ ਜਿਹੜਾ ਹੈ ਸਾਰੇ ਗਲੋਬਲ ਭਾਈਚਾਰੇ ਦੇ ਵਿੱਚ ਜਿਹੜਾ ਪੈਰਿਸ ਦਾ ਅਹਿਦਨਾਮਾ ਹੈ ਉਹ ਵੀ ਹੈ, ਜਿਸ ਦੇ ਵਿੱਚ ਭਾਮ ਸਾਹਿਬ 3 ਜਿਹੜੀਆਂ ਬਰੌਡ ਕੈਟੇਗਰੀਜ਼ ਹੈ ਜਿੱਥੇ ਐਕਸ਼ਨ ਕਰਨ ਦੀ ਲੋੜ ਹੈ।
ਉਹ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤਾਂ ਕਟਿੰਗ ਜਿਹੜੀ ਕਾਰਬਨ ਐਮਿਸ਼ਨ ਹੈ ਜੀ, ਸਭ ਤੋਂ ਪਹਿਲਾਂ ਤਾਂ ਇਹ ਐਕਸ਼ਨ ਲੈਣ ਲਈ ਕਿਹਾ ਗਿਆ ਹੈ ਕਿ ਜਿਹੜੀ ਕਾਰਬਨ ਐਮਿਸ਼ਨ ਹੈ ਇਹਨੂੰ ਘੱਟ ਕੀਤਾ ਜਾਵੇ। ਸੋ ਬਹੁਤ ਸਾਰੇ ਮੁਲਕ ਨੇ ਭਾਮ ਸਾਹਿਬ ਜਿਹੜੇ 2050 ਤੱਕ ਇਹ ਮੁਆਹਦਾ, ਇਹ ਵਾਅਦਾ, ਇਹ ਕਮਿਟਮੈਂਟ ਕਰ ਚੁੱਕੇ ਹੈ ਕਿ ਉਹ ਨੈਟ ਜ਼ੀਰੋ ਐਮਿਸ਼ਨ ਤੱਕ ਪਹੁੰਚਣਗੇ। ਮਤਲਬ ਕੋਈ ਵੀ ਕਾਰਬਨ ਹੈ ਜਿਹੜੀ ਉਹਨਾਂ ਦੇ ਵੱਲੋਂ ਐਟਮੋਸਫੀਅਰ ਦੇ ਵਿੱਚ ਨਹੀਂ ਜਾਊਗੀ। ਸੋ ਉਹਨਾਂ ਦੇ ਵਿੱਚੋਂ ਭਾਮ ਸਾਹਿਬ ਕਈ ਮੁਲਕ ਹੈ ਜਿਹੜੇ ਇਹ ਕਹਿੰਦੇ ਹੈ, ਉਹਨਾਂ ਨੇ ਕਮਿਟਮੈਂਟ ਦਿੱਤੀ ਹੈ ਕਿ 2030 ਤੱਕ ਜਿਹੜੀ ਉਹ ਐਮਿਸ਼ਨ ਹੈ ਆਪਣੀ ਉਹ ਅੱਧੀ ਕਰਨਗੇ ਤੇ 2050 ਦੇ ਤੱਕ ਜਿਹੜੀ ਨੈਟ ਜ਼ੀਰੋ ਐਮਿਸ਼ਨ ਹੈ ਉਹ ਕਰਨਗੇ। ਤੇ ਸੋ ਭਾਮ ਸਾਹਿਬ ਇਹ ਤਾਂ ਇੱਕ ਗੱਲ ਹੋ ਗਈ ਜਿਹੜੀ ਕਟਿੰਗ ਜਿਹੜੀ ਐਮਿਸ਼ਨ ਹੈ ਉਹ ਘੱਟ ਕਰਨ ਦੀ। ਸੋ ਉਸ ਦੇ ਲਈ ਭਾਮ ਸਾਹਿਬ ਜਿਹੜੀ ਸੋਲਰ એનર્ਜੀ ਹੈ, ਰੀਨਿਊਏਬਲ એનર્ਜੀ ਹੈ, ਉਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਵਿੰਡ એનર્ਜੀ ਹੈ, ਸੋਲਰ એનર્ਜੀ ਹੈ। ਸੋ ਇਹ ਇੱਕ ਜਿਹੜਾ ਕਲੀਨ ਬਦਲ ਹੈ ਜਿਹੜਾ ਉਹ ਹੈਗਾ, ਚਾਹੇ ਤੋਂ ਥਰਮਲ એનર્ਜੀ ਹੈ, ਉਹ ਇਹ ਫੋਸਿਲ ਫਿਊਲਸ ਦੇ ਬਦਲ ਦੇ ਤੌਰ ਤੇ ਇਸ ਨੂੰ ਦੇਖਿਆ ਜਾ ਰਿਹਾ ਹੈ। ਇਸ ਲਈ ਦੇਖੋ ਵੀ ਜਿਹੜੀ ਸੋਲਰ એનર્ਜੀ ਹੈ ਉਸ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪੈਰਿਸ ਟ੍ਰੀਟੀ ਦੇ ਕਾਰਨ ਹੀ ਭਾਮ ਸਾਹਿਬ ਦੇਖੋ ਤੁਸੀਂ ਇਹ ਗੱਲ ਦੇਖਣ ਨੂੰ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਕੈਨੇਡਾ ਦੇ ਵਿੱਚ ਵੀ ਕਿ 2030 ਦੇ ਤੱਕ ਜਿਹੜੀਆਂ ਸਾਰੀਆਂ ਕਾਰਾਂ ਜੋ ਗਰਾਊਂਡ ਤੇ ਹੋਣਗੀਆਂ ਉਹ ਇਲੈਕਟ੍ਰਿਕ ਕਾਰਸ ਹੋਣਗੀਆਂ। ਸੋ ਜਿਹੜੀ ਕਾਰਬਨ ਐਮਿਸ਼ਨ ਹੈ ਜਿਹੜੀ ਉਹ ਕੰਪਲੀਟਲੀ ਵਹੀਕਲ ਦੇ ਵਿੱਚੋਂ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਵੇਗੀ। ਸੋ ਇਸੇ ਤਰ੍ਹਾਂ ਭਾਮ ਸਾਹਿਬ ਇਹ ਤਾਂ ਹੋ ਗਿਆ ਕਟਿੰਗ ਐਮਿਸ਼ਨ। ਸੋ ਸਾਰੇ ਮੁਲਕਾਂ ਨੇ ਹਾਲਾਂਕਿ ਇੱਥੇ ਸਹਿਮਤੀ ਨਹੀਂ ਜਤਾਈ ਪਰ ਇਨ ਪ੍ਰਿੰਸੀਪਲ ਸਾਰੇ ਮੰਨ ਗਏ ਹੈ। ਸੋ 2050 ਦਾ ਜਿਹੜੀ ਡੈਡਲਾਈਨ ਹੈ ਉਹ ਕਈਆਂ ਨੇ ਨਹੀਂ ਮੰਨੀ, ਕਈਆਂ ਨੇ ਜਿਹੜੀ ਆਪਣੀ ਡੈਡਲਾਈਨ ਹੈ ਉਹ ਕੁਝ ਅੱਗੇ ਦੀ ਦੱਸੀ ਹੈ ਵੀ ਸਾਡੇ ਲਈ 2050 ਤੱਕ ਪੋਸੀਬਲ ਨਹੀਂ ਹੈ। ਪਰ ਅਸੀਂ ਕੁਝ ਨਾ ਕੁਝ ਡਿਵੈਲਪਿੰਗ ਕੰਟਰੀਜ਼ ਨੇ ਵੀ ਜਿਹੜੀ ਯਤਨ ਮੰਨੀ ਹੈ ਤੇ ਉਹਨਾਂ ਨੇ ਕਈ ਨੇ ਡੈਡਲਾਈਨ ਆਪਣੀ ਅੱਗੇ ਪਾਈ ਹੈ 2070 ਤੱਕ ਅਸੀਂ ਕਰ ਦੇਵਾਂਗੇ ਨੈਟ ਜ਼ੀਰੋ। ਕਿਉਂਕਿ ਇਹ ਭਾਮ ਸਾਹਿਬ ਕੋਈ ਸਖਾਲਾ ਕੰਮ ਤਾਂ ਹੈ ਨਹੀਂ। ਜਿਹੜੀ ਸਾਰੀ ਇਕਨੋਮੀ ਹੈ ਉਹਨੂੰ ਬਦਲਣਾ, ਸਾਰੀ ਇਕਨੋਮੀ ਹੈ ਜਿਹੜੀ ਉਹਨੂੰ ਚੇਂਜ ਕਰਨਾ। ਸੋ ਭਾਰਤ ਦੇ ਵਿੱਚ ਵੀ ਦੇਖੋ ਵੱਡੇ ਪੱਧਰ ਦੇ ਉੱਤੇ ਭਾਮ ਸਾਹਿਬ ਜਿਹੜੀ ਸੋਲਰ એનર્ਜੀ ਹੈ ਉਹਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤੁਸੀਂ ਦੇਖੋ ਛੱਤਾਂ ਦੇ ਉੱਪਰ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸੋਲਰ એનર્ਜੀ ਦਾ ਇਸਤੇਮਾਲ ਕਰਨ। ਯੂਨੀਵਰਸਿਟੀਆਂ ਦੇ ਵਿੱਚ, ਹੋਸਟਲਸ ਦੇ ਵਿੱਚ ਲਗਾ ਦਿੱਤਾ ਗਿਆ ਜਿਹੜਾ ਨੈਸ਼ਨਲ ਜਿਹੜਾ ਸੋਲਰ ਮਿਸ਼ਨ ਹੈ। ਸੋ ਭਾਮ ਸਾਹਿਬ ਇਹਦੇ ਲਈ ਜਿਹੜੀ ਡਿਵੈਲਪਡ ਕੰਟਰੀਜ਼ ਹੈ ਉਹ ਆਪਣੀ ਜਿਹੜੀ ਨਵੀਂ ਟੈਕਨੋਲੋਜੀ ਹੈ ਉਹ ਵੀ ਸ਼ੇਅਰ ਕਰ ਰਹੀ ਹੈ ਡਿਵੈਲਪਿੰਗ ਕੰਟਰੀਜ਼ ਦੇ ਨਾਲ। ਸੋ ਇਸ ਲਈ ਭਾਮ ਸਾਹਿਬ ਇਹ ਜਿਹੜਾ ਸਾਰਿਆਂ ਜੇ ਇਕੱਠੇ ਹੋ ਕੇ ਯਤਨ ਕਰਨਗੇ ਤਾਂ ਮੈਂ ਸਮਝਦਾ ਵੀ ਇਹਦੇ ਵਿੱਚ ਜਿਹੜੀ ਕਾਮਯਾਬੀ ਹੈ ਉਹ ਮਨੁੱਖਤਾ ਨੂੰ ਮਿਲੂਗੀ। ਭਾਮ ਸਾਹਿਬ ਇਹ ਤਾਂ ਸੀਗਾ ਜਿਹੜਾ ਐਮਿਸ਼ਨਸ ਘਟਾਉਣ ਦੀ ਗੱਲ, ਇੱਕ ਤਾਂ ਵੀ ਹੁਣ ਐਮਿਸ਼ਨ ਘਟਾਈ ਜਾਵੇ, ਪਰ ਜਿੰਨਾ ਕਾਰਬਨ ਦੇਖੋ ਜਾ ਚੁੱਕਿਆ ਹੈ ਹਵਾ ਦੇ ਵਿੱਚ, ਐਟਮੋਸਫੀਅਰ ਦੇ ਵਿੱਚ, ਉਹਦੇ ਕਾਰਨ ਕੁਛ ਨਾ ਕੁਛ ਤਬਦੀਲੀ ਆਉਣੀ ਲਾਜ਼ਮੀ ਹੈ ਜੋ ਆ ਵੀ ਗਈ ਹੈ। ਸੋ ਇਸ ਲਈ ਸਾਨੂੰ ਜਿਹੜੀ ਕਲਾਈਮੇਟ ਪ੍ਰੀਪੇਅਰਡਨੈਸ ਕਰਨੀ ਵੀ ਜ਼ਰੂਰੀ ਹੈ। ਅਡੈਪਟਿੰਗ ਟੂ ਕਲਾਈਮੇਟ ਇੰਪੈਕਟਸ, ਸਾਨੂੰ ਤਿਆਰ ਰਹਿਣਾ ਪਊਗਾ ਸੋਕਿਆਂ ਦੇ ਲਈ, ਹੜ੍ਹਾਂ ਦੇ ਲਈ, ਐਕਸਟ੍ਰੀਮ ਕਲਾਈਮੈਟਿਕ ਈਵੈਂਟਸ ਦੇ ਲਈ ਸਾਨੂੰ ਵਿਗਿਆਨਕ ਤੌਰ ਤੇ ਰਿਸਰਚ ਕਰਨੀ ਪਊਗੀ ਤਾਂ ਕਿ ਅਸੀਂ ਉਹਨਾਂ ਈਵੈਂਟਸ ਨੂੰ ਪ੍ਰੈਡਿਕਟ ਕਰ ਸਕੀਏ, ਮਨੁੱਖਤਾ ਨੂੰ ਬਚਾ ਸਕੀਏ ਉਸ ਤੋਂ। ਜਿੰਨੀ ਗਲਤੀ ਕਰ ਚੁੱਕੇ ਆ ਉਹ ਤਾਂ ਭੁਗਤਣੀ ਪੈਣੀ ਹੈ। ਜਿਸ ਤਰ੍ਹਾਂ ਭਾਮ ਸਾਹਿਬ ਹੁਣ ਤੁਸੀਂ ਦੇਖੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਜਿਹੜੀ ਨਵੀਂ ਮਿਨਿਸਟਰੀ ਪ੍ਰੀਮੀਅਰ ਡੇਵਿਡ ਏਬੀ ਨੇ ਸਹੁੰ ਚੁਕਾਈ ਹੈ ਉਸ ਦੇ ਵਿੱਚ ਇੱਕ ਮੰਤਰਾਲਾ ਖਾਸ ਤੌਰ ਤੇ ਕਲਾਈਮੇਟ ਪ੍ਰੀਪੇਅਰਡਨੈਸ ਵਾਸਤੇ ਬਣਾਇਆ ਗਿਆ। ਬਿਲਕੁਲ ਜੀ, ਬਿਲਕੁਲ। ਸੋ ਇਸੇ ਸੋਚ ਨੂੰ ਅੱਗੇ ਲੈ ਜਾਂਦੇ ਆ ਕਿ ਕਿਸ ਤਰ੍ਹਾਂ ਜਿਹੜੀ ਅਡੈਪਟ ਅਸੀਂ ਕਲਾਈਮੇਟ ਇੰਪੈਕਟ ਦੇ ਅਗੇਂਸਟ ਕਰ ਸਕੀਏ। ਜਿਹੜੇ ਅੱਗੇ ਆਉਣ ਵਾਲੇ ਕਲਾਈਮੈਟਿਕ ਐਕਸਟ੍ਰੀਮ ਕਲਾਈਮੈਟਿਕ ਈਵੈਂਟਸ ਹੈ, ਜਿਸ ਤਰ੍ਹਾਂ ਫਲੱਡਿੰਗ ਹੈ, ਕੋਈ ਸੋਕਾ ਹੈ, ਕੋਈ ਹੋਰ ਤੂਫਾਨ ਨੇ ਤਟਵਰਤੀ ਇਲਾਕਿਆਂ ਦੇ ਵਿੱਚ, ਉਸ ਦੇ ਲਈ ਅਸੀਂ ਪਹਿਲਾਂ ਹੀ ਪ੍ਰਿਪੇਅਰ ਹੋਈਏ, ਵਿਗਿਆਨਕ ਤੌਰ ਤੇ ਰਿਸਰਚ ਕਰੀਏ ਤੇ ਉਸ ਨੂੰ ਕਾਮਯਾਬੀ ਦੇ ਨਾਲ ਉਸ ਨੂੰ ਟੈਕਲ ਕਰ ਸਕੀਏ। ਸੋ ਇਹ ਇੱਕ ਐਕਸ਼ਨ ਪਲਾਨ ਦਾ ਬੜਾ ਵੱਡਾ ਹਿੱਸਾ ਇਹ ਚੀਜ਼ ਹੈ। ਤੇ ਤੀਜਾ ਭਾਮ ਸਾਹਿਬ ਫਾਈਨੈਂਸਿੰਗ, ਜਿਹੜਾ ਦੇਖੋ ਕਿ ਪੈਸੇ ਤੋਂ ਬਿਨਾਂ ਕੋਈ ਗੱਲ ਅੱਗੇ ਨਹੀਂ ਚੱਲਦੀ ਹੈਗੀ। ਜਿੰਨਾ ਚਿਰ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈ ਉਹ ਵੀ ਫੰਡਸ ਦੀ ਡਿਮਾਂਡ ਡਿਵੈਲਪਡ ਕੰਟਰੀਜ਼ ਤੋਂ ਕਰਦੀ ਹੈ ਤੇ ਬਜਟਿੰਗ ਦੇ ਵਿੱਚ ਵੀ ਜਦ ਅਸੀਂ ਬਜਟ ਮੁਲਕਾਂ ਦੇ ਬਣਾਏ ਜਾਂਦੇ ਆ ਜਾਂ ਸੂਬਿਆਂ ਦੇ ਬਣਾਏ ਜਾਂਦੇ ਆ ਉਹਦੇ ਵਿੱਚ ਵੀ ਜਿਹੜਾ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਦੇ ਵਾਸਤੇ ਮੈਂ ਸਮਝਦਾ
ਵੀ ਪਾਲਿਸੀ ਮੇਕਰਸ ਨੂੰ ਜਿਹੜੇ ਫੰਡ ਹੈ ਉਹ ਅਲੱਗ ਰੱਖਣੇ ਚਾਹੀਦੇ ਆ, ਆਪਦੀ ਬਜਟਿੰਗ ਦੇ ਵਿੱਚ ਉਸ ਨੂੰ ਜਿਹੜਾ ਇਨਕਲੂਡ ਹੈ ਉਹ ਕਰਨਾ ਚਾਹੀਦਾ। ਤੇ ਦੂਸਰੀ ਗੱਲ ਹੈ ਭਾਮ ਸਾਹਿਬ, ਫਾਈਨੈਂਸਿੰਗ ਦੇ ਵਿੱਚ ਜਿਵੇਂ ਜਿਹੜਾ ਪ੍ਰਿੰਸੀਪਲ ਹੈ ਕਿ ਲੈਟ ਦਾ ਪੋਲਿਊਟਰਸ ਪੇ, ਜਿਹੜੇ এনवायरमेंट ਨੂੰ ਪੋਲਿਊਟ ਕਰਦੇ ਆ, এনवायरमेंट ਨੂੰ ਪੋਲਿਊਟ ਕਰਨ ਦੇ ਉੱਪਰ ਇੱਕ ਜਿਹੜੀ ਕਲੀਨ એનર્ਜੀ ਹੈ ਉਹਨੂੰ ਯੂਜ਼ ਕਰਨ ਦਾ ਇਨਸੈਂਟਿਵ ਹੋਣਾ ਚਾਹੀਦਾ, ਇਨਾਮ ਹੋਣਾ ਚਾਹੀਦਾ। ਤੇ ਜੇ ਕੋਈ এনवायरमेंट ਨੂੰ ਪੋਲਿਊਟ ਕਰਦਾ ਹੈ ਤਾਂ ਉਹਨੂੰ ਉਹਦਾ ਜਿਹੜਾ ਹਰਜਾਨਾ ਹੈ ਉਹ ਪੇ ਕਰਨਾ ਚਾਹੀਦਾ ਔਰ ਥੋੜਾ ਜਿਹਾ ਵੱਡਾ ਕਰਨਾ ਚਾਹੀਦਾ ਤਾਂ ਜੋ ਲੋਕਾਂ ਦੇ ਵਿੱਚ ਇੱਕ ਉਸ ਪ੍ਰਤੀ ਸੁਹਿਰਦਤਾ ਤੇ ਡਰ ਦੋਵੇਂ ਚੀਜ਼ਾਂ ਇਕੱਠੀਆਂ ਬਣੀਆਂ ਰਹਿਣ। ਜੀ ਭਾਮ ਸਾਹਿਬ, ਜਿਸ ਤਰ੍ਹਾਂ ਹੁਣ ਦੇਖੋ ਜਿਹੜਾ ਕਾਰਬਨ ਟੈਕਸ ਹੈ ਕੈਨੇਡਾ ਦੇ ਵਿੱਚ, ਉਹ ਪੋਲਿਊਟਰ ਪੇਜ਼ ਪ੍ਰਿੰਸੀਪਲ ਦੇ ਉੱਤੇ ਆਧਾਰਿਤ ਹੈ, ਪਰ ਇਸ ਦੇ ਉੱਤੇ ਵੱਡੀ ਕੰਟਰੋਵਰਸੀ ਚੱਲ ਰਹੀ ਹੈ ਕਿਉਂਕਿ ਆਪੋਜੀਸ਼ਨ ਕਹਿ ਰਹੀ ਹੈ, ਕੰਜ਼ਰਵੇਟਿਵਜ਼ ਇਹ ਗੱਲ ਕਹਿ ਰਹੇ ਹੈ ਕਿ ਇਹ ਕਾਮਯਾਬ ਨਹੀਂ ਹੈ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਦੇ ਵਾਸਤੇ। ਪਰ ਜਿਹੜੀ ਸਰਕਾਰ ਹੈ, ਜਸਟਿਨ ਟਰੂਡੋ ਦੀ ਗਵਰਨਮੈਂਟ ਹੈ, ਉਹ ਇਹ ਕਹਿ ਰਹੀ ਹੈ ਕਿ ਇਹ ਕਲਾਈਮੇਟ ਚੇਂਜ ਨੂੰ ਰੋਕਣ ਦੇ ਵਾਸਤੇ ਇਹ ਇੱਕ ਸਟੈਪ ਹੈ ਜਿਹੜਾ ਕਾਰਬਨ ਟੈਕਸ ਦਾ ਉਹ ਲਾਜ਼ਮੀ ਹੈ। ਪਰ ਭਾਮ ਸਾਹਿਬ ਇਹ ਜੋ ਬੇਸਡ ਹੈ ਉਹ ਇਸੇ ਪ੍ਰਿੰਸੀਪਲ ਤੇ ਹੈ ਕਿ ਲੈਟ ਦਾ ਪੋਲਿਊਟਰਸ ਪੇ। ਤੇ ਫਾਈਨੈਂਸਿੰਗ ਦਾ ਹੋਰ ਵੀ ਹੈ ਭਾਮ ਸਾਹਿਬ, ਜਿਹੜੇ ਗ੍ਰੀਨ ਕ੍ਰੈਡਿਟਸ ਦਾ ਸਿਸਟਮ ਜਿਹੜਾ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿਹੜਾ ਸਟਾਰਟ ਕੀਤਾ ਗਿਆ ਹੈ ਕਿ ਜੇ ਕੋਈ ਮੁਲਕ ਆਪਣੀ ਐਮਿਸ਼ਨਸ ਘੱਟ ਕਰਦਾ ਹੈ ਉਹਨੂੰ ਗ੍ਰੀਨ ਜਿਹੜੇ ਕ੍ਰੈਡਿਟਸ ਉਹ ਮਿਲਦੇ ਹੈ, ਉਸ ਦੇ ਲਈ ਫਿਰ ਜਿਹੜੀ ਕਾਫੀ ਫੰਡਿੰਗ ਦੇ ਜਿਹੜੇ ਰਸਤੇ ਹੈ ਉਹ ਅੱਗੇ ਖੁੱਲ ਜਾਂਦੇ ਆ। ਸੋ ਇਸ ਤਰ੍ਹਾਂ ਉਹਨਾਂ ਨੂੰ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸਾਰੇ ਮੁਲਕਾਂ ਨੂੰ। ਜੀ, ਤੇ ਆਖਰੀ ਸਵਾਲ ਵਜੋਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪ੍ਰਿਥਵੀ ਨੂੰ ਜਾਂ ਮਨੁੱਖੀ ਸਮਾਜ ਨੂੰ ਕਲਾਈਮੇਟ ਦੇ ਚੇਂਜ ਜਿਹੜਾ ਹੋ ਰਹੀ ਹੈ ਉਸ ਤੋਂ ਬਚਾਉਣ ਵਾਸਤੇ ਕੀ ਕੀਤਾ ਜਾ ਸਕਦਾ ਹੈ? ਜੀ ਭਾਮ ਸਾਹਿਬ, ਇਸ ਮੁਕਾਮ ਤੇ ਆ ਕੇ ਮੈਨੂੰ ਉਹ ਛੋਟਾ ਜਿਹਾ ਕਿੱਸਾ ਇੱਕ ਯਾਦ ਆਉਂਦਾ ਹੈ ਮਰਾਸੀ ਦਾ। ਭਾਮ ਸਾਹਿਬ ਕਹਿੰਦੇ ਵੀ ਚੌਧਰੀਆਂ ਦੇ ਬੜੇ ਵੱਡੇ ਮਕਾਨ ਸੀ, ਮਹਿਲ ਮਾੜੀਆਂ ਕੋਠੀਆਂ ਸੀ, ਤੇ ਉਸ ਜਗ੍ਹਾ ਤੇ ਇੱਕ ਵਾਰ ਹੜ੍ਹ ਆਇਆ ਬਹੁਤ ਵੱਡਾ, ਸਭ ਕੁਝ ਰੁੜ ਗਿਆ, ਵਿੱਚ ਵਿਚਾਲੇ ਸਭ ਮਹਿਲ ਮਾੜੀਆਂ ਸਭ ਕੁਝ ਰੁੜ ਗਿਆ। ਤੇ ਉਹ ਪਾਣੀ 'ਚ ਅੱਧ ਡੁੱਬੇ ਜਿਹੜਾ ਪਰਿਵਾਰ ਹੈ ਉਹ ਚੌਧਰੀਆਂ ਦਾ ਰੀਸਾਂ ਦਾ ਉਹ ਖੜਾ ਹੈ, ਤੇ ਉੱਤੇ ਇੱਕ ਦਰਖਤ ਦੀ ਟੀਸੀ ਦੇ ਉੱਤੇ ਇੱਕ ਮਰਾਸੀ ਲਮਕਦਾ ਸੀ ਭਾਮ ਸਾਹਿਬ, ਉਹ ਉੱਚੀ ਹੱਸੀ ਜਾਵੇ ਤੇ ਚੌਧਰੀ ਉਹਨੂੰ ਦਬਕਾ ਮਾਰ ਕੇ ਆਖਦਾ ਹੈ ਮਰਾਸੀ ਨੂੰ ਵੀ ਮਰਾਸੀ ਬੇਗੈਰਤਾ, ਅਸੀਂ ਸਾਡਾ ਸਭ ਕੁਝ ਰੁੜ ਗਿਆ, ਮਹਿਲ ਮਾੜੀਆਂ ਸਭ ਸਾਡਾ ਜੋ ਚੱਲ ਜਾਇਦਾਦਾਂ ਰੁੜ ਗਈਆਂ ਇਹਦੇ ਹੜ੍ਹ ਦੇ ਵਿੱਚ, ਤੂੰ ਠਾ ਕੇ ਮਾਰ ਕੇ ਹੱਸ ਰਿਹਾ ਦਰਖਤ ਤੇ ਲਮਕਿਆ। ਮਰਾਸੀ ਉੱਤੋਂ ਜਵਾਬ ਦਿੰਦਾ ਹੈ ਭਾਮ ਸਾਹਿਬ, ਕਹਿੰਦਾ ਵੀ ਚੌਧਰੀ ਜੀ ਅੱਜ ਤਾਂ ਕਹਿੰਦਾ ਸਵਾਦ ਆਇਆ ਗਰੀਬ ਹੋਣ ਦਾ। ਸਹੀ ਗੱਲ। ਸੋ ਗੱਲ ਇਹ ਹੈ ਭਾਮ ਸਾਹਿਬ, ਜਿਹੜੀ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਅਸੀਂ ਜਿੰਨੇ ਜਿਹੜੀ ਮਹਿਲ ਮਾੜੀਆਂ ਘਰ ਮਕਾਨ ਬੈਂਕ ਬੈਲੈਂਸ ਆਪਣੀ ਆਉਣ ਵਾਲੀ ਪੀੜ੍ਹੀ ਲਈ ਛੱਡਣ ਦੇ ਬਾਰੇ ਸੋਚ ਰਹੇ ਹਾਂ, ਪਰ ਅਸੀਂ ਜਿਹੜਾ ਇੱਕ ਚੰਗਾ ਵਾਤਾਵਰਨ ਹੈ, ਇੱਕ ਸਸਟੇਨੇਬਲ ਜਿਹੜਾ এনवायरमेंट ਹੈ ਉਹਦੇ ਬਾਰੇ ਨਹੀਂ ਸੋਚ ਰਹੀ ਜਿਹੜੀ ਅੱਜ ਦੀ ਜਨਰੇਸ਼ਨ ਹੈ, ਕਿ ਉਹਦੀ ਜ਼ਿੰਮੇਵਾਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਵੀ ਜਿਹੜੇ ਕੁਦਰਤ ਹੈ ਇਸ ਦਾ ਸੰਰਕਸ਼ਣ ਕਰਕੇ ਅੱਗੇ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਿਲਕੁਲ ਇਹ ਦੇ ਕੇ ਜਾਈਏ। ਸੋ ਭਾਮ ਸਾਹਿਬ, ਉਸ ਦੇ ਲਈ ਮੈਂ ਸਮਝਦਾ ਜਿਸ ਤਰ੍ਹਾਂ ਅਸੀਂ ਸਸਟੇਨੇਬਲ ਡਿਵੈਲਪਮੈਂਟ ਦੀ ਤਾਂ ਗੱਲ ਕਰ ਚੁੱਕੇ ਹਾਂ, ਪਰ ਕੁਝ ਤਬਦੀਲੀਆਂ ਸਾਨੂੰ ਆਪਦੇ ਆਪ ਦੇ ਵਿੱਚ ਆਪਣੀ ਜੀਵਨ ਸ਼ੈਲੀ ਦੇ ਵਿੱਚ ਵੀ ਕਰਨੀਆਂ ਪੈਣਗੀਆਂ, ਆਪਣੀ ਸੋਚ ਦੇ ਵਿੱਚ ਵੀ ਕਰਨੀਆਂ ਪੈਣਗੀਆਂ। ਸੋ ਪਹਿਲੀ ਤਾਂ ਇਹ ਗੱਲ ਹੈ ਭਾਮ ਸਾਹਿਬ ਕਿ ਜਿਹੜਾ ਕਲਾਈਮੇਟ ਚੇਂਜ ਹੈ ਇਹਨੂੰ ਇੱਕ ਸਿਰਫ ਅਕੈਡਮਿਕ ਗੱਲ ਨਾ ਸਮਝਣ ਲੋਕ, ਇਹ ਇਟ ਇਜ਼ ਵੈਰੀ ਮਚ ਰੀਅਲ, ਸਾਡੀ ਜ਼ਿੰਦਗੀ ਨੂੰ ਹੁਣ ਇਫੈਕਟ ਕਰਨ ਲੱਗ ਗਈ। ਸਭ ਅੱਖਾਂ ਦੇ ਮੂਹਰੇ ਹਾਥ ਕੰਗਨ ਕੋ ਆਰਸੀ ਕਿਆ ਹੁਣ ਸਭ ਦੇਖ ਹੀ ਰਿਹਾ। ਸੋ ਭਾਮ ਸਾਹਿਬ, ਇੱਕ ਜਿਹੜਾ ਕੰਜ਼ਿਊਮਰਿਜ਼ਮ ਹੈ, ਜਿਹੜਾ ਇੱਕ ਪਦਾਰਥਵਾਦ ਦੀ ਦੌੜ ਦੇ ਵਿੱਚ ਅਸੀਂ ਫਸੇ ਹੋਏ ਹਾਂ, ਅਸੀਂ ਕੰਜ਼ਿਊਮਰ ਬਣੇ ਹੋਏ ਹਾਂ ਜਾਂ ਬਣਾਏ ਗਏ ਹਾਂ, ਉਸ ਕੰਜ਼ਿਊਮਰਿਜ਼ਮ ਦੀ ਸੋਚ ਤੋਂ ਸਾਨੂੰ ਨਿਕਲਣਾ ਪਊਗਾ, ਕਿਉਂਕਿ ਜਦੋਂ ਅਸੀਂ ਭਾਮ ਸਾਹਿਬ ਕੁਦਰਤ ਤੋਂ ਲੋੜ ਤੋਂ ਜ਼ਿਆਦਾ ਲੈਂਦੇ ਹਾਂ ਤਾਂ ਫਿਰ ਉਹਦਾ ਜਿਹੜਾ ਦੁਸ਼ਪ੍ਰਭਾਵ ਹੈ ਉਹ ਪੈਂਦਾ ਹੈ, ਉਹ ਵੇਸਟੇਜ ਹੈ। ਕੁਦਰਤ ਤੋਂ ਉਨਾ ਹੀ ਲੈਣਾ ਚਾਹੀਦਾ ਜਿੰਨੀ ਮਨੁੱਖ ਦੀ ਲੋੜ ਹੈ। ਸਾਨੂੰ ਵੀ ਜਿਹੜਾ ਪਦਾਰਥ ਹੈ
ਉਹਦਾ ਉਨਾ ਹੀ ਇਸਤੇਮਾਲ ਚਾਹੀਦਾ ਹੈ ਜਿੰਨੀ ਸਾਨੂੰ ਲੋੜ ਹੈ। ਜਿਸ ਤਰ੍ਹਾਂ ਤੁਸੀਂ ਉਦਾਹਰਨ ਆਪਣੀ ਅਲਮਾਰੀ ਤੋਂ ਸ਼ੁਰੂ ਕਰ ਲਓ, ਆਪਣੀ ਵਾਰਡਰੋਬ ਤੋਂ ਸ਼ੁਰੂ ਕਰ ਲਓ। ਤੁਸੀਂ ਆਪਣੀ ਅਲਮਾਰੀ ਖੋਲ੍ਹ ਕੇ ਦੇਖੋ ਕਿ ਜੋ ਚਲੋ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਜਿਹੜੇ ਵੱਖ-ਵੱਖ ਜਿਹੜੇ ਕੱਪੜੇ ਇਕੱਠੇ ਕਰਨ ਦੀ, ਕਈ ਕੱਪੜੇ ਨੇ ਅਜਿਹੇ ਜਿਹੜੇ ਇਹਨਾਂ ਨੂੰ ਤੁਸੀਂ ਕਦੇ ਹੱਥ ਵੀ ਨਹੀਂ ਲਾਇਆ, ਖਰੀਦ ਕੇ ਰੱਖ ਲਏ, ਪਰ ਜਿਹੜੇ ਰਿਸੋਰਸ ਹੈ ਉਹਦਾ ਇਸਤੇਮਾਲ ਹੋਇਆ। ਪ੍ਰਕਿਰਤੀ ਦੇ ਜਿਹੜੇ ਚਾਹੇ ਉਹ ਰੁੱਖ ਨੇ, ਚਾਹੇ ਉਹ ਜਿਹੜੇ ਉਹ ਤੋਂ ਅਸੀਂ ਰਿਸੋਰਸ ਲਏ, ਉਹਦੀ ਪ੍ਰੋਡਕਸ਼ਨ ਹੋਈ, ਉਹਦੇ ਜਿਹੜੀਆਂ ਕਾਰਬਨ ਡਾਈਆਕਸਾਈਡ ਰਿਲੀਜ਼ ਹੋਈ ਇਨਵਾਇਰਨਮੈਂਟ ਦੇ ਵਿੱਚ, ਇਨਵਾਇਰਨਮੈਂਟ ਦਾ ਉਸ ਨੂੰ ਪ੍ਰੋਡਕਸ਼ਨ ਦੇ ਵਿੱਚ ਜੋ ਨੁਕਸਾਨ ਸੀ ਹੋ ਗਿਆ, ਪਰ ਉਹ ਤੁਹਾਡਾ ਉਹਦੇ ਨਾਲ ਫਾਇਦਾ ਕੋਈ ਨਹੀਂ। ਬਸ ਤੁਸੀਂ ਉਹ ਲਿਆਇਆ ਜਿਹੜਾ ਕੰਜ਼ਿਊਮਰਿਜ਼ਮ, ਚਾਹੇ ਉਹ ਇਸ਼ਤਿਹਾਰਬਾਜ਼ੀ ਦੇ ਪਿੱਛੇ ਲੱਗ ਕੇ, ਚਾਹੇ ਲੋਕਾਂ ਦੀ ਦੇਖਾ ਦੇਖੀ, ਅਸੀਂ ਲਿਆ ਕੇ ਉਹ ਚੀਜ਼ ਰੱਖ ਲਈ, ਉਹ ਪਦਾਰਥ ਹੋ, ਚਾਹੇ ਕੱਪੜਾ, ਚਾਹੇ ਉਹ ਕਾਰ ਹੈ, ਚਾਹੇ ਉਹ ਕੁਛ ਵੀ ਹੈ। ਇਹ ਭੰਮ ਸਾਹਿਬ ਜਿਹੜਾ ਲੋੜ ਨਾਲੋਂ ਜ਼ਿਆਦਾ ਲੈਣਾ, ਇਹੀ ਜਿਹੜਾ ਸਾਡਾ ਇਨਵਾਇਰਨਮੈਂਟ ਹੈ, ਸਾਡਾ ਪ੍ਰਿਥਵੀ ਦੇ ਜਿਹੜੇ ਵਿਨਾਸ਼ ਦਾ ਕਾਰਨ ਇਹ ਬਣਦਾ ਜਾ ਰਿਹਾ ਹੈ। ਸੋ ਜਿਹੜਾ ਮਨੁੱਖ ਹੈ ਉਹਨੂੰ ਆਪਣੀ ਸੋਚ ਇਸ ਤਰ੍ਹਾਂ ਬਦਲਣੀ ਪਊਗੀ ਕਿ ਸਾਨੂੰ ਜਿੰਨੀ ਲੋੜ ਹੈ ਪਦਾਰਥ ਦੀ ਅਸੀਂ ਓਨਾ ਹੀ ਇਸਤੇਮਾਲ ਕਰੀਏ। ਬਿਲਕੁਲ। ਸੋ ਇਸ ਦੇ ਲਈ ਸੋਚ ਬਦਲਣੀ ਪਊਗੀ ਭੰਮ ਸਾਹਿਬ, ਕਿਉਂਕਿ ਦੇਖੋ ਇਹ ਲੋਕ ਵੀ ਆਹ ਕੱਪੜਾ ਜੀ ਫਲਾਨਾ ਜਾਂ ਇਹ ਗੱਡੀ ਹੈ ਇਹ ਮੈਂ ਫਲਾਨਾ ਉੱਥੇ ਵੀ ਪਾ ਲਿਆ ਸੀ, ਇੱਥੇ ਵੀ ਪਾ ਲਿਆ ਸੀ। ਸੋ ਇਹ ਭੰਮ ਸਾਹਿਬ ਜਿਹੜਾ ਇੱਕ ਇਨਲਾਈਟਨਡ ਮਾਈਂਡਸ ਨੇ, ਜਿੰਨੇ ਤੁਸੀਂ ਜੇ ਮਹਾਨ ਵਿਅਕਤੀਆਂ ਦਾ ਜੀਵਨ ਚੱਕ ਕੇ ਦੇਖੋ ਤਾਂ ਉਹ ਜਿਹੜਾ ਸਾਦਾ ਜੀਵਨ ਤੇ ਜਿਹੜਾ ਉੱਚ ਵਿਚਾਰ ਹੈ ਉਸ ਦੇ ਸਿਧਾਂਤ ਤੇ ਚੱਲਦੇ ਆ। ਡਾਕਟਰ APJ ਅਬਦੁਲ ਕਲਾਮ ਐਡੇ ਮਹਾਨ ਵਿਗਿਆਨੀ, ਸਾਡੇ ਰਾਸ਼ਟਰਪਤੀ, ਉਹਨਾਂ ਦੇ ਕੋਲੇ ਭੰਮ ਸਾਹਿਬ ਕਿ 2 ਨੀਲੀਆਂ ਸ਼ਰਟਾਂ ਹੀ ਸੀਗੀਆਂ ਬਸ। ਜਦ ਵੀ ਤੁਸੀਂ ਦੇਖ ਲਓ ਡਾਕਟਰ ਕਲਾਮ ਡਾਕਟਰ ਸਾਹਿਬ ਦੇ ਇੱਕ ਨੀਲੀ ਸ਼ਰਟ ਤੇ ਉਹ ਪਤਲੂਨੀ ਪਾਈ ਹੁੰਦੀ ਸੀ। ਉਹ ਐਡੇ ਬੜੇ ਵਿਗਿਆਨੀ ਸੀਗੇ, ਸਾਰਾ ਕੁਝ ਸੀ ਉਹਨਾਂ ਕੋਲ, ਰਾਸ਼ਟਰਪਤੀ ਸੀ, ਕੋਈ ਪੈਸੇ ਦੀ ਤਾਂ ਕਮੀ ਨਹੀਂ ਸੀ ਉਹਨਾਂ ਕੋਲੇ ਵੀ। ਉਹ ਵੀ ਫਲਾਣੇ 10 ਲੱਖ ਦੇ ਸੂਟ ਉਹ ਵੀ ਮੰਗਵਾ ਸਕਦੇ ਸੀ, ਪਰ ਜਿਹੜਾ ਮਹਾਨ ਵਿਅਕਤੀ ਹੈ ਭੰਮ ਸਾਹਿਬ, ਉਹਦੀ ਨਿਸ਼ਾਨੀ ਇਹੀ ਹੁੰਦੀ, ਜਿਹੜਾ ਸ਼ੋਬਾਜ਼ੀ ਕਰਨੀ ਹੈ 10 ਲੱਖ ਦਾ ਸੂਟ ਪਵਾ ਕੇ, ਉਹ ਮਹਾਨ ਵਿਅਕਤੀਆਂ ਦੇ ਇੱਕ ਕਾਰਨਾਮੇ ਨਹੀਂ। ਜਿਹੜੇ ਮਹਾਨ ਵਿਅਕਤੀ ਹੈ, ਤੁਸੀਂ ਮਹਾਤਮਾ ਗਾਂਧੀ ਦੀ ਉਦਾਹਰਨ ਲਓ, ਉਹਨਾਂ ਕੋਲੇ ਜਿਹੜੇ ਕੀ ਆਪਣਾ ਪਰਸਨਲ ਪੋਜੈਸ਼ਨ ਸੀਗਾ, ਧੋਤੀਆਂ ਸੀਗੀਆਂ। ਜਦ ਇੰਗਲੈਂਡ ਜਾਣ ਦੀ ਵਾਰੀ ਆਈ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ, ਤਾਂ ਮਹਾਤਮਾ ਗਾਂਧੀ ਨੂੰ ਉੱਥੇ ਕਹਿੰਦੇ ਜੀ ਵੀ ਸੂਟ ਪਾ ਕੇ ਆਓ। ਚਰਚਿਲ ਸਾਹਿਬ ਕਹਿੰਦੇ, ਉਹਨਾਂ ਨੇ ਕਿਹਾ ਹਾਫ ਨੇਕਡ ਸੈਡੀਸ਼ੀਅਸ ਫਕੀਰ, ਵੀ ਅੱਧ ਨੰਗੇ ਫਕੀਰ ਦੇ ਨਾਲ ਮੈਂ ਗੱਲ ਨਹੀਂ ਕਰਨੀ। ਸੋ ਮਹਾਤਮਾ ਗਾਂਧੀ ਦਾ ਜਵਾਬ ਸੀ ਕਿ ਜਿੰਨਾ ਚਿਰ ਮੇਰੇ ਦੇਸ਼ ਵਾਸੀਆਂ ਦੇ ਤਨ ਦੇ ਉੱਤੇ ਕੱਪੜਾ ਨਹੀਂ ਆਉਂਦਾ, ਮੇਰੇ ਲਈ ਸੂਟ ਬੂਟ ਪਾਉਣਾ ਹਰਾਮ ਹੈ। ਸੋ ਭੰਮ ਸਾਹਿਬ ਜਿਹੜਾ ਪਦਾਰਥ ਹੈ ਉਹ ਉਨਾ ਹੀ ਲੈਣਾ ਚਾਹੀਦਾ ਹੈ ਜਿੰਨੀ ਲੋੜ ਹੈ। ਜੇ ਲੋੜੋਂ ਵੱਧ ਅਸੀਂ ਪਦਾਰਥਵਾਦ ਦੀ ਦੌੜ ਦੇ ਵਿੱਚ ਪੈਂਦੇ ਹਾਂ, ਅਸੀਂ ਦਿਖਾਵੇਬਾਜ਼ੀ ਦੇ ਵਿੱਚ, ਇਸ਼ਤਿਹਾਰਬਾਜ਼ੀ ਦੇ ਵਿੱਚ ਆ ਕੇ ਇੱਕ ਕੰਜ਼ਿਊਮਰ ਦੇ ਤੌਰ ਤੇ ਬਣ ਜਾਂਦੇ ਹਾਂ। ਅਸੀਂ ਇੱਕ ਪਦਾਰਥ ਭੋਗੀ ਦੇ ਤੌਰ ਦੇ ਉੱਤੇ ਅਸੀਂ ਜ਼ਿੰਦਗੀ ਜਿਉਂਦੇ ਹਾਂ, ਕੰਜ਼ਿਊਮਰ ਬਣ ਜਾਂਦੇ ਹਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ। ਸੋ ਉਹਦੇ ਨਾਲ ਫਿਰ ਜਿਹੜਾ ਸਾਡੇ ਸਮਾਜ ਦਾ ਵੀ ਨੁਕਸਾਨ ਹੁੰਦਾ ਹੈ, ਸਾਡੀ ਪ੍ਰਕਿਰਤੀ ਦਾ ਵੀ ਨੁਕਸਾਨ ਹੁੰਦਾ ਹੈ। ਸੋ ਸਾਨੂੰ ਕੰਜ਼ਿਊਮਰਿਜ਼ਮ ਦੀ ਸੋਚ ਤੋਂ ਬਾਹਰ ਨਿਕਲ ਕੇ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਤੇ ਪ੍ਰਕਿਰਤੀ ਤੋਂ ਓਨਾ ਹੀ ਲੈਣਾ ਚਾਹੀਦਾ ਜਿੰਨੀ ਸਾਨੂੰ ਲੋੜ ਹੈ। ਜੀ। ਸੋ ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੱਜ ਦਾ ਤੁਹਾਡਾ ਇਹ ਜਿਹੜਾ ਸਾਡਾ ਐਪੀਸੋਡ ਹੈ, ਸਾਡਾ ਵਿਸ਼ਾ ਸੀਗਾ, ਬਹੁਤ ਡਰਾਉਣਾ ਵੀ ਹੈ ਔਰ ਭਵਿੱਖ ਵਾਸਤੇ ਚਿੰਤਾ ਕਰਨ ਵਾਸਤੇ ਸਾਨੂੰ ਉਤਸ਼ਾਹਿਤ ਵੀ ਕਰਦਾ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਆਪਦਾ ਭਵਿੱਖ ਬਚਾਉਣ ਵਾਸਤੇ ਸਾਨੂੰ ਹੁਣੇ ਤੋਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਜੀ। ਸੋ ਸਾਰਿਆਂ ਨੂੰ ਅਸੀਂ ਸਭ ਸਰੋਤਿਆਂ ਨੂੰ ਵੀ ਕਹਾਂਗੇ ਕਿ ਅੱਗੇ ਦੇ ਅੱਗੇ ਇਸ ਗੱਲ ਨੂੰ ਅਸੀਂ ਫੈਲਾਈਏ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਹਰੇਕ ਬੰਦਾ ਸੁਚੇਤ ਹੋਵੇ। ਜੀ। ਤਾਂ ਹੀ ਜਿਹੜੀ ਹੈ ਉਹ ਜ਼ਿੰਦਗੀ ਜਾਂ ਜਿਹੜੇ ਅਸੀਂ ਮਹਿਲ ਮਾੜੀਆਂ ਖੜੇ ਕਰ ਰਹੇ ਹਾਂ, ਜੋੜ ਜੋੜ ਕੇ ਰੱਖੀ ਜਾਂਦੇ ਹਾਂ, ਇਹ ਇੱਥੇ ਪਏ ਰਹਿ ਜਾਣਗੇ ਜੇ ਅਸੀਂ ਆਪਦਾ ਭਵਿੱਖ ਨਹੀਂ ਬਚਾਇਆ ਤਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ। ਸੋ ਇਹ ਸਨ ਲਵਲੀਨ ਸਿੰਘ ਜੀ ਗਿੱਲ, ਬੈਰਿਸਟਰ। ਔਰ ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ, ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ।